ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ। ਤੇ ਮੈਂ ਗੁਰਦੀਪ ਜਗੇੜਾ ਅੱਜ ਫੇਰ ਤੇ ਮੇਰੇ ਨਾਲ ਨੇ ਸਤਵਿੰਦਰ ਟੀਨੋ ਜੀ। ਪ੍ਰੋਗਰਾਮ ਦੇ ਵਿੱਚ ਅੱਜ ਹਾਜ਼ਰ ਹਾਂ। ਜਿਸ ਤਰ੍ਹਾਂ ਕਿ ਟੀਵੀ ਏਸ਼ੀਆ ਦਾ ਇੱਕ ਤਰ੍ਹਾਂ ਦਾ ਸਲੋਗਨ ਹੈ ਕਿ ਹਮੇਸ਼ਾ ਹੀ ਇਹ ਲੋਕਾਈ ਦੀ, ਜਮਹੂਰੀਅਤ ਦੀ, ਪੰਜਾਬੀਅਤ ਦੀ ਜਾਂ ਆਪਣੇ ਲੋਕਾਈ ਦੀ ਜੋ ਵੀ ਨਿਸ਼ਕਾਮ ਸੇਵਾ ਕਰਦੇ ਨੇ ਜਾਂ ਕਿਸੇ ਨਾ ਕਿਸੇ ਤਰ੍ਹਾਂ ਇੰਡਾਇਰੈਕਟਲੀ ਜਾਂ ਡਾਇਰੈਕਟਲੀ ਆਪਣਾ ਯੋਗਦਾਨ ਪਾਉਂਦੇ ਨੇ, ਤੇ ਉਹਨਾਂ ਦੇ ਨਾਲ ਸਾਡੀ ਹਮੇਸ਼ਾ ਪੁਰਜ਼ੋਰ ਕੋਸ਼ਿਸ਼ ਰਹੀ ਹੈ ਕਿ ਉਹਨਾਂ ਨੂੰ ਤੁਹਾਡੇ ਨਾਲ ਅਸੀਂ ਰੂਬਰੂ ਕਰਾਉਂਦੇ ਰਹੀਏ। ਤਾਂ ਇਸੇ ਕੜੀ ਨੂੰ ਅੱਗੇ ਕੜੀ ਦੇ ਨਾਲ ਜੋੜਦੇ ਹੋਏ ਅੱਜ ਅਸੀਂ ਪੰਜਾਬ ਤੋਂ ਲੈ ਕੇ ਆਏ ਹਾਂ ਮੁਸਲਿਮ ਫੈਡਰੇਸ਼ਨ ਆਫ ਪੰਜਾਬ ਦੇ ਪ੍ਰੈਜ਼ੀਡੈਂਟ ਜਨਾਬ ਮੁਬੀਨ ਫਾਰੂਕੀ ਜੀ ਨੂੰ। ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਤੁਹਾਡੇ ਨਾਲ ਰੂਬਰੂ ਕਰਾਉਣ ਜਾ ਰਿਹਾ ਟੀਵੀ ਏਸ਼ੀਆ ਦੇ ਉੱਪਰ। ਸੋ ਜਨਾਬ ਮੁਬੀਨ ਫਾਰੂਕੀ ਜੀ, ਤੁਹਾਡਾ ਟੀਵੀ ਏਸ਼ੀਆ ਦੇ ਉੱਪਰ ਬਹੁਤ ਬਹੁਤ ਸਵਾਗਤ ਹੈ ਜੀ। थैंक यू। अस्सलाम वालेकुम रहमतुल्लाहि व बरकातहू। वाहिगुरू जी का खालसा, वाहिगुरू जी की फतेह। ਸੋ ਬਹੁਤ ਖੁਸ਼ੀ ਹੋਈ ਅੱਜ ਸੋ ਤੁਹਾਡੇ ਨਾਲ ਰੂਬਰੂ ਕਰਾ, ਕਿਉਂਕਿ ਮੈਂ ਤੁਹਾਡਾ ਅਕਸਰ ਹੀ ਜਿਵੇਂ ਆਮ ਟੀਵੀ ਚੈਨਲਸ ਦੇ ਉੱਪਰ, YouTube ਤੇ ਜਾਂ ਤੁਹਾਡੇ ਫੇਸਬੁੱਕ ਪੇਜ ਦੇ ਉੱਪਰ ਮੈਂ ਤੁਹਾਨੂੰ ਕਾਫੀ ਫੋਲੋ ਕੀਤਾ ਤੇ ਮੇਰੇ ਦਿਲ ਦੇ ਵਿੱਚ ਸੀ, ਜ਼ਹਿਨ 'ਚ ਸੀਗਾ ਕਿ ਇੱਕ ਵਾਰ ਤੁਹਾਨੂੰ ਵੀ ਇੱਥੇ ਦੇ ਦਰਸ਼ਕਾਂ ਦੇ ਨਾਲ ਰੂਬਰੂ ਕਰਵਾਇਆ ਜਾਵੇ, ਕਿਉਂਕਿ ਬਹੁਤ ਘੱਟ ਉਹ ਰੂਹਾਂ ਹੁੰਦੀਆਂ ਨੇ ਜੋ ਲੋਕਾਈ ਦੀ, ਜਮਹੂਰੀਅਤ ਦੀ ਨਿਸ਼ਕਾਮ ਨਿਰਸਵਾਰਥ ਰਹਿ ਕੇ ਆਪਣੇ ਪਰਿਵਾਰ ਨੂੰ ਇੱਕ ਸਾਈਡ ਤੇ ਰੱਖ ਕੇ ਉਹ ਸੇਵਾ ਕਰਦੇ ਨੇ। ਤੇ ਮੈਨੂੰ ਲੱਗਿਆ ਕਿ ਹਾਂ ਤੁਹਾਡੇ ਨਾਲ ਤਾਲੁਕ ਕੀਤਾ ਜਾਵੇ ਤੇ ਤੁਹਾਨੂੰ ਬੁਲਾਇਆ। ਤੁਸੀਂ ਸਾਡੇ ਪਹਿਲੇ ਸੱਦੇ ਦੇ ਉੱਪਰ, ਟੀਵੀ ਏਸ਼ੀਆ ਦੇ ਪਹਿਲੇ ਸੱਦੇ ਤੇ ਤੁਸੀਂ ਸਾਡੇ ਨਾਲ ਜੁੜੇ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਤੇ ਵੈਲਕਮ ਕਰਦੇ ਹਾਂ ਅਸੀਂ। ਤੇ ਸਤਵਿੰਦਰ ਟੀਨੂ ਜੀ, ਅੱਜ ਮੈਨੂੰ ਬੜਾ ਫਖਰ ਹੋ ਰਿਹਾ ਕਿ ਅੱਜ ਮੈਂ ਤੁਹਾਡੇ ਨਾਲ ਬੈਠ ਕੇ ਅੱਜ ਪ੍ਰੋਗਰਾਮ ਲਾਈਵ ਕਰ ਰਿਹਾ ਤੇ ਮੈਂ ਥੋੜਾ ਜਿਹਾ ਨਰਵਸ ਵੀ ਫੀਲ ਕਰਦਾ। ਸੋ ਪਲੀਜ਼ ਮੈਨੂੰ ਥੋੜਾ ਕੋਆਪਰੇਟ ਕਰਨ ਦੀ ਕੋਸ਼ਿਸ਼ ਕਰਨਾ ਨਾ ਜੀ। ਸਤਿ ਸ਼੍ਰੀ ਅਕਾਲ ਜੀ ਗੜਾ ਸਾਹਿਬ ਤੇ ਸਤਿ ਸ਼੍ਰੀ ਅਕਾਲ ਜੀ ਫਰੂਕੀ ਸਾਹਿਬ, ਸਵਾਗਤ ਹੈ ਤੁਹਾਡਾ ਟੀਵੀ ਏਸ਼ੀਆ ਤੇ। ਸਤਿ ਸ਼੍ਰੀ ਅਕਾਲ, ਥੈਂਕ ਯੂ ਸਰ। ਸਾਨੂੰ ਸਾਡੇ ਦਰਸ਼ਕਾਂ ਨੂੰ ਕੁਝ ਤੁਸੀਂ ਆਪਣੇ ਬਾਰੇ ਦੱਸੋ, ਕੀ ਤੁਹਾਡਾ ਪਿਛੋਕੜ ਹੈ ਤੇ ਕਿੱਥੋਂ ਆਏ ਹੋ? ਇਹਨਾਂ ਦਾ ਸਾਨੂੰ ਪਤਾ ਮਲੇਰਕੋਟਲੇ ਦੇ ਦਰਸ਼ਕਾਂ ਨੂੰ ਜਰਾ ਆਪਣੀ ਬਚਪਨ ਦੀਆਂ ਤੇ ਜਵਾਨੀ ਦੇ ਸਾਰੀਆਂ ਗੱਲਾਂ ਬਾਤਾਂ ਜਰਾ ਪਲੀਜ਼। ਸਤਿੰਦਰ ਜੀ, ਮੇਰਾ ਜਨਮ ਇੱਥੇ ਮਲੇਰਕੋਟਲਾ ਦੇ ਵਿੱਚ ਹੀ ਹੋਇਆ ਸੀ ਜੀ 84 ਦੇ ਵਿੱਚ, 11 ਜੂਨ 84। ਜੀ ਠੀਕ। ਹਾਂ ਦਾ ਨਾਰਾ ਜਿਸ ਧਰਤੀ ਤੇ ਵੱਜਿਆ ਸਰ, ਹਜ਼ਰਤ ਮੁਹੰਮਦ ਪੈਗੰਬਰ ਦੇ। ਜੀ ਬਿਲਕੁਲ, ਮੈਨੂੰ ਲੱਗਦਾ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮੈਂ ਆਪਣੀ ਸਕੂਲ ਬਾਰੇ ਗ੍ਰੈਜੂਏਸ਼ਨ ਤੇ ਉਸੇ ਹੀ ਤੁਸੀਂ ਤਰਜਮਾਨੀ ਕਰ ਰਹੇ ਹੋ, ਉਸ ਚੀਜ਼ ਨੂੰ ਲੈ ਕੇ ਅੱਗੇ ਚੱਲ ਰਹੇ ਹੋ। ਜੀ, ਕੋਸ਼ਿਸ਼ ਇੱਕ ਛੋਟੀ ਜੀ ਹੈ ਕਿ ਇੱਥੇ ਹੀ ਪਲੇ ਬੜੇ ਆ। ਮਲੇਰਕੋਟਲਾ ਇੱਕ ਉਹ ਸ਼ਹਿਰ ਜਿਹਨੂੰ ਹਾਦੇ ਨਾਰੇ ਦੀ ਧਰਤੀ ਕਿਹਾ ਜਾਂਦਾ ਹੈ ਜੀ। ਇਸ ਧਰਤੀ ਦੇ ਉੱਪਰ ਪੈਦਾ ਹੋਣਾ ਹੀ ਮੈਂ ਕਹੂੰਗਾ ਕਿ ਆਪਣੇ ਆਪ ਦੇ ਵਿੱਚ ਇੱਕ ਭਾਗਾਂ ਵਾਲੀ ਗੱਲ ਹੈ ਕਿ ਜਿੱਥੋਂ ਜ਼ੁਲਮ ਦੇ ਖਿਲਾਫ ਆਵਾਜ਼ ਉੱਠਦੀ ਰਹਿੰਦੀ ਹੋਵੇ ਉੱਥੇ ਤੁਸੀਂ ਪੈਦਾ ਹੋਏ ਹੋ। ਔਰ ਉਹੀ ਚੀਜ਼ ਆਪਣੇ ਖੂਨ ਦੇ ਵਿੱਚ, ਕਹਿੰਦੇ ਨੇ ਕਿ ਸ਼ੁਰੂ ਤੋਂ ਜਿਹੜਾ ਜਜ਼ਬਾ ਹੁੰਦਾ ਹੈ ਇਹ ਖੂਨ ਦੇ ਵਿੱਚ ਹੁੰਦਾ ਹੈ, ਕੋਈ ਪਾਇਆ ਨਹੀਂ ਜਾ ਸਕਦਾ ਜਾਂ ਖਰੀਦਿਆ ਨਹੀਂ ਜਾ ਸਕਦਾ। ਇਸ ਲਈ ਬਚਪਨ ਤੋਂ ਹੀ ਐਸੇ ਮਾਹੌਲ ਦੇ ਵਿੱਚ ਆਪਾਂ ਜਦੋਂ ਰਹੇ ਹਾਂ ਕਿ ਜਿੱਥੇ ਕਹਾਣੀਆਂ ਜਿਹੜੀਆਂ ਪੁਰਾਣੀਆਂ ਸੁਣਦੇ ਰਹੇ ਮਲੇਰਕੋਟਲੇ ਦੀਆਂ, ਤਾਂ ਇੱਕ ਜਜ਼ਬਾ ਬਚਪਨ ਤੋਂ ਹੀ ਸਾਡੇ ਅੰਦਰ ਸੀਗਾ ਕਿ ਅਸੀਂ ਆਪਣੀ ਕੌਮ ਲਈ, ਆਪਣੀ ਕਮਿਊਨਿਟੀ ਲਈ, ਆਪਣੇ ਲੋਕਾਂ ਲਈ, ਆਪਣੇ ਦੇਸ਼ ਲਈ ਕੁਛ ਨਾ ਕੁਛ ਅਸੀਂ ਕਰੀਏ। ਤਾਂ ਜਦੋਂ ਰੱਬ ਨੇ ਮੌਕਾ ਦਿੱਤਾ, ਜਦੋਂ ਲਾਅ ਕੰਪਲੀਟ ਕੀਤੀ ਤਾਂ ਜਲੰਧਰ ਦੇ ਵਿੱਚ ਮੈਂ ਪ੍ਰੈਕਟਿਸ ਸ਼ੁਰੂ ਕੀਤੀ ਸੀ। ਬਟ ਉਸ ਤੋਂ ਬਾਅਦ ਇੱਥੇ ਮਲੇਰਕੋਟਲਾ ਇੱਕ ਸਾਡੀ ਸੰਸਥਾ ਜਦੋਂ ਬਣੀ ਮੁਸਲਿਮ ਫੈਡਰੇਸ਼ਨ ਪੰਜਾਬ, ਤਾਂ ਮੈਂ ਇੱਥੇ ਮਲੇਰਕੋਟਲਾ ਹੀ ਸ਼ਿਫਟ ਹੋ ਗਿਆ ਸੀਗਾ ਫਿਰ ਦੁਬਾਰਾ। ਤਾਂ ਉਸ ਟਾਈਮ ਤੋਂ ਹੀ ਲਗਾਤਾਰ ਇੱਕ ਜਦੋਂ ਅੰਦਰੋਂ ਜਜ਼ਬਾ ਇੱਕ ਜਿਹੜਾ ਕਹਿੰਦੇ ਹੁਲਾਰਾ ਮਾਰਦਾ ਕਿ ਹਾਂ ਕੁਛ ਕਰੀਏ ਯਾਰ ਆਪਣੇ ਲੋਕਾਂ ਦੇ ਲਈ। ਤਾਂ ਜਦੋਂ ਇੱਥੇ ਦੇ ਮਾਹੌਲ ਖਰਾਬ ਕਰਨ ਦੀ ਕੁਛ ਲੋਕਾਂ ਵੱਲੋਂ, ਸ਼ਰਾਰਤੀਆਂ ਵੱਲੋਂ ਕੋਸ਼ਿਸ਼ ਕੀਤੀ ਗਈ, ਬਾਹਰੋਂ ਇੱਥੇ ਆ ਕੇ ਮਾਹੌਲ ਖਰਾਬ ਕਰਨ ਦੀ ਮਲੇਰਕੋਟਲੇ ਦੀ ਕੋਸ਼ਿਸ਼ ਕੀਤੀ ਗਈ, ਤਾਂ ਸਾਨੂੰ ਅੱਗੇ ਆਉਣਾ ਪਿਆ। ਉਸ ਟਾਈਮ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਪੀਸਫੁਲ ਤਰੀਕੇ ਦੇ ਨਾਲ ਇਸ ਸ਼ਹਿਰ ਦਾ ਅਮਨ ਸ਼ਾਂਤੀ ਜਿਹੜਾ ਗੁਲਦਸਤਾ ਨੁਮਾ ਸ਼ਹਿਰ ਹੈ, ਇਹਨੂੰ ਉਸੇ ਤਰੀਕੇ ਨਾਲ ਇਹਦੀ ਖੁਸ਼ਬੂ ਨੂੰ ਬਰਕਰਾਰ ਰੱਖਣ ਵਾਸਤੇ ਸਾਨੂੰ ਇਹ ਇੱਕ ਸੰਸਥਾ ਦਾ ਵੀ ਗਠਨ ਕਰਨਾ ਪਿਆ। ਔਰ ਜਦੋਂ ਤੋਂ ਹੀ ਅਸੀਂ ਲੋਕ ਸੇਵਾ ਦੇ ਵਿੱਚ, ਲੋਕਾਂ ਦੀ ਖਿਦਮਤ ਦੇ ਵਿੱਚ ਅਸੀਂ ਲੱਗੇ ਹੋਏ ਹਾਂ। ਸਾਨੂੰ ਮੌਕਾ ਮਿਲਿਆ ਸੀਗਾ ਕਸ਼ਮੀਰ ਦੇ ਵਿੱਚ ਜਦੋਂ ਫਲੱਡਸ ਆਏ ਸੀਗੇ, ਉਸ ਟਾਈਮ ਵੀ ਅਸੀਂ ਇੱਥੋਂ ਪਹਿਲਾਂ ਰਾਸ਼ਨ ਦੇ 2 ਟਰੱਕ ਲੈ ਕੇ, ਉਸ ਤੋਂ ਬਾਅਦ
2-3 ਮਹੀਨੇ ਬਾਅਦ ਉਸ ਤੋਂ ਜਦੋਂ ਉੱਥੇ ਠੰਡ ਸਟਾਰਟ ਹੋਈ ਤਾਂ ਅਸੀਂ ਦੁਬਾਰਾ ਕੰਬਲ ਵਗੈਰਾ ਅਸੀਂ ਉੱਥੇ ਲੈ ਕੇ ਗਏ ਸੀਗੇ। ਤਾਂ ਫੇਰ ਆ ਕੇ ਇੱਥੇ ਸੋਚਿਆ ਕਿ ਯਾਰ ਵੀ ਉੱਥੇ ਲੋਕਾਂ ਵਾਸਤੇ ਕੀਤਾ, ਇੱਥੇ ਮਲੇਰਕੋਟਲੇ ਦੇ ਵਿੱਚ ਕਈ ਐਸੇ ਪਰਿਵਾਰ ਨੇ ਜਿਹੜੇ, ਕਈ ਐਸੇ ਬੱਚੇ ਨੇ ਜਿਹੜੇ ਯਤੀਮ ਨੇ, ਉਹਨਾਂ ਦਾ ਕੀ ਕਸੂਰ ਹੈ ਵੀ ਉਹ ਪੜ੍ਹ ਨਹੀਂ ਪਾਉਂਦੇ। ਉਹ ਕੋਈ ਚਾਹ ਦੀ ਦੁਕਾਨ ਤੇ ਲੱਗਿਆ ਹੋਇਆ, ਕੋਈ ਛੋਟਾ ਹੁੰਦਾ, ਕੋਈ ਕਾਰਖਾਨੇ 'ਚ ਕੰਮ ਕਰ ਰਿਹਾ, ਤਾਂ ਵੀ ਉਹਨਾਂ ਬੱਚਿਆਂ ਦੇ ਪ੍ਰਤੀ ਵੀ ਅਸੀਂ ਸੋਚਿਆ। ਫਿਰ ਅਸੀਂ ਇੱਕ ਮੈਸੇਜ ਵੀ ਪਾਇਆ ਔਰ ਅਸੀਂ ਇਕੱਠੇ ਹੋ ਕੇ ਜਿਹੜੀ ਸਾਡੀ ਸੰਸਥਾ, ਅਸੀਂ ਇੱਕ ਉਪਰਾਲਾ ਕੀਤਾ ਕਿ ਜਿਹੜੇ ਯਤੀਮ ਬੱਚੇ ਨੇ ਯਾਰ ਕਿਉਂ ਨਾ ਆਪਾਂ ਇਹਨਾਂ ਨੂੰ ਐਜੂਕੇਟ ਕਰੀਏ ਇਹਨਾਂ ਦੇ। ਫਿਰ ਅਸੀਂ ਕਿਹਾ ਕਿ ਸਕੂਲ ਦੀਆਂ ਫੀਸਾਂ ਵੀ ਅਸੀਂ ਭਰਾਂਗੇ, ਜਿਹੜੇ ਬੇਵਾਵਾਂ ਨੇ ਉਹਨਾਂ ਨੂੰ ਰਾਸ਼ਨ ਵਗੈਰਾ, ਇਸ ਤਰੀਕੇ ਦੇ ਕੰਮ ਫਿਰ ਸ਼ੁਰੂ ਹੋਏ। ਕੁਛ ਟਾਈਮ ਲਈ ਖਾਲਸਾ ਏਡ ਦੇ ਨਾਲ ਵੀ ਕੰਮ ਕਰਨ ਦਾ ਮੌਕਾ ਮਿਲਿਆ, ਜਿਵੇਂ ਕੇਰਲਾ ਦੇ ਵਿੱਚ ਜਦੋਂ ਫਲੱਡਸ ਆਏ ਸੀਗੇ ਤਾਂ ਉੱਥੇ ਉਹਨਾਂ ਵੱਲੋਂ ਬੁਲਾਇਆ ਗਿਆ, ਤਾਂ ਉੱਥੇ ਵੀ ਅਸੀਂ ਆਪਣੇ ਆਪ ਨੂੰ ਭਾਗਾਂ ਵਾਲੇ ਮੰਨਦੇ। ਯਾਨੀ ਕਹਿਣ ਦਾ ਮਤਲਬ ਹੈ ਕਿ ਇਸ ਤਰੀਕੇ ਦੇ ਜਿਹੜੇ ਕੰਮ ਨੇ, ਸੋਸ਼ਲ ਜਿਹੜੇ ਕੰਮ ਸੀਗੇ, ਉਹਦੇ ਵਿੱਚ ਰੱਬ ਨੇ ਸਾਨੂੰ ਇੱਕ ਮੌਕਾ ਦਿੱਤਾ ਕੰਮ ਕਰਨ ਦਾ। ਫਿਰ ਨਾਲ ਹੀ ਅਸੀਂ ਜਦੋਂ ਸਿਵਲ ਹਸਪੀਟਲ ਦੇ ਵਿੱਚ, ਜਿੱਦਾਂ ਕਿ ਪਿਛਲੇ ਲਗਾਤਾਰ 2.5 ਸਾਲ ਤੋਂ ਹੀ ਹੋ ਗਿਆ, ਸਾਡੀ ਸੰਸਥਾ ਜਿਹੜੀ ਦਸਤਰਖਾਨ, ਉਹਦੇ ਜ਼ਰੀਏ ਅਸੀਂ ਜਿੰਨੇ ਉੱਥੇ ਪੇਸ਼ੈਂਟਸ ਨੇ ਔਰ ਉਹਨਾਂ ਦੇ ਅਟੈਂਡੈਂਟਸ ਹੁੰਦੇ ਨੇ, ਜਿੰਨੇ ਵੀ ਹੋਣ, ਚਾਹੇ 400 ਹੋਵੇ, 300 ਹੋਵੇ, ਚਾਹੇ 500 ਹੋਵੇ, ਤਾਂ ਉਹਨਾਂ ਸਾਰਿਆਂ ਲਈ ਸ਼ਾਮ ਦਾ ਜਿਹੜਾ ਖਾਣਾ ਫ੍ਰੀ ਫੂਡ ਅਸੀਂ ਉੱਥੇ ਪ੍ਰੋਵਾਈਡ ਕਰਾਈਦਾ। ਕਿਸੇ ਤਰੀਕੇ ਦੇ ਨਾਲ ਯਾਰ ਅਸੀਂ ਸੋਚਦੇ ਹਾਂ ਕਿ ਖਿਦਮਤ ਖਲਕ ਜਿਹਨੂੰ ਕਹਿੰਦੇ ਨੇ, ਕਿ ਉੱਥੇ ਕੋਈ ਇਹ ਖਾਸ ਰਿਲੀਜਨ ਨਹੀਂ, ਸਾਨੂੰ ਜਿਹੜਾ ਹੁਕਮ ਹੈ ਕੁਰਾਨ ਦੇ ਵਿੱਚ ਵੀ ਅੱਲਾਹ ਤਾਲਾ ਜੋ ਫਰਮਾਉਂਦੇ ਨੇ, ਖਿਦਮਤ ਖਲਕ ਦਾ ਹੁਕਮ ਹੈ ਕਿ ਤੁਸੀਂ ਜ਼ਮੀਨ ਵਾਲਿਆਂ ਤੇ ਰਹਿਮ ਕਰੋ, ਆਸਮਾਨ ਵਾਲਾ ਤੁਹਾਡੇ ਤੇ ਰਹਿਮ ਕਰੂਗਾ। ਅਸੀਂ ਜਿੰਨੇ ਲੋਕ ਇੱਥੇ ਸਾਨੂੰ ਕੋਈ ਐਸੇ ਮਿਲਦੇ ਨੇ ਤਾਂ ਉਹਨਾਂ ਦੀ ਅਸੀਂ ਖਿਦਮਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਿਲਕੁਲ, ਬਹੁਤ ਹੀ ਕਾਬਲੇ ਤਾਰੀਫ ਆ। ਲੇਕਿਨ ਮੈਨੂੰ ਇੱਕ ਮੇਰੇ ਜ਼ਿਹਨ 'ਚ ਆ ਰਿਹਾ ਕਿ ਤੁਹਾਨੂੰ ਇਸ, ਜਿਵੇਂ ਤੁਸੀਂ ਕਸ਼ਮੀਰ 'ਚ ਵੀ ਜਾ ਕੇ ਲੋਕਾਂ ਦੀ ਸੇਵਾ ਕਰ ਰਹੇ ਹੋ, ਉੱਥੇ ਫ੍ਰੀ ਰਾਸ਼ਨ ਫੂਡ ਜਾ ਰਿਹਾ, ਜਾਂ ਦਸਤਰਖਾਨ ਪਿਛਲੇ ਤੁਸੀਂ ਜਿੱਦਾਂ ਜ਼ਿਕਰ ਕੀਤਾ ਕਿ 2.5-3 ਸਾਲ ਕੰਟੀਨਿਊਸਲੀ ਇਹ ਲੋਕਾਂ ਨੂੰ ਫ੍ਰੀ ਫੂਡ ਪ੍ਰੋਵਾਈਡ ਕਰਵਾ ਰਹੇ ਨੇ ਉੱਥੇ, ਤਾਂ ਤੁਹਾਡਾ ਇਸ ਸਭ ਕੁਝ ਦੇ ਲਈ ਤੁਹਾਡਾ ਬਜਟ ਕਿੱਥੋਂ ਤੁਸੀਂ ਆਰਗੇਨਾਈਜ਼ ਕਰਦੇ ਹੋ ਸੀ ਫਾਈਨੈਂਸ਼ੀਅਲ ਤੌਰ ਤੇ? ਬਿਲਕੁਲ, ਜਦੋਂ ਕਹਿੰਦੇ ਨੇ ਕਿ ਸਹੀ ਤੁਸੀਂ ਨੀਅਤ ਦੇ ਨਾਲ, ਨੀਤਾਂ ਨਾਲ ਕਹਿੰਦੇ ਮੁਰਾਦਾਂ ਨੇ, ਜਦੋਂ ਤੁਸੀਂ ਸਹੀ ਨੀਅਤ ਦੇ ਨਾਲ ਕੋਈ ਕੰਮ ਸ਼ੁਰੂ ਕਰਦੇ ਹੋ ਤਾਂ ਉਹਦੇ ਵਿੱਚ ਰੱਬ ਆਪਣੇ ਬੰਦਿਆਂ ਦੇ ਜ਼ਰੀਏ ਆਪਣੇ ਆਪ ਖੁਦ ਸਾਥ ਦਿੰਦਾ ਹੈ। ਤੁਸੀਂ ਕੋਈ ਨੇਕ ਇਰਾਦਾ ਕਰੋ, ਤੁਸੀਂ ਆਪਣੇ ਕਦੇ ਵੀ ਅਜ਼ਮਾ ਲਿਓ ਕਿ ਜਦੋਂ ਤੁਸੀਂ ਕੋਈ ਨੇਕ ਆਪਣੇ ਖਿਦਮਤ ਖਲਕ ਕਰਨ ਦੀ ਖਾਸ ਕਰ ਕੋਸ਼ਿਸ਼ ਕਰੋਗੇ, ਜਿਹੜੇ ਜ਼ਮੀਨ ਤੇ ਬੰਦੇ ਤੰਗ ਹਾਲ ਦੇ ਵਿੱਚ ਨੇ ਜਾਂ ਕੋਈ ਪਰੇਸ਼ਾਨ ਨੇ, ਜਦੋਂ ਤੁਸੀਂ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰੋ, ਉਹਦਾ ਰੱਬ ਜਿਹੜੇ ਆਪਣੇ ਖੁਸ਼ਹਾਲ ਬੰਦੇ ਨੇ ਉਹਨਾਂ ਦੇ ਜ਼ਰੀਏ ਤੁਹਾਨੂੰ ਠੀਕ ਹੈ ਸਪੋਰਟ ਕਰੇਗਾ। ਉਸੇ ਤਰੀਕੇ ਦੇ ਨਾਲ ਅਸੀਂ ਜਦੋਂ ਇੱਕ ਕਾਲ ਕੀਤੀ ਕਿ ਯਾਰ ਉੱਥੇ ਆਪਾਂ ਫਲੱਡਸ ਆ ਗਏ ਔਰ ਅਸੀਂ ਰਾਸ਼ਨ, ਤਾਂ ਸਾਰੇ ਮਲੇਰਕੋਟਲੇ ਨੇ ਯਾਨੀ ਕਿ ਦਿਲ ਖੋਲ ਕੇ ਸਾਡਾ ਸਾਥ ਦਿੱਤਾ ਔਰ ਸਾਰਾ ਅਸੀਂ ਯਾਨੀ ਕਿ ਇਕੱਠੇ ਹੋ ਕੇ ਅਸੀਂ ਯਾਨੀ ਕਿ ਇਹ ਉਪਰਾਲੇ ਜਿਹੜੇ ਹੋਏ ਨੇ ਜਾਂ ਹੁਣ ਵੀ ਜਿਹੜੇ ਚੱਲ ਰਹੇ ਨੇ, ਤਾਂ ਇਹਦੇ ਵਿੱਚ ਮੈਂ ਮੰਨਾਂਗਾ ਕਿ ਮਲੇਰਕੋਟਲਾ ਵਾਸੀ ਜਿਹੜੇ ਹੈਗੇ ਨੇ, ਤਾਂ ਮੈਂ ਦਿਲੋਂ ਸਲਾਮ ਕਰਦਾ ਮਲੇਰਕੋਟਲਾ ਦੇ ਲੋਕਾਂ ਨੂੰ ਕਿ ਜਿਹੜੇ ਸਾਡੇ ਸਮਝਦੇ ਨੇ ਕਿ ਕੀ ਸਾਡੇ ਏਜੰਡਾਜ਼ ਨੇ, ਕੀ ਸਾਡੇ ਮੋਟਿਵ ਨੇ, ਤਾਂ ਉਹ ਉਹਨੂੰ ਸਮਝ ਕੇ ਸਾਥ ਦਿੰਦੇ ਆਏ ਨੇ। ਤੇ ਆਈ ਹੋਪ ਕਿ ਅੱਗੇ ਵੀ ਜਿਹੜੇ ਐਸੇ ਪ੍ਰੋਜੈਕਟ ਨੇ ਕੋਈ ਵੀ, ਤਾਂ ਉਹਨਾਂ ਦੇ ਵਿੱਚ ਜ਼ਰੂਰ ਲੋਕਾਂ ਦਾ ਤਾਉਨ ਵੀ ਸਾਡੇ ਨਾਲ ਰਹੇਗਾ। ਤਾਂ ਅਸੀਂ ਇਸੇ ਤਰੀਕੇ ਦੇ ਨਾਲ ਮਿਲ ਜੁਲ ਕੇ, ਕਿਉਂਕਿ ਅਸੀਂ ਜਿਹੜਾ ਵੀ ਕੋਈ ਬੰਦਾ ਹੁੰਦਾ ਜਿਵੇਂ ਦਸਤਰਖਾਨ ਤੇ, ਤਾਂ ਅਸੀਂ ਕਿਸੇ ਵੀ ਬੰਦੇ ਨੂੰ ਅਸੀਂ ਉੱਥੇ ਇਨਵਾਈਟ ਕਰਦੇ ਹਾਂ ਕਿ ਤੁਸੀਂ ਉੱਥੇ ਆਓ ਯਾਰ, ਠੀਕ ਹੈ ਵੀ ਅਸੀਂ ਇਕੱਲਾ, ਸਾਨੂੰ ਇਹ ਨਹੀਂ ਚਾਵਲ ਜਾਂ ਦਾਲ ਜਾਂ ਕੁਛ, ਠੀਕ ਹੈ ਵੀ ਸਾਨੂੰ ਇਹ ਚੀਜ਼ਾਂ ਨਹੀਂ ਜਿਹੜੀਆਂ ਉੱਥੇ ਚਾਹੀਦੀਆਂ ਨੇ ਜ਼ਰੂਰਤ ਦੀਆਂ, ਜਿਹਨਾਂ ਕਿ ਤੁਸੀਂ ਆਪਣੇ ਹੱਥ ਨਾਲ ਵੀ ਆ ਕੇ ਯਾਰ ਉੱਥੇ ਖਿਦਮਤ ਕਰੋ। ਵੀ ਇਹ ਚੀਜ਼ਾਂ ਇੱਕ ਅਸੀਂ ਪਲੇਟਫਾਰਮ ਦਿੰਦੇ ਹਾਂ ਬੰਦੇ ਨੂੰ, ਯਾਨੀ ਕਿ ਉਹ ਖੁਦ ਵੀ ਆ ਕੇ ਆਪ ਤੌਰ ਤੇ ਵੀ ਕਰ ਸਕਦਾ। ਇਸ ਤਰੀਕੇ ਦੇ ਨਾਲ ਰਲ ਮਿਲ ਕੇ ਯਾਨੀ ਕਿ ਸਾਰਾ ਚੱਲ ਰਿਹਾ। ਜਿਵੇਂ ਸਤਵਿੰਦਰ ਢਿੰਨ ਭਾਜੀ, ਤੁਹਾਨੂੰ ਪਤਾ ਹੀ ਹੈ ਮੋਬੀਨ ਸਾਹਿਬ ਜੀ ਐਡਵੋਕੇਟ ਵੀ ਨੇ ਜੀ। ਸੋ ਹੁਣ ਮੈਂ ਤੁਹਾਡੇ ਰਿਲੇਟਡ ਕੁਐਸਚਨ ਨੇ ਕਿ ਇਹਨਾਂ ਨੇ ਜੋ ਬਹੁਤ ਹੀ ਦਰਿੰਦਗੀ ਭਰਿਆ ਉੱਥੇ ਕੇਸ ਹੋਇਆ ਸੀ ਆਸਿਫਾ ਦਾ ਨਾ ਜੀ, ਸੋ ਇਹ ਉਸ ਕੇਸ ਦੀ ਵੀ ਤਰਜਮਾਨੀ ਕਰਦੇ ਰਹੇ ਨੇ। ਪੰਜਾਬ ਦੇ ਵਿੱਚ ਇਹਨਾਂ ਨੇ ਉਸ ਕੇਸ ਨੂੰ ਰਿਪਰੈਜ਼ੈਂਟ ਕੀਤਾ ਤੇ ਪਠਾਨਕੋਟ ਤੋਂ ਪੰਜਾਬ ਦੇ ਵਿੱਚ ਕੇਸ ਲਿਆਉਣ ਵਾਸਤੇ, ਜੰਮੂ ਤੋਂ ਪਠਾਨਕੋਟ ਕੇਸ ਲੈ ਕੇ ਆਉਣ ਵਾਸਤੇ ਵੀ ਇਹਨਾਂ ਨੇ ਬਹੁਤ ਜਦੋਜਹਿਦ ਕੀਤੀ ਆ। ਸੋ ਇਹ ਖੁਦ ਇੱਥੋਂ ਬਾਈ ਰੋਡ ਜਾਂਦੇ, ਸੋ ਤੁਸੀਂ ਉਹਨਾਂ ਬਾਰੇ ਵੀ ਵਿਚਾਰ ਚਰਚਾ ਕਰ ਸਕਦੇ ਹੋ ਕਿਉਂਕਿ ਤੁਹਾਡਾ ਇਹ ਪੋਲੀਟੀਕਲ ਕਰੰਟ ਅਫੇਅਰਸ ਤੁਹਾਡਾ ਏਰੀਆ, ਸੋ ਪਲੀਜ਼ ਤੁਸੀਂ ਅੱਜ ਇਸ ਨੂੰ ਬਾਗਡੋਰ ਸਮਾ ਰਹੇ। ਸ਼ੁਕਰੀਆ ਜੀ। ਫਰੂਕੀ ਸਾਹਿਬ, ਤੁਸੀਂ ਗੱਲ ਕੀਤੀ ਇਨਸਾਨੀਅਤ ਦੀ, ਗੱਲ ਕੀਤੀ ਲੰਗਰ ਦੀ, ਗੱਲ ਕੀਤੀ ਸੇਵਾ ਭਾਵਨਾ ਦੀ,
ਕੋਈ ਵੀ ਇਨਸਾਨ ਹੈ ਜਦੋਂ ਸੇਵਾ ਭਾਵਨਾ ਦੇ ਨਾਲ ਜੁੜਦਾ ਹੈ, ਉਹਨੂੰ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਚੇਂਜ ਆਉਂਦੀ ਹੈ, ਜਾਂ ਕਿਸੇ ਇਨਸਾਨ ਤੋਂ ਕੋਈ ਗੁੜਤੀ ਹੁੰਦੀ ਹੈ, ਮਿਲਦੀ ਹੈ, ਤੇ ਜਾਂ ਕਿਸੇ ਨੂੰ ਉਹ ਦੇਖ ਕੇ ਸਿੱਖ ਕੇ ਅੱਗੇ ਪ੍ਰਣ ਕਰਦਾ ਕਿ ਯਾਰ ਜੇ ਇਹ ਹੈ ਕਿ ਮੈਂ ਇਹ ਤੋਂ ਸਿੱਖਿਆ ਲੈ ਕੇ ਕਿਸੇ ਨੂੰ ਮਾਂ ਤੋਂ, ਕਿਸੇ ਨੂੰ ਬਾਪ ਤੋਂ, ਕਿਸੇ ਨੂੰ ਭੈਣ ਤੋਂ, ਕਿਸੇ ਨੂੰ ਦੋਸਤ ਤੋਂ, ਕਿਸੇ ਨੂੰ ਕਿਸੇ ਹੋਰ ਰਹਿਬਰ ਤੋਂ, ਤੁਹਾਨੂੰ ਇਹ ਗੁੜਤੀ ਕਿੱਥੋਂ ਮਿਲੀ ਕਿ ਆ ਜਿਹੜਾ ਸਮਾਜ ਸੇਵਾ ਦਾ ਜਿਹੜਾ ਜਜ਼ਬਾ ਹੈ ਤੁਹਾਡੇ ਵਿੱਚ ਆਇਆ? ਇਸਲਾਮ ਦੇ ਵਿੱਚ ਇੱਕ ਮੈਂ ਦੱਸਦਾ ਕਿ ਜਿਸ ਧਰਮ ਨੂੰ ਮੈਂ ਮੰਨਣ ਵਾਲਾ ਉਹਦੇ ਵਿੱਚ ਭੁੱਖੇ ਨੂੰ ਖਾਣਾ ਖਿਲਾਣਾ ਸਭ ਤੋਂ ਵੱਡਾ ਸਵਾਬ ਮੰਨਿਆ ਗਿਆ, ਇਸ ਲਈ ਭੁੱਖੇ ਨੂੰ ਅਗਰ ਆਪਾਂ ਖਾਣਾ ਖਿਲਾ ਦਈਏ। ਦੂਸਰਾ ਦੇਖੋ, ਜੋ ਸਿੱਖੀਜ਼ਮ ਦੇ ਵਿੱਚ ਜੋ ਬਾਬੇ ਨਾਨਕ ਦਾ ਜਿਹੜਾ 20 ਰੁਪਏ ਵਾਲਾ ਲੰਗਰ ਸ਼ੁਰੂ ਹੋਇਆ ਅਸੀਂ ਇਹ ਸੋਚਦੇ ਸੀਗੇ ਮਲੇਰਕੋਟਲਾ ਦੇ ਵਿੱਚ ਕਿ ਸਾਰੇ ਦੇਖੋ ਹਿੰਦੁਸਤਾਨ ਦੇ ਵਿੱਚ ਸਾਰੇ ਵਰਲਡ ਦੇ ਵਿੱਚ ਖਾਲਸਾ ਏਡ ਤੋਂ ਵੀ ਖਾਸੇ ਅਸੀਂ ਪ੍ਰਭਾਵਿਤ ਸੀਗੇ ਜਿਨ੍ਹਾਂ ਨੇ ਸੀਰੀਆ ਤੱਕ ਜਾ ਕੇ ਠੀਕ ਹੈ ਉੱਥੇ ਜਾ ਕੇ ਲੰਗਰ ਲਗਾਏ ਸੀਗੇ। ਤਾਂ ਅਸੀਂ ਇਹ ਸੋਚਿਆ ਕਿ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਕਿਤੇ ਵੀ ਬੰਦਾ ਚਲਾ ਜਾਵੇ ਤਾਂ ਉੱਥੇ ਐਨੀ ਟਾਈਮ ਠੀਕ ਹੈ ਦੇ ਕੈਨ ਟੇਕ ਫੂਡ, ਠੀਕ ਹੈ, ਉਹ ਆਪਣੀ ਭੁੱਖ ਮਿਟਾ ਸਕਦੇ ਨੇ ਜਾ ਕੇ ਉੱਥੇ ਆਪਣਾ, ਠੀਕ ਹੈ, ਖਾਣਾ ਪਾਣੀ ਲੈ ਸਕਦੇ ਨੇ। ਤਾਂ ਅਸੀਂ ਕਿਉਂ ਨਹੀਂ, ਇਸਲਾਮ ਵੀ ਤਾਂ ਠੀਕ ਹੈ ਸਾਨੂੰ ਇਹੀ ਹੁਕਮ ਦੇ ਰਿਹਾ, ਇਸਲਾਮ ਦੇ ਵਿੱਚ ਵੀ ਤਾਂ ਭੁੱਖਿਆਂ ਨੂੰ ਖਾਣਾ ਖਿਲਾਣਾ ਸਭ ਤੋਂ ਵੱਡਾ ਸਵਾਬ ਹੈ ਕਿ ਹਰ ਧਰਮ ਦੇ ਵਿੱਚ ਹੀ, ਬਲਕਿ ਮੈਂ ਕਹੂੰਗਾ ਹਰ ਧਰਮ ਦੇ ਵਿੱਚ, ਹਰ ਮਜ਼ਹਬ, ਹਰ ਕਾਸਟ ਦੇ ਵਿੱਚ ਜਿਹੜਾ ਧਰਮ ਹੈ ਉਹ ਹਮੇਸ਼ਾ ਚੰਗੀ ਹੀ ਸਿੱਖਿਆ ਦਿੰਦਾ। ਸਿਰਫ ਸਾਨੂੰ ਇੱਕ ਇਹ ਹੈ ਕਿ ਉਹ ਡਰਾਮੇਬਾਜ਼ੀਆਂ ਕਰਨ ਨਾਲੋਂ ਕਿ ਆਪਾਂ ਉਹਦੀ ਇੱਕ ਸਿੱਖਿਆ ਨੂੰ ਵੀ ਅਗਰ ਮੰਨ ਕੇ ਉਹਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰੀਏ, ਅਗਰ ਮੈਂ ਕਹੂੰਗਾ ਤਾਂ ਉਹਦੇ ਵਰਗਾ ਕੋਈ ਉਹ ਨਹੀਂ ਹੈ। ਤੇ ਜਿਵੇਂ ਸਰਦਾਰ ਮੈਂ ਕਹੂੰਗਾ, ਮੈਂ ਸਲਾਮ ਕਰਦਾ ਆਪਣੇ ਰਵੀ ਸਿੰਘ ਜੀ ਨੂੰ ਵੀ, ਜਿਨ੍ਹਾਂ ਨੇ ਦੇਖੋ ਜਦੋਂ ਉਹ ਜਾਂਦੇ ਨੇ ਬਾਹਰ ਕਿਤੇ, ਉੱਥੇ ਜਾ ਕੇ ਲੋਕਾਂ ਦੀ ਵਿਚਾਰੇ ਜਿਹੜੇ ਰਿਫਿਊਜੀ ਨੇ ਜਾਂ ਬਾਰਡਰਾਂ ਤੇ ਬੈਠੇ ਨੇ, ਘਰੋਂ ਬੇਘਰ ਹੋ ਗਏ, ਠੀਕ ਹੈ, ਉੱਥੇ ਬੈਠੇ ਉਹਨਾਂ ਨੂੰ ਖਾਣਾ ਖਿਲਾਉਂਦੇ ਨੇ, ਤਾਂ ਉਹ ਲੋਕ ਦੇਖਦੇ ਨੇ ਵੀ ਇਹ ਪੱਗ ਬੰਨੀ ਹੋਈ ਹੈ ਵੀ ਕੌਣ ਹੈ ਬੰਦਾ। ਉੱਥੇ ਉਹ ਸਿੱਖੀ ਨੂੰ ਰਿਪਰੈਜ਼ੈਂਟ ਕਰਦੇ ਨੇ, ਉੱਥੇ ਉਹ ਇਕੱਲੇ ਨਹੀਂ ਹੁੰਦੇ, ਉੱਥੇ ਪੂਰੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਨੇ। ਇਸੇ ਤਰੀਕੇ ਦੇ ਨਾਲ ਅਸੀਂ ਜਦੋਂ ਸ਼ਾਮ ਨੂੰ ਸਿਵਲ ਹਸਪੀਟਲ ਦੀ ਟੀਮ ਜਿਵੇਂ ਜਾਂਦੀ ਹੈ ਸਾਡੀ, ਤਾਂ ਜਦੋਂ ਦਾੜੀ ਟੋਪੀ ਵਾਲੇ ਬੰਦੇ ਜਿਨ੍ਹਾਂ ਨੂੰ ਅੱਜ ਤੱਕ ਇਹੀ ਯਾਨੀ ਕਿ ਮੀਡੀਆ ਵੱਲੋਂ ਇਹੀ ਪ੍ਰਚਾਰਿਆ ਗਿਆ ਕਿ ਇਹ ਤਾਂ ਅੱਤਵਾਦੀ ਹੁੰਦੇ ਨੇ ਜਾਂ ਤਾਂ ਬਹੁਤ ਖਤਰਨਾਕ ਬੰਦੇ ਹੁੰਦੇ ਨੇ, ਜਦੋਂ ਉਹ ਦਾੜੀ ਟੋਪੀ ਵਾਲੇ ਬੰਦੇ ਵਿਚਾਰੇ ਜਾ ਕੇ ਉੱਥੇ ਖਾਣਾ ਸਰਵ ਕਰਦੇ ਨੇ ਕਿਸੇ ਨੂੰ, ਮਰੀਜ਼ ਨੂੰ, ਜਾਂ ਕੋਈ ਗਰੀਬ ਬੰਦਾ ਸਮਝ ਲਓ ਇਲਾਜ ਕਰਾਉਣ ਆਇਆ ਹੁੰਦਾ, ਜਦੋਂ ਉਹ ਆਪਣੀ ਜ਼ਰੂਰਤ ਪੂਰੀ ਕਰਦਾ ਉੱਥੋਂ, ਤਾਂ ਉਹਨੂੰ ਵੀ ਪਤਾ ਲੱਗਦਾ ਯਾਰ ਇਸ ਤਰੀਕੇ ਦੇ ਵੀ ਹੁੰਦੇ ਨੇ ਮੁਸਲਮਾਨ, ਇਹ ਵੀ ਹੁੰਦੇ ਨੇ, ਖਿਦਮਤ ਕਰਨ ਵਾਲੇ ਵੀ ਹੁੰਦੇ ਨੇ। ਇਹ ਚੰਗਿਆਈ ਵੀ ਆਪਣੇ, ਮੈਂ ਕਹਿੰਦਾ ਕਿਸੇ ਵੀ ਧਰਮ ਦੀ ਜਾਂ ਕਿਸੇ ਦੀ ਆਪਾਂ ਨੂੰ ਚੰਗਿਆਈ ਪੇਸ਼ ਕਰਨੀ ਚਾਹੀਦੀ ਹੈ। ਜਿਹੜੇ ਲੋਕ ਨਫ਼ਰਤਾਂ ਦੇ ਵਿੱਚ ਅੰਨੇ ਹੋ ਕੇ ਇੱਕ ਦੂਸਰੇ ਨਾਲ ਨਫ਼ਰਤ ਕਰਕੇ ਲੜਦੇ ਨੇ ਧਰਮ ਦੇ ਨਾਮ ਤੇ, ਤਾਂ ਉਹ ਆਪਣੇ ਸਿਰਫ ਧਰਮ ਨੂੰ ਬਦਨਾਮ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਰਹੇ ਹੁੰਦੇ। ਜੀ ਬਿਲਕੁਲ, ਕਿਸੇ ਨੇ ਕਿਹਾ ਕਿ ਮਜ਼ਹਬ ਨਹੀਂ ਸਿਖਾਤਾ ਆਪਸ में वैर रखना, ਤੇ ਗੱਲ ਧਰਮ ਦੀ ਆਈ ਤੇ ਉਹਦੇ ਬਾਅਦ ਚ ਇਨਸਾਨੀਅਤ ਦੀ ਆਈ। ਤੇ ਪੰਜਾਬ ਦੇ ਵਿੱਚ ਇਸ ਟਾਈਮ ਦੇ ਉੱਤੇ ਜੋ ਮੇਨ ਮੁੱਦਾ ਸੀ ਪਿਛਲੇ 6-7 ਮਹੀਨੇ ਤੋਂ, ਕਿਸਾਨ ਸੰਘਰਸ਼ ਦਾ, ਕਿਸਾਨ ਸੰਘਰਸ਼ ਦੇ ਮੁੱਦੇ ਦੇ ਵਿੱਚ ਵੀ ਤੁਹਾਡਾ ਨਾਮ ਕਾਫੀ ਗਿਣਤੀ ਦੇ ਵਿੱਚ ਲਿਆ ਗਿਆ, ਕਾਫੀ ਹਾਈ ਤੁਹਾਡਾ ਉੱਤੇ ਨਾਮ ਆਇਆ ਕਿ ਫਰੂਕੀ ਸਾਹਿਬ ਤੇ ਉਹਨਾਂ ਦੀ ਟੀਮ ਨੇ ਟਿਕਰੀ ਬਾਰਡਰ ਤੇ ਲੰਗਰ ਵਗੈਰਾ ਦਾ ਅਰੇਂਜ ਕੀਤਾ, ਤੇ ਹੋਰ ਤੁਸੀਂ ਭੁੱਖ ਹੜਤਾਲ ਤੇ ਵੀ ਬੈਠੇ ਸੀ ਜੀ। ਉਹ ਪਰ ਜੀ ਹਾਂ, ਦੂਜੇ ਬੰਨੇ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਸਿਰਫ ਕੁਝ ਪੰਜਾਬ ਤੋਂ ਖਾਲਿਸਤਾਨੀ ਆ ਕੇ ਇੱਥੇ ਬੈਠੇ ਨੇ, ਤੇ ਉਹ ਵੀ ਕਿਹਾ ਗਿਆ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਸੰਘਰਸ਼ ਨੂੰ? ਇਹ ਕਿਸਾਨ ਦੀ ਲੜਾਈ ਹੈ, ਇੱਕ ਮਜ਼ਦੂਰ ਦੀ ਲੜਾਈ ਹੈ, ਜਾਂ ਇਹ ਇੱਕ ਕਿਸੇ ਖਾਸ ਵਰਗ ਦੀ ਲੜਾਈ ਹੈ? ਬ੍ਰਦਰ, ਜਦੋਂ 26 ਨਵੰਬਰ ਨੂੰ ਇੱਥੋਂ ਤੁਰੇ ਸੀਗੇ ਕਿਸਾਨ ਦਿੱਲੀ ਜਾਣ ਦੇ ਲਈ, ਮੈਂ ਉਸ ਦਿਨ ਮੇਰੇ ਯਾਦ ਹੈ ਕਿ ਮੈਂ ਇੱਕ ਮੈਰਿਜ ਫੰਕਸ਼ਨ ਦੇ ਵਿੱਚ ਸੀਗਾ ਕਿਤੇ, ਤਾਂ ਉਹ WhatsApp ਦੇ ਉੱਪਰ, ਸੋਸ਼ਲ ਮੀਡੀਆ ਦੇ ਉੱਪਰ ਜਦੋਂ ਚੱਲੀਆਂ ਖਬਰਾਂ ਕਿ ਯਾਰ ਸਿੰਘੂ ਬਾਰਡਰ ਤੇ ਆਪਣੇ ਕਿਸਾਨਾਂ ਦੇ ਉੱਪਰ ਯਾਰ ਹਰਿਆਣਾ ਪੁਲਿਸ ਵੱਲੋਂ ਬਸ਼ਾਰਾਂ ਮਾਰੀਆਂ ਗਈਆਂ, ਈਅਰ ਗੈਸ ਮਾਰੇ ਗਏ, ਤਾਂ ਯਾਰ ਇਹ ਲੱਗਿਆ ਕਿ ਯਾਰ ਪੰਜਾਬੀ ਬੰਦੇ, ਸਾਡੇ ਬੰਦੇ, ਅਸੀਂ ਯਾਨੀ ਕਿ ਪੰਜਾਬ ਮੀਨਸ ਅਸੀਂ ਲੋਕ ਮਿਲ ਕੇ ਪੰਜਾਬ ਨੂੰ ਬਣਾਉਣਾ, ਕਿ ਸਾਡੇ ਬੰਦਿਆਂ ਨਾਲ ਯਾਰ ਇਸ ਤਰੀਕੇ ਨਾਲ ਹੋ ਰਿਹਾ, ਠੀਕ ਹੈ, ਔਰ ਉਹ ਵੀ ਕਿਸਾਨਾਂ ਦੇ ਨਾਲ, ਠੀਕ ਹੈ, ਜਿਹੜੇ ਸਾਰੀ ਦੁਨੀਆ ਦਾ ਪੇਟ ਭਰਦੇ ਨੇ। ਤਾਂ ਯਾਰ ਰਿਹਾ ਨਹੀਂ ਗਿਆ ਉਸ ਟਾਈਮ, ਇਮੀਡੀਏਟਲੀ ਘਰ ਆਇਆ, ਫੰਕਸ਼ਨ ਛੱਡਿਆ, ਬੈਗ ਦੇ ਵਿੱਚ 2 ਕੱਪੜੇ ਪਾਏ, ਗੱਡੀ ਚੱਕੀ, ਮੈਂ ਸਿੱਧਾ ਉੱਥੇ ਆਪਣੇ ਸ਼ੰਭੂ ਬਾਰਡਰ ਦੇ ਉੱਪਰ
ਤਾਂ ਜਦੋਂ ਉੱਥੇ ਤੱਕ ਪਹੁੰਚੇ, ਜਦੋਂ ਤੱਕ ਆਪਣੇ ਜਿਹੜੇ ਕਿਸਾਨ ਸੀਗੇ ਔਰ ਦਲੇਰ, ਮੈਂ ਕਹਿੰਦਾ ਸਲੂਟ ਕਰਦਾ ਨਾ ਦੀ, ਮੈਂ ਹਿੰਮਤ ਨੂੰ, ਜਜ਼ਬੇ ਨੂੰ, ਇਹਨਾਂ ਨੇ ਉੱਥੋਂ ਉਹ ਬੈਰੀਕੇਡਸ ਤੋੜ ਕੇ ਅੰਦਰ ਐਂਟਰ ਕਰ ਗਏ ਸੀਗੇ। ਤਾਂ ਨਾਲ ਹੀ ਮੈਂ ਵੀ ਅੰਦਰ ਐਂਟਰ ਕਰਕੇ ਜਦੋਂ ਰਾਤ ਨੂੰ ਫਿਰ ਕਰਨਾਲ ਕੋਲ ਵਿਵਾਨ, ਆਈ ਥਿੰਕ ਉੱਥੇ ਇੱਕ ਹੋਟਲ ਹੈ ਕਰਨਾਲ ਦੇ ਕੋਲ ਸ਼ਹਿਰ, ਤਾਂ ਉੱਥੇ ਇਹਨਾਂ ਨੇ ਰੋਕਤਾ ਸੀਗਾ ਦੁਬਾਰਾ। ਉੱਥੇ ਫੇਰ ਦੁਬਾਰਾ ਉਹਨਾਂ ਨੇ ਟਰੱਕ ਵਗੈਰਾ, ਟ੍ਰੈਫਿਕ ਵਗੈਰਾ ਉੱਥੇ ਰੋਕ ਕੇ ਨਾ ਇਹਨਾਂ ਨੂੰ ਕਿਸਾਨਾਂ ਦਾ ਰਸਤਾ ਰੋਕਤਾ ਸੀ। ਤਾਂ ਫਿਰ ਉਸ ਦਿਨ ਰਾਤ ਸਾਨੂੰ ਉੱਥੇ ਕੱਟਣੀ ਪਈ। 27 ਨੂੰ ਯਾਨੀ ਕਿ ਅਸੀਂ ਸਵੇਰੇ ਉੱਥੇ ਪਹੁੰਚ ਗਏ ਸੀਗੇ ਦਿੱਲੀ। 27 ਨੂੰ ਪਹੁੰਚਣ ਸਾਰ ਉਹਨਾਂ ਨੇ ਇਮੀਡੀਏਟਲੀ ਸਾਡੇ ਤੇ ਪਹਿਲੇ ਜੱਥੇ ਦੇ ਵਿੱਚ ਹੀ ਸੀਗਾ ਸ਼ਾਮਿਲ ਮੈਂ ਵੀ। ਤਾਂ ਜਦੋਂ ਅਸੀਂ ਪਹਿਲੀ ਕਤਾਰਾਂ ਦੇ ਵਿੱਚ ਬਲਕਿ ਉੱਥੇ ਬੈਠੇ ਸੀਗੇ ਤਾਂ ਇਹਨਾਂ ਨੇ ਸਾਡੇ ਤੇ ਜਾਨਸਾਰ ਟੀਅਰ ਗੈਸ, ਮੈਂ ਲਾਈਵ ਹੋਇਆ ਸੀਗਾ, ਬਲਕਿ ਮੇਰੀ ਫੇਸਬੁੱਕ ਤੇ ਵੀ ਵੀਡੀਓ ਪਈ ਹੋਣੀ ਹੈ, ਤੇ ਉਹਨਾਂ ਨੇ ਜਾਨਸਾਰ ਸਾਡੇ ਤੇ ਟੀਅਰ ਗੈਸ ਨਾਲ ਹਮਲਾ ਕੀਤਾ ਪੁਲਿਸ ਵੱਲੋਂ। ਤਾਂ ਫਿਰ ਜਦੋਂ ਉੱਥੇ ਫਿਰ ਕਿਸਾਨ ਆਗੂਆਂ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਯਾਰ ਇੱਥੇ ਪੱਕਾ ਪੜਾਅ ਹੀ ਲਾਣਾ, ਆਪਾਂ ਇੱਥੇ ਹੀ ਬਹਿ ਜਾਾਂਗੇ। ਤਾਂ ਫਿਰ ਇਹ ਸੋਚਿਆ ਯਾਰ ਵੀ ਹੁਣ ਇੱਥੇ ਜਦੋਂ ਪੱਕੇ ਤੌਰ ਤੇ ਬੈਠਣਾ, ਕਿਉਂ ਨਾ ਆਪਣੇ ਕਿਸਾਨ ਵੀਰਾਂ ਦੀ ਖਿਦਮਤ ਕੀਤੀ ਜਾਵੇ। ਤਾਂ ਫਿਰ ਅਸੀਂ ਇਮੀਡੀਏਟਲੀ ਉੱਥੋਂ ਮੈਂ ਹਰਿਆਣੇ ਦੇ ਜਿਹੜੇ ਮੇਰੇ ਮੁਸਲਿਮ ਭਰਾ ਸੀ ਉਹਨਾਂ ਨੂੰ ਬੁਲਾ ਕੇ ਫਰੂਟ ਔਰ ਹੋਰ ਵਗੈਰਾ ਜਾਂ ਬਿਸਕਿਟ ਵਗੈਰਾ ਇਹਦੇ ਲਿਆ ਕੇ ਅਸੀਂ ਇੱਕ ਲੰਗਰ ਲਗਾਇਆ ਸੀਗਾ। ਤਾਂ ਉਸ ਤੋਂ ਬਾਅਦ ਫਿਰ ਸੋਚਿਆ ਕਿ ਜਦੋਂ ਪੱਕਾ ਪੜਾਅ ਇੱਥੇ ਲਗਾ ਲਿਆ ਤਾਂ ਮਲੇਰਕੋਟਲੇ ਤੋਂ ਆਪਣੀ ਟੀਮ, ਜਿਹੜੀ ਮੁਸਲਿਮ ਫੈਡਰੇਸ਼ਨ ਪੰਜਾਬ ਦੀ ਟੀਮ ਬੁਲਾ ਕੇ ਸਾਰੀ, ਤਾਂ ਅਸੀਂ ਉੱਥੇ ਮਿੱਠੇ ਚੌਲਾਂ ਦਾ ਲੰਗਰ ਅਲਹਮਦੁਲਿਲਾ ਸ਼ੁਰੂ ਕੀਤਾ ਸੀਗਾ। ਉਹ ਦਿਨ ਸੀਗਾ, ਸਾਨੂੰ ਉਸ ਟਾਈਮ ਇਹ ਲੱਗਦਾ ਸੀ 5-7 ਦਿਨ 10 ਦਿਨ ਯਾਨੀ ਕਿ ਪ੍ਰੋਟੈਸਟ ਚੱਲੇਗਾ, ਬਟ ਜਿਵੇਂ ਫੈਸਲਾ ਹੋਇਆ, ਜਿਵੇਂ ਸਰਕਾਰਾਂ ਜੀ ਠੀਕ ਹੈ ਜੀ, ਲੱਗਦਾ ਕੁਝ ਜਿਹੜਾ ਰਾਬਤਾ, ਹਾਂਜੀ। ਤਾਂ ਉਹ ਉੱਥੇ ਜੇ ਪੱਕਾ ਪੜਾਅ ਲੱਗ ਗਿਆ ਤਾਂ ਫਿਰ ਅਸੀਂ ਉਹ ਲੰਗਰ ਜਦੋਂ ਦਾ ਅਸੀਂ ਸ਼ੁਰੂ ਕੀਤਾ ਹੋਇਆ, ਅੱਲਾ ਦਾ ਸ਼ੁਕਰ ਹੈ ਕਿ ਹੁਣ ਤੱਕ ਟਿਲ ਨਾਓ, ਅੱਜ ਦੀ ਡੇਟ ਤੱਕ ਵੀ ਉਹ ਲੰਗਰ ਉਸੇ ਤਰੀਕੇ ਨਾਲ ਸਟੇਜ ਦੀ ਲੈਫਟ ਸਾਈਡ ਤੇ ਚੱਲ ਰਿਹਾ। ਤੇ ਆ ਪਿਛਲੇ ਕਿਉਂਕਿ ਹੁਣ ਗਰਮੀ ਜ਼ਿਆਦਾ ਵੱਧ ਗਈ ਸੀਗੀ ਤੇ ਹੁਣ ਅਸੀਂ ਉੱਥੇ ਛਬੀਲ ਵੀ ਨਾਲ, ਯਾਨੀ ਕਿ ਜਿਹੜਾ ਮਿੱਠਾ ਪਾਣੀ, ਸ਼ਰਬਤ ਵਗੈਰਾ, ਉਹ ਅਸੀਂ ਸ਼ੁਰੂ ਕੀਤਾ ਗਰਮੀ ਤੋਂ ਬਚਾਉਣ ਲਈ ਕਿਸਾਨ ਵੀਰਾਂ ਦੇ ਲਈ। ਤਾਂ ਉਹ ਅਲਹਮਦੁਲਿਲਾ ਸਾਡਾ ਉਸੇ ਤਰੀਕੇ ਨਾਲ ਚੱਲ ਰਿਹਾ। ਔਰ ਜਿਹੜਾ ਇਹ ਕਹਿ ਰਹੇ ਸੀਗੇ ਕਿ ਖਾਲਿਸਤਾਨੀ ਆ ਗਏ ਜੀ ਉੱਥੋਂ ਜਾਂ ਹੋਰ, ਉਹ ਦੇਖੋ ਪ੍ਰੋਪੋਗੰਡਾ ਹੁੰਦਾ ਹੀ ਹੈ ਸਰਕਾਰ ਦਾ। ਇਹਨਾਂ ਨੇ ਵੋਟ ਨੂੰ ਪੋਲਰਾਈਜ਼ ਕਰਨਾ ਹੁੰਦਾ ਕਿਸੇ ਨਾ ਕਿਸੇ ਤਰੀਕੇ ਨਾਲ, ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਇਹਨਾਂ ਨੇ ਜਿਹੜਾ ਸਹੀ ਬੰਦਾ ਵੀ ਹੋਊਗਾ ਉਹਦੇ ਵਿੱਚ ਵੀ ਇਹਨਾਂ ਨੇ ਕੀੜੇ ਪਾਉਣੇ ਹੁੰਦੇ ਨੇ ਤਾਂ ਕਿ ਦੂਸਰਿਆਂ ਨੂੰ ਉਹਨਾਂ ਦੇ ਖਿਲਾਫ ਭੜਕਾ ਕੇ ਆਪਣੇ ਨਾਲ ਜੋੜਿਆ ਜਾਵੇ। ਤਾਂ ਇਹਨਾਂ ਨੇ ਬਿਲਕੁਲ ਸਾਨੂੰ, ਅਸੀਂ ਤਾਂ ਜਿਹੜੇ ਮੁਸਲਿਮ ਚਿਹਰਾ ਹੈ ਜਿਵੇਂ, ਠੀਕ ਹੈ, ਤਾਂ ਸਾਨੂੰ ਉੱਥੇ ਜਾਨਸਾਰ ਕਰਨ ਲੱਗੇ ਜਿਹੜੇ ਆਹ ਮੇਨ ਸਟ੍ਰੀਮ ਮੀਡੀਆ, ਜਿਹੜੀ ਗੋਦੀ ਮੀਡੀਆ ਜਿਹਨੂੰ ਕਹਿੰਦੇ ਆ, ਇਹ ਜੀ ਆਪਨੇ ਬਿਰਿਆਨੀ ਦਾ ਲੰਗਰ ਲਗਾਇਆ ਹੈ, ਐਸੇ ਐਸੇ। ਫਿਰ ਮੈਂ ਇੱਕ ਉਹਨਾਂ ਨੂੰ ਸਵਾਲ ਕੀਤਾ, ਸ਼ਰਮਿੰਦਾ ਬਹੁਤ ਹੋਏ ਉਹ। ਮੈਂ ਕਿਹਾ ਯਾਰ ਮੇਰੀ ਗੱਲ ਸੁਣੋ, ਮੈਂ ਇਸ ਮੁਲਕ ਦੇ ਵਿੱਚ ਪੈਦਾ ਹੋਇਆ, ਪੰਜਾਬ 'ਚ ਮੈਂ ਪੈਦਾ ਹੋਇਆ ਯਾਰ, ਮੇਰੇ ਅੰਦਰ ਜਜ਼ਬਾ ਨਹੀਂ ਹੋ ਸਕਦਾ ਕਿਸੇ ਦੀ ਖਿਦਮਤ ਕਰਨ ਦਾ? ਕੀ ਮੇਰੀ ਇਹ ਗਲਤੀ ਹੈ ਕਿ ਮੈਂ ਮੁਸਲਮਾਨ ਹਾਂ, ਠੀਕ ਹੈ, ਇਸ ਮੁਲਕ ਦੇ ਵਿੱਚ ਮੈਂ ਪੈਦਾ ਹੋਇਆ, ਔਰ ਅਗਰ ਮੈਂ ਮੁਸਲਮਾਨ ਹਾਂ ਤਾਂ ਮੈਂ ਕਿਸੇ ਦੀ ਖਿਦਮਤ ਨਹੀਂ ਕਰ ਸਕਦਾ? ਮੈਨੂੰ ਤੁਹਾਡੇ ਕੋਲੋਂ ਆ ਕੇ ਗੋਦੀ ਮੀਡੀਆ ਕੋਲੋਂ ਜਾਂ ਤੁਹਾਡੇ ਯੋਗੀਆਂ ਮੋਦੀਆਂ ਕੋਲੋਂ ਤੁਹਾਡੇ ਕੋਲੋਂ ਪਰਮਿਸ਼ਨ ਲੈਣੀ ਪਊਗੀ ਯਾਰ ਮੈਂ ਆਪਣੇ ਕਿਸਾਨ ਵੀਰਾਂ ਦੀ ਖਿਦਮਤ ਕਰਾਂ ਜਾਂ ਨਾ? ਠੀਕ ਹੈ, ਮੈਂ ਅਗਰ ਸਿੰਪਲ ਇੱਥੇ ਲੰਗਰ ਦੀ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਵੈਜ ਸਾਰਾ ਖਾਣਾ, ਠੀਕ ਹੈ, ਇੱਥੇ ਮੈਂ ਕਿਹਾ ਤੁਸੀਂ ਖਾਓ, ਇਹਦੇ ਵਿੱਚੋਂ ਮੈਨੂੰ ਲਿਆਓ, ਮੈਂ ਕਿਹਾ ਤੁਸੀਂ ਬਿਰਿਆਨੀ, ਠੀਕ ਹੈ, ਤੁਸੀਂ ਉੱਥੇ ਬਦਨਾਮ ਕਰ ਰਹੇ ਹੋ, ਵੀ ਦਿਖਾਓ ਕਿ ਕੀ ਕਿਹੜਾ ਨੌਨ ਵੈਜ ਖਿਲਾ ਵੀ ਦਿੱਤਾ, ਜਾਂ ਇਹ ਤੁਸੀਂ ਡਿਸਾਈਡ ਕਰੋਗੇ ਯਾਰ ਅਸੀਂ ਕੀ ਖਿਲਾਣਾ ਸਾਡੇ ਕਿਸਾਨ, ਉਹ ਖਾਣ ਵਾਲੇ ਅਸੀਂ ਖਿਲਾਉਣ ਵਾਲੇ, ਤੁਸੀਂ ਕੌਣ ਹੁੰਦੇ ਹੋ ਵੀ ਮੁਸਲਮਾਨੋਂ ਨੇ ਲਗਾ ਦਿਆ? ਇਸੇ ਤਰੀਕੇ ਦੀਆਂ ਇਹਨਾਂ ਨੇ ਖਬਰਾਂ ਚਲਾਈਆਂ। ਤਾਂ ਮੈਨੂੰ ਇਹ ਬੜਾ ਅਫਸੋਸ ਹੋਇਆ ਇਹ ਗੱਲ ਦੇਖ ਕੇ ਕਿ ਹੁਣ ਅਸੀਂ ਯਾਨੀ ਕਿ ਖਿਦਮਤ ਕਰਨ ਵਾਸਤੇ ਵੀ ਸਾਨੂੰ ਪਰਮਿਸ਼ਨ ਲੈਣੀ ਪਏਗੀ ਕਿ ਬਾਈ ਜੀ ਮੈਂ ਜਾਂ ਕੋਈ ਦਾੜੀ ਟੋਪੀ ਵਾਲਾ ਬੰਦਾ ਕਿਸੇ ਦੀ ਖਿਦਮਤ ਕਰੇਗਾ ਤਾਂ ਪਹਿਲਾਂ ਇਹਨਾਂ ਕੋਲੋਂ ਇਜਾਜ਼ਤ ਲੈਣੀ ਪਏਗੀ। ਤੇ ਸਾਡੇ, ਅਸੀਂ ਇੱਕ ਪਾਸੇ ਕਹਿੰਦੇ ਹਿੰਦੂ ਮੁਸਲਿਮ ਸਿੱਖ ਈਸਾਈ ਆਪਸ ਮੇਂ ਹੈ ਭਾਈ ਭਾਈ, ਅਸੀਂ ਸਾਰਿਆਂ ਨੇ ਮਿਲ ਕੇ ਇਸ ਮੁਲਕ ਨੂੰ ਬਣਾਇਆ, ਆਪਣੀਆਂ ਸ਼ਹੀਦੀਆਂ ਦੇ ਕੇ ਅਸੀਂ ਮੁਲਕ ਨੂੰ ਆਜ਼ਾਦ ਕਰਵਾਇਆ। ਸਾਡੇ ਕੋਲ ਆਪਸ਼ਨ ਸੀਗਾ ਕਿ ਅਸੀਂ ਪਾਕਿਸਤਾਨ ਚਲੇ ਜਾਈਏ, ਮਗਰ ਅਸੀਂ ਜਿਹੜੇ ਇੰਡੀਅਨ ਮੁਸਲਿਮ ਦਾ ਅਸੀਂ ਇੱਥੇ ਹੀ ਰਹੇ, ਅਸੀਂ ਆਪਣੇ ਮੁਲਕ ਨੂੰ ਚੁਣਿਆ ਇਹਨੂੰ, ਠੀਕ ਹੈ, ਵੀ ਅਸੀਂ ਇੱਥੇ ਹੀ ਪੈਦਾ ਹੋਏ ਹਾਂ ਔਰ ਇੱਥੇ ਸਾਡੀਆਂ ਕਬਰਾਂ ਬਣਨਗੀਆਂ। ਸਾਡੇ ਬਾਪ ਦਾਦੇ, ਠੀਕ ਹੈ, ਜਿਹੜੇ ਸਾਰਿਆਂ ਨੇ ਜੋ ਡਿਸੀਜ਼ਨ ਲਿਆ ਸੀ ਸਾਨੂੰ ਉਹਦੇ ਤੇ ਮਾਣ। ਮਗਰ ਅੱਜ ਜਿਹੜੀ ਇਹ ਮੈਂਟੈਲਿਟੀ ਪੈਦਾ ਹੋ ਗਈ ਇੱਥੇ ਕਿ ਯਾਰ ਵੀ ਇਹ ਮੁਸਲਮਾਨ ਹੈ ਜਾਂ ਇਹ ਉਹ ਹੈ ਜੀ, ਜਾਂ ਇਹ ਫਲਾਂ ਕਾਸਟ ਦਾ, ਵੀ ਇਹ ਖਿਦਮਤ ਨਹੀਂ ਕਰ ਸਕਦੇ ਜਾਂ ਇਹਨਾਂ ਦੇ ਉੱਪਰ ਸਵਾਲ ਚੁੱਕੇ ਜਾਣ, ਉਹ ਸਵਾਲਾਂ ਤੋਂ ਮੈਨੂੰ ਇਤਰਾਜ਼ ਹੈ ਕਿ ਹਰ ਬੰਦਾ ਇੱਥੇ ਇਕੁਅਲ ਰਾਈਟ ਰੱਖਦਾ, ਠੀਕ ਹੈ, ਰਾਈਟ ਟੂ ਇਕੁਐਲਿਟੀ ਹੈ ਸਾਡੀ, ਅਸੀਂ ਇੱਕ ਦੂਸਰੇ ਦੇ ਨਾਲ ਖੜਾਂਗੇ। ਤੁਹਾਨੂੰ ਜਿਹਨੂੰ ਫਿਰ ਅਸੀਂ ਕਿਹਾ ਵੀ ਜਿਹਨੂੰ ਯਾਰ ਜੋ ਤਕਲੀਫ ਹੁੰਦੀ ਹੈ ਹੋਈ ਜਾਵੇ, ਸਾਨੂੰ ਕੋਈ ਦਿੱਕਤ ਨਹੀਂ ਹੈ, ਠੀਕ ਹੈ, ਅਸੀਂ ਆਪਣੇ ਕਿਸਾਨ ਵੀਰਾਂ ਲਈ ਡੇ 1 ਤੋਂ ਖੜੇ ਹਾਂ, ਠੀਕ ਹੈ,
ਅੱਗੇ ਵੀ ਖੜਾਂਗੇ ਹਮੇਸ਼ਾ ਇਨਸ਼ਾਅੱਲਾ ਅੱਲਾ ਜਿੰਨੀ ਹਿੰਮਤ ਦਊਗਾ ਅਸੀਂ ਉੱਥੇ ਖੜਾਂਗੇ ਵੀ। ਉਹਨਾਂ ਦੇ ਨਾਲ ਅਗਰ ਸਾਨੂੰ ਕੋਈ ਵੀ ਉਹ ਝੱਲਣਾ ਪਿਆ, ਕੋਈ ਮੁਸੀਬਤ ਝੱਲਣੀ ਪਈ ਤਾਂ ਅਸੀਂ ਉਹ ਵੀ ਝੱਲਣ ਨੂੰ ਤਿਆਰ ਹਾਂ, ਕਿ ਉਹ ਸਾਡੇ ਵਾਸਤੇ ਹੁਣ ਲੜ ਰਹੇ ਨੇ। ਆਮ ਲੋਕ ਜਿਹੜੇ ਗਰੀਬ ਲੋਕ ਨੇ ਵਿਚਾਰੇ, ਇਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਜਿਹੜੇ ਕਿਸਾਨ ਬੈਠੇ ਨੇ ਉਹ ਇਹਨਾਂ ਵਾਸਤੇ ਹੀ ਬੈਠੇ ਨੇ। ਇਹਨਾਂ ਦੀ ਜਿਹੜੀ ਆ ਰੋਟੀ ਹੁਣ ਖਾ ਰਹੇ ਨੇ, ਜਿਹੜੀਆਂ ਹੁਣ 2 ਰੋਟੀਆਂ ਸ਼ਾਮ ਨੂੰ ਬੱਚਿਆਂ ਨੂੰ ਖਿਲਾ ਦਿੰਦੇ ਨੇ, ਇਹ ਜਦੋਂ ਅਮੀਰਾਂ ਦੀਆਂ ਤਿਜੋਰੀਆਂ ਦੇ ਵਿੱਚ ਬੰਦ ਹੋ ਜਾਊਗੀ ਰੋਟੀ, ਇਹਨਾਂ ਦੇ ਬੱਚੇ ਰੋਟੀ ਨੂੰ ਤਰਸਦੇ ਹੋਣਗੇ, ਫਿਰ ਇਹਨਾਂ ਦੀ ਯਾਦ ਆਊਗਾ ਕਿ ਹਾਂ ਯਾਰ ਇੱਕ ਉਹ ਪ੍ਰੋਟੈਸਟ ਹੋਇਆ ਸੀਗਾ, ਉਹ ਸ਼ਾਇਦ ਇਸੇ ਕੰਮ ਵਾਸਤੇ ਹੋਇਆ ਸੀ ਕਿ ਉਹ ਤਿਜੋਰੀ ਜਿਹੜੀ ਬੰਦ ਰੋਟੀ ਪਈ ਉਹ ਅੱਜ ਮੇਰੇ ਬੱਚੇ ਦੇ ਮੂੰਹ ਦੇ ਵਿੱਚ ਹੁੰਦੀ। ਉਸ ਟਾਈਮ ਇਹ ਰੋਣਗੇ ਆਪਣੀ ਅੱਖਾਂ ਦੇ ਵਿੱਚ, ਠੀਕ ਹੈ। ਇਹ ਮਗਰ ਉਸ ਟਾਈਮ ਇਹਨਾਂ ਕੋਲੇ ਕੋਈ ਚਾਰਾ ਨਹੀਂ। ਅੱਜ ਜਿਹੜੇ ਲੋਕ ਇਹ ਰੋਂਦੇ ਹੁੰਦੇ ਸੀਗੇ, ਇੱਥੇ ਉਹਦੇ ਡਰਾਮੇਬਾਜ਼ੀਆਂ ਕਰਦੇ, ਸਾਈਕਲ ਲੈ ਨਿਕਲਦੇ ਹੁੰਦੇ ਸੀਗੇ 45-50 ਰੁਪਏ ਜਦੋਂ ਪੈਟਰੋਲ ਹੁੰਦਾ ਸੀਗਾ, ਅੱਜ 100 ਰੁਪਏ ਹੋ ਗਿਆ। ਕੋਈ ਕੁਛ ਕੀ ਇਹਨਾਂ ਦੇ ਵਿੱਚੋਂ ਬਿਲਕੁਲ, ਯਾਨੀ ਕਿ ਧਰਮ ਦੀ ਅਫੀਮ ਚਟਾ ਕੇ ਇਹਨਾਂ ਨੇ ਮੁਲਕ ਨੂੰ ਇਸੇ ਤਰੀਕੇ ਦੇ ਨਾਲ ਗੁੰਮਰਾਹ ਕੀਤਾ ਹੋਇਆ ਕਿ ਲੋਕਾਂ ਦੀਆਂ ਲਾਸ਼ਾਂ ਯਾਰ ਨਦੀਆਂ ਦੇ ਵਿੱਚ ਬਹਿ ਰਹੀਆਂ ਨੇ। ਉਹਦੇ ਬਾਵਜੂਦ ਤਾਂ ਮੈਂ ਕਹਿੰਦਾ ਤੁਸੀਂ ਯਾਰ ਹੋਰ ਇਸ ਤੋਂ ਘਟੀਆਪਨ, ਮੈਂ ਸਾਫ਼ ਕਹੂੰਗਾ, ਮੈਨੂੰ ਕੋਈ ਇਹਦੇ ਚ ਇਸ ਤੋਂ ਘਟੀਆਪਨ ਹੋਰ ਕੀ ਹੋ ਸਕਦਾ ਕਿ ਅੱਜ ਵੀ ਅਸੀਂ ਇਹ ਬੰਦਿਆਂ ਨੂੰ ਸਪੋਰਟ ਕਰ ਰਹੇ ਹਾਂ ਯਾਰ। ਮੈਂ ਲਾਨਤ ਉਹਨਾਂ ਬੰਦਿਆਂ ਦੇ ਉੱਪਰ ਭੇਜੂਗਾ, ਠੀਕ ਹੈ, ਕਿ ਜਿਹੜੇ ਬੰਦੇ ਆਪਣੇ ਰਿਸ਼ਤੇਦਾਰਾਂ ਦੀਆਂ, ਆਪਣੇ ਉਹਨਾਂ ਦੀਆਂ, ਉਹ ਕੋਈ ਜਿਹੜਾ ਹੁਣ ਆਹ ਬਿਮਾਰੀ ਫੈਲੀ ਹੈ, ਇਹ ਉੱਥੇ ਰੈਲੀਆਂ ਕਰਦੇ ਰਹੇ ਨੇ। ਇਹਨਾਂ ਨੇ ਲੋਕਡਾਊਨ ਪਹਿਲਾਂ ਇਹਨਾਂ ਨੇ ਟਰੰਪ ਕਰਕੇ ਇੰਡੀਆ ਦੇ ਵਿੱਚ ਅਲਾਉ ਕਰੀ ਰੱਖਿਆ। ਜਦੋਂ ਇੱਕ ਪਤਾ ਲੱਗਿਆ ਕਿ ਵਾਇਰਸ ਉੱਥੇ ਫੈਲ ਗਿਆ, ਇਹਨਾਂ ਨੂੰ ਪਤਾ ਨਹੀਂ ਸੀਗਾ ਕਿ ਹਾਂ ਵਾਇਰਸ ਇੱਥੇ ਵੀ, ਜੇ ਇਹਨਾਂ ਨੂੰ ਇਮੀਡੀਏਟਲੀ ਏਅਰਪੋਰਟ ਬੰਦ ਕਰ ਦੇਣੇ ਚਾਹੀਦੇ ਸੀਗੇ, ਅੰਦਰ ਕਿਵੇਂ ਆ ਜਾਂਦੀ ਬਿਮਾਰੀ ਇੰਡੀਆ ਦੇ ਵਿੱਚ। ਇਹਨਾਂ ਨੇ ਟਰੰਪ ਨੂੰ ਬੁਲਾ ਕੇ ਸਿਰਫ ਉੱਥੇ ਉਹ ਕਰਨ ਦੀ ਕੋਸ਼ਿਸ਼ ਕੀਤੀ, ਆਪਣੇ ਨੰਬਰਬਾਜ਼ੀ ਕਰਨ ਦੀ, ਕਿ ਹਾਂ ਜੀ ਅਸੀਂ ਟਰੰਪ ਸਾਹਿਬ ਤੁਹਾਡੇ ਲਈ ਏਡਾ ਬੜਾ ਉਹ ਰੈਲੀਆਂ ਆਰਗੇਨਾਈਜ਼ ਕਰ ਰਹੇ ਹਾਂ। ਉਹ ਟਰੰਪ ਵੀ ਹਾਰ ਗਿਆ ਔਰ ਇਹਨਾਂ ਨੇ ਉਹ ਬਿਮਾਰੀਆਂ ਫਿਰ ਇਹਨਾਂ ਨੇ ਮੁਸਲਿਮ ਦੇ ਉੱਪਰ ਮੜਨ ਦੀ ਕੋਸ਼ਿਸ਼ ਕੀਤੀ, ਠੀਕ ਹੈ। ਤੁਸੀਂ ਜਦੋਂ ਇਮੀਡੀਏਟਲੀ ਤੁਸੀਂ ਏਅਰਪੋਰਟ ਬੰਦ ਕਰ ਦਿੰਦੇ ਤਾਂ ਬਾਹਰੋਂ ਅੰਦਰ ਆ ਹੀ ਨਹੀਂ ਸਕਦਾ ਸੀਗਾ ਕੋਈ। ਪੂਰਾ ਮੁਲਕ ਬੰਦ ਕਰਨਾ ਆਸਾਨ ਸੀ ਜਾਂ ਏਅਰਪੋਰਟ ਬੰਦ ਕਰਨੇ ਆਸਾਨ ਸੀਗੇ? ਫੇਰ ਕਿਹੜਾ ਨਹੀਂ ਏਅਰਪੋਰਟ ਬੰਦ ਹੋਏ। ਇਹ ਗਲਤੀਆਂ ਨਾਕਾਮੀਆਂ ਇਹਨਾਂ ਦੀਆਂ ਰਹੀਆਂ। ਹੁਣ ਜਦ ਦੁਬਾਰਾ ਸੈਕਿੰਡ ਵੇਵ ਦੇ ਵਿੱਚ ਇਹ ਰੈਲੀਆਂ ਕਰਦੇ ਰਹੇ ਨੇ ਉੱਥੇ, ਔਰ ਸਾਰੀ ਪੈਂਡੈਮਿਕ ਜਿਹੜੀ ਦੁਬਾਰਾ ਫੈਲੀ ਹੈ, ਔਰ ਦੇਖੋ ਕਿੰਨਾ ਡਿਜ਼ਾਸਟਰ ਆਇਆ ਕਿ ਲੋਕਾਂ ਨੂੰ ਸ਼ਵ ਆਪਣੇ ਸੰਸਕਾਰ ਕਰਨ ਵਾਸਤੇ ਯਾਰ ਹੋਣੀ ਸੀ। ਫੇਰ ਜਿਹੜੇ ਲੋਕਾਂ ਨੂੰ ਬਦਨਾਮ ਕਰਦੇ ਸੀਗੇ ਉਹੀ ਮੁਸਲਿਮ, ਉਹੀ ਸਿੱਖ ਵਿਚਾਰੇ ਜਾ ਕੇ ਉੱਥੇ ਯਾਰ ਆਕਸੀਜਨ ਸਿਲੰਡਰਾਂ ਦੇ ਲੰਗਰ ਲਾ ਰਹੇ ਸੀਗੇ ਉਸ ਟਾਈਮ। ਉਹ ਚੰਗਾ ਪੱਖ ਕਦੇ ਨਹੀਂ ਦਿਖਾਇਆ ਗਿਆ ਹੈ। ਸਾਡਾ ਚੰਗਾ ਪੱਖ ਨਹੀਂ ਕਦੇ ਵੀ ਦਿਖਾਇਆ ਜਾਂਦਾ। ਜਦੋਂ ਸਰਕਾਰ ਦੇ ਕੁਝ ਨੁਮਾਇੰਦੇ ਨੇ, ਕੁਝ ਟੀਵੀ ਚੈਨਲਸ ਨੇ ਇਹ ਵੀ ਦਿਖਾਇਆ ਕਿ ਜੋ ਕਰੋਨਾ ਨੂੰ ਕਿਹਾ ਗਿਆ ਕਿ ਤਬਲੀਗੀ ਜਿਹੜੀ ਜਮਾਤ ਹੈ ਸ਼ਾਹੀਨ ਬਾਗ ਦੇ ਨਾਲ ਜੋੜਿਆ ਗਿਆ ਜੀ, ਉਸ ਬਿਆਨ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਉੱਥੇ ਜਿਹੜਾ ਨਿਜ਼ਾਮੁਦੀਨ ਮਰਕਜ਼ ਹੈ, ਉੱਥੇ ਤੁਸੀਂ ਦੇਖੋਗੇ ਇੱਕ ਥਾਣਾ ਹੈ ਉੱਥੇ ਲੋਕਲ, ਉਹਦੇ ਵਿੱਚ ਕਿਹੜੀ ਬੰਗਲੇ ਵਾਲੀ ਮਸਜਿਦ ਵਾਲਾ, ਉੱਥੇ ਥਾਣਾ ਹੈ। ਤੁਸੀਂ ਗਏ ਹੋ ਉੱਥੇ? ਉਹ ਥਾਣੇ ਦੇ ਵਿੱਚ ਕੋਈ ਵੀ ਜਿਹੜੇ ਬਾਹਰੋਂ ਜਮਾਤ ਆਉਂਦੀ ਹੈ ਨਾ, ਤਾਂ ਉੱਥੇ ਰਜਿਸਟਰ ਕਰਾਉਂਦੇ ਨੇ ਉਹ, ਠੀਕ ਹੈ, ਕਿ ਅਸੀਂ ਵੀ ਇੱਥੋਂ ਇੰਡੋਨੇਸ਼ੀਆ ਤੋਂ ਆਏ ਨੇ ਜਾਂ ਨੇਪਾਲ ਤੋਂ ਆਏ ਨੇ ਜਾਂ ਉੱਥੋਂ ਬਾਹਰੋਂ ਮੁਸਲਿਮ ਦੀ ਜਿਹੜੀ ਜਮਾਤਾਂ ਆਉਂਦੀਆਂ, ਇਹਨਾਂ ਕੋਲੇ ਪ੍ਰੋਪਰ ਇਨਫੋਰਮੇਸ਼ਨ ਸੀਗੀ ਕਿ ਕਿੰਨੀਆਂ ਜਮਾਤਾਂ ਆਈਆਂ, ਕਿੰਨੇ ਬੰਦੇ ਆਏ। ਤਾਂ ਕੀ ਇਹਨਾਂ ਦਾ ਫਰਜ਼ ਨਹੀਂ ਬਣਦਾ ਸੀ ਕਿ ਜਿਹੜੇ ਬਾਹਰੋਂ ਬੰਦੇ ਆਏ ਨੇ, ਬਾਹਰ ਇੱਕ ਯਾਨੀ ਕਿ ਚਾਈਨਾ ਤੋਂ ਸਮਝ ਲਓ ਇੱਕ ਵਾਇਰਸ ਉੱਠਿਆ ਔਰ ਸਾਰੀ ਬਿਮਾਰੀ ਹੋਰ ਦੇਸ਼ਾਂ 'ਚ ਫੈਲੀ ਹੋਈ ਹੈ, ਜਿਹੜੇ ਉਹ ਮੁਲਕਾਂ ਤੋਂ ਲੋਕ ਇੱਧਰ ਆਏ ਨੇ, ਕਿਉਂ ਨਾ ਉਹਨਾਂ ਦੀ ਟੈਸਟ ਕਰ ਲੈਂਦੇ ਇਕੱਲੇ, ਉਹਨਾਂ ਨੂੰ ਟੈਸਟ ਕਰਾ ਕੇ ਹੀ ਅੰਦਰ ਜਾਣ ਦਿੰਦੇ। ਜਦੋਂ ਤੁਹਾਨੂੰ ਇਨਫੋਰਮੇਸ਼ਨ ਮਿਲ ਗਈ ਕਿ ਹਾਂਜੀ ਇੰਨੀਆਂ ਜਮਾਤਾਂ ਆਈਆਂ, ਉਹ ਜਮਾਤ ਐਂਟਰੀ ਤੋਂ ਬਿਨਾਂ ਨਹੀਂ ਅੰਦਰ ਜਾਣ ਦਿੰਦੇ, ਠੀਕ ਆ, ਉਹ ਉੱਥੇ ਇਨਫੋਰਮੇਸ਼ਨ ਦਿੰਦੇ ਨੇ ਫਿਰ ਅੰਦਰ ਐਂਟਰੀ ਕਰਨ ਦਿੰਦੇ ਨੇ। ਇਹਨਾਂ ਦਾ ਫਰਜ਼ ਬਣਦਾ ਸੀ ਉੱਥੇ ਡਾਕਟਰ ਦੀ ਟੀਮ ਬਣਾ ਕੇ ਉਹਨਾਂ ਨੂੰ ਪਹਿਲਾਂ ਟੈਸਟ ਕਰਾਉਂਦੇ ਫਿਰ ਅੰਦਰ ਜਾਣ ਦਿੰਦੇ। ਇਹਨਾਂ ਨੇ ਜਾਣ ਬੁੱਝ ਕੇ ਮੜਨ ਦੇ ਲਈ ਮੈਂ ਕਹੂੰਗਾ ਸਾਜ਼ਿਸ਼ ਕੀਤੀ ਹੈ ਕਿ ਚਲੋ ਬਾਹਰੋਂ ਆਏ ਨੇ, ਇਹਨਾਂ ਵਿੱਚੋਂ ਇੱਕ ਅੱਧਾ ਕੋਈ ਹੋ ਗਿਆ ਕਰੋਨਾ, ਸਾਨੂੰ ਮੌਕਾ ਮਿਲ ਜਾਊਗਾ। ਉਹ ਹੈ ਤਾਂ ਗਲਤੀਆਂ ਸੀਗੀਆਂ ਟਰੰਪ ਵਾਲੀਆਂ, ਜਿਹੜੇ ਉਹ ਇਹਨਾਂ ਨੇ ਬੜੀਆਂ ਰੈਲੀਆਂ ਉਸ ਟਾਈਮ ਕੀਤੀਆਂ ਨੇ, ਠੀਕ ਹੈ। ਇਹਨਾਂ ਨੇ ਉਹ ਵੀ ਮੁਸਲਿਮਸ ਤੇ ਪਾ ਦੋ, ਉਹ ਸਾਡੀ ਵੋਟ ਵੀ ਪੋਲਰਾਈਜ਼ ਹੋ ਜੂਗੀ, ਮੁਸਲਮਾਨਾਂ ਨੂੰ ਲੋਕ ਇਹ ਗਾਲਾਂ ਕੱਢਦੇ ਫਿਰੀ ਜਾਣਗੇ, ਸਾਡਾ IT ਵਿੰਗ, ਉਹਦੇ ਨਾਲ ਇਹ ਬਦਨਾਮ ਹੋਰ ਹੋ ਜਾਣਗੇ, ਸਾਡੀ ਫੇਰ ਬੱਲੇ ਬੱਲੇ। ਯਾਨੀ ਕਿ ਐਸੀਆਂ ਘਟੀਆ ਰਾਜਨੀਤੀਆਂ, ਠੀਕ ਹੈ। ਹੁਣ ਮੈਂ ਕਹੂੰਗਾ ਜਿਹੜੀਆਂ ਹੁਣ ਦੁਬਾਰਾ ਸੈਕਿੰਡ ਵੇਵ ਦੇ ਵਿੱਚ ਇੰਨੀਆਂ ਮੌਤਾਂ ਹੋਈਆਂ, ਉਹਦਾ ਜ਼ਿੰਮੇਵਾਰ ਕੌਣ ਹੈ? ਕੌਣ ਕਰ ਰਿਹਾ ਸੀਗਾ ਰੈਲੀਆਂ ਬੰਗਾਲ ਦੇ ਵਿੱਚ, ਐਡੇ ਇਕੱਠ ਦੇ ਵਿੱਚ, ਐਡੀਆਂ ਵੱਡੀਆਂ ਰੈਲੀਆਂ ਕਰਕੇ ਸ਼ਾਮ ਨੂੰ ਤੁਸੀਂ ਉੱਥੇ ਮੀਟਿੰਗ ਕਰ ਰਹੇ ਹੋ, ਉੱਥੇ ਡਿਸਟੈਂਸ ਨਾਲ ਬੈਠੇ ਹੋ, ਠੀਕ ਹੈ, ਐਡੀਆਂ ਕੁਰਸੀਆਂ ਦੂਰ ਕਰਕੇ ਕਿ ਹਾਂਜੀ ਅਸੀਂ ਸਾਨੂੰ ਤਾਂ ਫਿਕਰ ਹੀ ਬਹੁਤ ਹੈ, ਸੋਸ਼ਲ ਡਿਸਟੈਂਸਿੰਗ ਦੀ ਵੀ ਇਸ ਤਾਂ ਫੋਲੋ ਕਰਕੇ ਵੀ ਇਸ ਤਾਂ ਮੀਟਿੰਗ ਦੇ ਵਿੱਚ ਵੀ ਇੰਨੀ ਦੂਰ ਬੈਠੇ ਔਰ ਲਾਕਡਾਊਨ ਕਰ ਦੋ, ਆਹ ਕਰ ਦੋ। ਤੁਸੀਂ ਉੱਥੇ ਕਿਉਂ ਨਹੀਂ ਪੋਸਟਪੋਨ ਕਰ ਦਿੰਦੇ ਇਲੈਕਸ਼ਨ?
ਬਿਲਕੁਲ ਏਡੀ ਕੁ ਵੱਡੀ ਗੱਲ, ਲੋਕਾਂ ਦੀਆਂ ਜਾਨਾਂ ਨਾਲੋਂ ਇਲੈਕਸ਼ਨ ਥੋੜੀ, ਮਗਰ ਹਾਂ ਇਹਨਾਂ ਨੂੰ ਤਾਂ ਆਪਣੀ ਕੁਰਸੀਆਂ ਜ਼ਿਆਦਾ, ਇੱਥੋਂ ਤਾਂ ਸਾਫ਼ ਇਹੀ ਜ਼ਾਹਰ ਹੁੰਦਾ ਕਿ ਲੋਕਾਂ ਦੀਆਂ ਜਾਨਾਂ ਨਾਲੋਂ ਇਹਨਾਂ ਨੂੰ ਆਪਣੀਆਂ ਕੁਰਸੀਆਂ, ਆਪਣੀ ਸੱਤਾ ਜ਼ਿਆਦਾ ਪਿਆਰੀ ਹੈ। ਇੱਥੇ ਸੌਰੀ ਦਰਸ਼ਕਾਂ ਨੂੰ ਦੱਸ ਦਈਏ ਕਿ ਹੁਣ ਇੱਕ ਲੇਟੈਸਟ ਨਿਊਜ਼ ਆਈ ਹੈ ਕਿ ਅਮਰੀਕਾ 8 ਕਰੋੜ ਵੈਕਸੀਨੇਸ਼ਨ ਭਾਰਤ ਭੇਜੇਗਾ ਕੋਵਿਡ ਦੀ, ਐਂਟੀ ਕੋਵਿਡ 8 ਕਰੋੜ ਵੈਕਸੀਨੇਸ਼ਨ ਭਾਰਤ ਭੇਜੇਗਾ ਜੀ। ਫਰੂਕੀ ਸਾਹਿਬ, ਜਿਹੜੀ ਤੁਹਾਡੀ ਗੱਲ ਵਿਚਾਲੇ, ਇਸ ਤੋਂ ਪਹਿਲਾਂ ਜਿਹੜੀ ਵੈਕਸੀਨੇਸ਼ਨ ਆਈ ਸੀਗੀ ਅਮਰੀਕਾ ਤੋਂ, ਉਹ ਉਹਨਾਂ ਨੇ ਸਟੇਟਸ ਵਾਸਤੇ ਭੇਜੀ ਸੀਗੀ ਡਾਇਰੈਕਟਲੀ, ਕਿ ਉਹ ਸਟੇਟਸ ਦੇ ਵਿੱਚ ਜਾਏਗੀ। ਇਹਨਾਂ ਨੇ ਉੱਥੋਂ 에ਅਰਪੋਰਟ ਤੋਂ ਹੀ ਨਹੀਂ ਚੱਕਣ ਦਿੱਤੀ ਉਹ। ਹਾਂ ਬਿਲਕੁਲ, ਜਿਹੜੀ ਅਮਰੀਕਾ ਉਹਨਾਂ ਨੇ ਖਰੀਦ ਕੇ ਡੋਨੇਟ ਕਰ ਰਹੇ ਨੇ ਜੀ, ਇਹ ਵੀ ਬੜੀ ਵੱਡੀ ਗੱਲ ਹੈ ਜੀ। ਇਹਨਾਂ ਨੇ ਕਿਉਂਕਿ ਵੀ ਸਟੇਟ ਉਹਦੇ ਵਿੱਚ ਕਿਤੇ ਉਹ ਨਾ ਹੋ ਜਾਵੇ ਵੀ ਡਾਇਰੈਕਟ ਸਾਡੇ ਜ਼ਰੀਏ ਜਾਵੇ, ਵੀ ਸਾਡੀ ਕਿਤੇ ਵੀ ਉਹ ਹੋਵੇ ਤਾਂ ਅਸੀਂ ਆਪਣੇ ਆਪ ਨੂੰ ਸ਼ੋਅ ਕਰੀਏ ਕਿ ਅਸੀਂ ਯਾਰ ਵੀ ਐਫਰਟ ਲਾ ਕੇ ਵੀ ਤੁਹਾਡੇ ਵਾਸਤੇ ਲੈ ਕੇ ਆਏ ਹਾਂ। ਉਹਨਾਂ ਨੇ ਡਾਇਰੈਕਟਲੀ, ਉਹਨਾਂ ਨੂੰ ਪਤਾ ਸੀਗਾ ਵੀ ਇਹਨਾਂ ਨੇ ਇਹਦੇ ਵਿੱਚ ਵੀ ਉਹ ਕਰ ਦੇਣਾ, ਘਪਲਾ ਕਰ ਦੇਣਾ। ਉਹ ਕਹਿੰਦੇ ਅਸੀਂ ਡਾਇਰੈਕਟ ਸਟੇਟਸ ਨੂੰ ਦੇਵਾਂਗੇ, ਜਿਹੜੀਆਂ ਸਟੇਟਸ ਗਵਰਨਮੈਂਟ, ਇਹਨਾਂ ਨੇ ਉਹ ਚੱਕੀਆਂ ਹੀ ਨਹੀਂ ਹੈਗੀਆਂ ਸੀਗੀਆਂ। ਕਿੰਨੇ ਦਿਨ ਉੱਥੇ 에ਅਰਪੋਰਟ ਤੇ ਸੜਦੀਆਂ ਰਹੀਆਂ ਵੈਕਸੀਨ। ਫਰੂਕੀ ਸਾਹਿਬ, ਦੇਖਣ ਵਿੱਚ ਆਇਆ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਪ੍ਰਸ਼ਾਸਨ ਦਾ ਜਿਹੜਾ ਵਤੀਰਾ ਹੈ ਤੁਹਾਡੇ ਨਾਲ ਵੀ ਥੋੜਾ ਮਤਰੇਈ ਮਾਂ ਵਾਲਾ ਹੋ ਰਿਹਾ, ਤੇ ਉਹਦੇ ਬਾਰੇ ਕੀ ਮਤਲਬ, ਉਹ ਕੀ ਇਸ਼ੂ ਕੀ ਹੈ? ਇਸ਼ੂ ਜਦੋਂ ਤੋਂ ਕੇਸ ਇਹ ਜਿਹੜਾ ਕਠੂਆ ਗੈਂਗ ਰੇਪ ਐਂਡ ਮਰਡਰ ਕੇਸ, ਜਦੋਂ ਇਹਦਾ ਫੈਸਲਾ ਆਇਆ 10 ਜੂਨ ਨੂੰ ਹੀ ਆਇਆ ਸੀ। ਅੱਜ ਦੇ ਦਿਨ 2 ਸਾਲ ਪਹਿਲਾਂ 2019 ਦੇ ਵਿੱਚ ਆਇਆ ਸੀ। ਤਾਂ ਇਹਨਾਂ ਵੱਲੋਂ ਸਾਜ਼ਿਸ਼ਾਂ ਕੁਝ ਦਿਨ ਪਹਿਲਾਂ ਮੇਰੇ ਖਿਲਾਫ ਸ਼ੁਰੂ ਕਰ ਦਿੱਤੀਆਂ ਕਿ ਇਸ ਲੋਕਲ ਪੋਲੀਟੀਸ਼ੀਅਨ ਹੈ, ਹੁਣ ਰਿਟਾਇਰ ਹੋਇਆ ਪਿੱਛੇ ਜਿਹਾ, ਠੀਕ ਹੈ, ਇਹ ਪਾਵਰ ਦੇ ਵਿੱਚ ਬੈਠ ਕੇ ਉਹਨੇ ਇੰਨੀ ਮਿਸਯੂਜ਼ ਕੀਤੀ ਆਪਣੀ ਪਾਵਰ, ਠੀਕ ਹੈ, ਬੰਦੇ ਨੇ। ਉਹਨੂੰ ਇਹ ਹੋ ਗਿਆ ਕਿ ਯਾਰ ਵੀ ਇਹ ਕੱਲ ਦਾ ਜਵਾਕ ਹੈ, ਵੀ ਠੀਕ ਹੈ, ਵੀ ਇਹ ਪਹਿਲਾਂ ਮੈਂ ਇਹਦੇ ਨਾਲ ਜੁੜਿਆ ਵੀ ਰਿਹਾ, ਵੀ ਇਹ ਹੁਣ ਆਪ ਕਿਤੇ, ਠੀਕ ਹੈ। ਜਦ ਕਿ ਸਾਡੀ ਕਦੇ ਜ਼ਿੰਦਗੀ ਦੇ ਵਿੱਚ ਇਹ ਨਹੀਂ ਰਹੀ ਕਿ ਅਸੀਂ ਕੋਈ ਪੋਲੀਟਿਕਸ, ਅਸੀਂ ਕਹਿੰਦੇ ਅਸੀਂ ਖਿਦਮਤਗਾਰ ਬੰਦੇ ਹਾਂ ਯਾਰ, ਸਾਨੂੰ ਖਿਦਮਤ ਕਰਕੇ ਵੀ ਸਾਨੂੰ ਇਹ ਸਾਡਾ ਇਮਾਨ ਹੈ ਕਿ ਅੱਲਾਹ ਤਾਲਾ ਪਤਾ ਨਹੀਂ ਯਾਰ ਕਿਹੜੀ ਗੱਲੋਂ ਖੁਸ਼ ਹੋ ਜਾਵੇ, ਠੀਕ ਹੈ। ਹੋਰ ਤਾਂ ਸਾਡੇ ਅਮਾਲ ਐਸੇ ਹੈ ਨਹੀਂ ਵੀ ਅਸੀਂ, ਠੀਕ ਹੈ, ਮਰ ਕੇ ਅਸੀਂ ਸੋਚ ਲਈਏ ਕਿ ਜੰਨਤ 'ਚ ਚਲੇ ਜਾਵਾਂਗੇ। ਕੋਈ ਐਸਾ ਯਾਰ ਪੁੰਨ ਦਾ ਕੰਮ ਕਰ ਜਾਈਏ ਜਿਹਦੇ ਨਾਲ ਅਸੀਂ ਜੰਨਤ ਜਾਣ ਜੋਗੇ ਅਸੀਂ ਕਿਤੇ ਉਹ ਹੋ ਜੀ ਸੋਚ ਲਈਏ, ਯਾਨੀ ਕਿ ਉਹ ਤਾਂ ਅੱਲਾ ਦੇ ਹੱਥ ਦੇ ਵਿੱਚ ਹੈ ਕਿ ਕਿਹਨੂੰ ਭੇਜਣਾ ਕਿਹਨੂੰ ਨਹੀਂ। ਤਾਂ ਵੀ ਅਸੀਂ ਉਹ ਖਿਦਮਤ ਕਰਨਾ ਚਾਹੁੰਦੇ। ਇਹ ਲੋਕ ਐਡੇ ਜ਼ਿਆਦਾ, ਮੈਂ ਕਹਿੰਦਾ, ਘਟੀਆ ਜ਼ਹਿਨੀਅਤ ਦੇ ਬੰਦੇ ਨੇ, ਜਿਹੜੇ ਇਹਨਾਂ ਨੂੰ ਇਹ ਹੋ ਗਈ ਐਪਰੀਹੈਂਸ਼ਨ ਕਿ ਯਾਰ ਇਹ ਕੱਲ ਨੂੰ ਕਿਤੇ ਪੋਲੀਟਿਕਸ 'ਚ ਨਾ ਆ ਜਾਵੇ ਜਾਂ ਕੋਈ ਹੋਰ ਨਾ ਹੋ ਜਾਵੇ। ਇਹਨੇ ਆਪਣੇ ਜਿਹੜੇ ਹੈਗੇ ਸੀਗੇ ਇਹਨਾਂ ਦੇ ਜਿਹੜੇ ਰੱਖੇ ਹੁੰਦੇ ਨੇ ਅੱਗੇ ਗੂੰਜ, ਅੱਗੇ ਗੁੰਡੇ, ਠੀਕ ਹੈ, ਉਹਨਾਂ ਦੇ ਜ਼ਰੀਏ ਮੇਰੇ ਖਿਲਾਫ ਪ੍ਰੋਪੋਗੰਡੇ ਸ਼ੁਰੂ ਕਰਾਤੇ। ਪਹਿਲਾਂ ਤਾਂ ਇਹਨਾਂ ਨੇ ਕਰਾਤਾ ਜੀ ਕਿ ਇਹ ਸਾਰੇ ਤਾਂ ਜੀ ਬਰੀ ਹੋ ਗਏ, ਵੀ ਇਹ ਮਿਲ ਗਿਆ ਮੈਂ, ਯਾਨੀ ਕਿ ਵੀ ਉਹ ਸਾਰੇ ਬੰਦੇ ਜੀ ਬਰੀ ਹੋ ਗਏ। ਇਹਨਾਂ ਨੇ ਥੋੜੇ ਦਿਨ ਪਹਿਲਾਂ ਮੈਨੇ ਬਲਕਿ ਅਖਬਾਰ 'ਚ ਲਵਾ ਕੇ ਵੀ ਯਾਰ ਹਲੇ ਫੈਸਲਾ ਤਾਂ ਆ ਜਾਂਦੋ ਯਾਰ, ਠੀਕ ਹੈ, ਵੀ ਤੁਸੀਂ ਪਹਿਲਾਂ ਹੀ ਬਕਵਾਸ ਕਰਨ ਲੱਗੇ ਵੀ ਬਰੀ ਹੋ ਗਏ ਜਾਂ ਉਹ ਹੋ ਗਏ, ਠੀਕ ਹੈ। ਫਿਰ ਇਹਨਾਂ ਨੇ ਕੀ ਕੀਤਾ ਜੀ, ਜਦੋਂ ਫੈਸਲਾ ਆ ਗਿਆ, ਇਹ ਜੀ ਐਲੀਗੇਸ਼ਨ ਬਹੁਤ ਜ਼ਿਆਦਾ ਗਲਤ ਐਲੀਗੇਸ਼ਨ, ਵੀ ਜੀ ਪੈਸੇ ਜੀ ਆਸਿਫਾ ਦੇ ਨਾਮ ਤੇ ਜੀ ਹੋਰ ਉਹ ਕਰ ਗਏ ਜੀ। ਵੀ ਮੈਂ ਦੱਸੋ ਯਾਰ, ਮੇਰਾ ਜ਼ਿੰਦਗੀ ਦੇ ਵਿੱਚ ਇੱਕ ਵੀ ਉਹ ਦਿਖਾ ਦਿਓ, ਠੀਕ ਹੈ, ਵੀ ਮੈਨੇ ਕਿਹਨੂੰ ਕੋਈ ਅਕਾਊਂਟ ਨੰਬਰ ਆਪਣਾ ਦਿੱਤਾ ਹੋਵੇ ਕਦੇ, ਜਾਂ ਕਿਸੇ ਨੂੰ ਪਤਾ ਵੀ ਹੋਵੇ। ਮੇਰਾ ਤਾਂ ਲੋਕਾਂ ਨੂੰ ਪਤਾ ਹੀ ਉਸ ਦਿਨ ਲੱਗਿਆ ਯਾਰ ਜਿਸ ਦਿਨ ਕੇਸ ਦਾ ਫੈਸਲਾ ਹੈ ਵੀ ਇਹ ਬੰਦਾ ਨਾਮ ਦਾ ਬੰਦਾ ਵੀ ਕੋਈ ਕੇਸ ਦੇ ਨਾਲ ਜੁੜਿਆ ਹੋਇਆ, ਜਿਹੜਾ ਬਾਹਰ ਪਤਾ ਲੱਗਿਆ। ਮਲੇਰਕੋਟਲੇ ਜ਼ਰੂਰ ਪਤਾ ਸੀਗਾ ਕਿਉਂਕਿ ਇੱਥੇ ਲੋਕਲ ਲੈਵਲ ਦੇ ਉੱਪਰ ਚਲੋ ਅਖਬਾਰਾਂ ਦੇ ਵਿੱਚ ਵੀ ਹੋਰ ਉਹਦੇ ਆਉਂਦਾ ਰਹਿੰਦਾ ਸੀ, ਮਗਰ ਪੂਰੇ ਇੰਡੀਆ ਦੇ ਵਿੱਚ ਉਦੋਂ ਪਤਾ ਲੱਗਿਆ ਜਦੋਂ ਮੈਂ ਮੀਡੀਆ ਦੇ ਵਿੱਚ ਆ ਕੇ ਬਰੀਫਿੰਗ, ਪ੍ਰੈਸ ਬਰੀਫਿੰਗ ਉੱਥੇ ਜਿਸ ਟਾਈਮ ਹੋਈ ਹੈ, ਉਸ ਟਾਈਮ ਪਤਾ ਲੱਗਿਆ। ਤਾਂ ਇਹਨਾਂ ਨੇ ਯਾਨੀ ਕਿ ਵੀ ਇਹ ਬੀਜੇਪੀ ਨਾਲ ਮਿਲ ਗਿਆ ਜੀ, ਇਹ ਉਹਦੇ ਨਾਲ ਮਿਲ ਗਿਆ ਜੀ, ਪਤਾ ਨਹੀਂ ਕੀ ਐਲੀਗੇਸ਼ਨਸ ਇਹਨਾਂ ਨੇ ਮੇਰੇ ਤੇ ਲਾਏ, ਬਹੁਤ ਹੀ, ਯਾਨੀ ਕਿ। ਤਾਂ ਮੈਂ ਬਹੁਤ ਸਬਰ ਕੀਤਾ, ਬਹੁਤ। ਮੈਨੂੰ ਕਿਸੇ ਨੇ ਬੰਦੇ ਨੇ ਸਮਝਾਇਆ ਵੀ, ਕਿਸੇ ਸੀਨੀਅਰ ਐਡਵੋਕੇਟ ਨੇ, ਕਿ ਯਾਰ ਇਹ ਜਾਣ ਕੇ ਟਰੈਪ ਕਰ ਰਹੇ ਨੇ, ਠੀਕ ਹੈ, ਵੀ ਪਿੱਛੇ ਇਹ ਬੰਦਾ ਜਿਹੜਾ ਰਿਟਾਇਰ ਹੋਇਆ ਉਹਨੀ ਆ ਲੋਕਲ ਐਮਐਲਏ ਦਾ ਹਸਬੈਂਡ ਸੀਗਾ, ਜਿਹੜਾ ਇਹ ਉਸ ਟਾਈਮ ਪੋਸਟ ਤੇ ਸੀਗਾ, ਡੀਜੀਪੀ ਦੀ ਪੋਸਟ ਦੇ ਉੱਪਰ। ਤੁਸੀਂ ਉਹਨਾਂ ਦਾ ਨਾਮ ਪਾਵਰ, ਹਾਂਜੀ ਹਾਂ। ਤੇ ਇਹ ਇਹਨਾਂ ਨੇ ਟਾਰਗੇਟ ਕਰਕੇ ਜੀ ਪੂਰਾ ਮੈਨੂੰ ਯਾਨੀ ਕਿ ਫਾਲਸ ਮੇਰੇ ਤੇ 3-4 ਪਰਚੇ ਦਰਜ ਕਰਤੇ ਜੀ, ਬਿਲਕੁਲ ਝੂਠੇ। ਜਨਾਬ, ਤੁਸੀਂ ਆਸਿਫਾ ਕੇਸ ਦੀ ਗੱਲ ਕੀਤੀ ਜੀ, ਮੈਂ ਥੋੜਾ ਦਰਸ਼ਕਾਂ ਨੂੰ ਦੱਸ ਦਿਆਂ। ਆਸਿਫਾ ਉਹ ਬੱਚੀ ਸੀ ਜਿਸ ਦੇ ਨਾਲ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਗੈਂਗ ਰੇਪ ਹੋਇਆ ਸੀ, ਜਿੱਥੇ ਬੜੀ ਦਰਿੰਦਗੀ, ਇੱਕ 8 ਸਾਲ ਦੀ ਬੱਚੀ ਨੂੰ ਇਹੋ ਜਿਹੀ ਸਜ਼ਾ, ਕਿਸ ਚੀਜ਼ ਦੀ ਸਜ਼ਾ ਜਗੜਾ ਸਾਹਿਬ, ਇੱਕ ਇਨਸਾਨੀਅਤ ਸ਼ਰਮਸਾਰ ਤੇ ਇਨਸਾਨੀਅਤ ਮਰ ਚੁੱਕੀ ਹੈ। ਕੀ ਕਹਿਣਾ ਚਾਹੋਗੇ ਤੁਸੀਂ?
ਨਹੀਂ ਬਿਲਕੁਲ ਸਰ, ਮੇਰੇ ਤਾਂ ਰੌਂਗਟੇ ਖੜੇ ਹੁੰਦੇ ਨੇ ਅਗਰ ਮੈਂ ਉਸ ਜਗ੍ਹਾ ਤੇ ਜਾਵਾਂ। ਜੀ। ਤਾਂ ਮੈਨੂੰ ਲੱਗਦਾ ਮੈਂ ਆਪਾਂ ਬਾਹਰ ਹੋ ਗਏ ਸ਼ਾਇਦ ਉਹਨਾਂ ਨੂੰ ਮੈਂ ਸ਼ੂਟ ਕਰਦਾ, ਕਿਉਂਕਿ ਹਰ ਇੱਕ ਬੰਦੇ ਦੇ ਕਿਉਂਕਿ ਜਦੋਂ ਤੁਸੀਂ ਆਪਣੇ ਘਰ 'ਚ ਵੀ ਬੱਚੀਆਂ ਨੇ, ਠੀਕ ਹੈ ਨਾ, ਆਪਾਂ ਘਰ ਤੋਂ 5 ਮਿੰਟ ਲਈ ਵੀ ਆਪਾਂ ਜਿਵੇਂ ਮੈਂ ਇੱਥੇ ਕੰਮ ਕਰਦਾ, ਮੈਂ ਇਸ ਪ੍ਰੋਗਰਾਮ ਨੂੰ ਆਫ ਹੋਣ ਤੋਂ ਬਾਅਦ ਮੈਂ ਸ਼ਾਇਦ ਤੁਹਾਡੇ ਨੂੰ 2 ਮਿੰਟ ਵੀ ਨਹੀਂ ਕਰੂੰਗਾ, ਕਿਉਂਕਿ ਮੈਨੂੰ ਐ ਹੁੰਦਾ ਮੈਂ ਆਪਣੇ ਬੱਚਿਆਂ ਦੇ ਕੋਲ ਜਾਵਾਂ। ਇੰਨੇ ਮਾਸੂਮ ਹੁੰਦੇ ਨੇ, ਆਪਾਂ ਉਹਨਾਂ ਨੂੰ ਲਾਡਾਂ ਪਿਆਰਾਂ ਦੇ ਨਾਲ ਪਾਲਦੇ ਹਾਂ, ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਵਹਿਸ਼ੀਪਣਾ ਕਰੇ ਕੋਈ, ਮੈਂ ਨਹੀਂ ਕਹਿੰਦਾ ਉਹ ਇਨਸਾਨ ਨੇ, ਹੈਵਾਨ ਨੇ ਜਾਂ ਸ਼ੈਤਾਨ, ਇਸ ਤੋਂ ਵੀ ਬੱਤਰ ਕੋਈ ਨਾਮ ਹੋ ਸਕਦਾ ਤਾਂ ਸ਼ਾਇਦ ਆਪਾਂ ਉਹਨਾਂ ਨੂੰ ਦਈਏ। ਜੀ। ਬਿਲਕੁਲ। ਫਰੂਕੀ ਸਾਹਿਬ, ਉਹ ਜਿਹੜਾ ਕੇਸ ਹੈ ਤੁਸੀਂ ਉਹਦੀ ਕਾਫੀ ਪੈਰਵਾਈ ਕੀਤੀ, ਤੇ ਜਿਹੜੇ ਵਕੀਲ ਸਾਹਿਬਾ ਸੀ ਉਹਨਾਂ ਦੇ ਨਾਲ ਕਾਫੀ ਨੇੜੇ ਤੋਂ ਤੁਸੀਂ ਹੋ ਕੇ ਕੰਮ ਕੀਤਾ। ਜੋ ਜੰਮੂ ਦੇ ਵਿੱਚ ਕੇਸ ਸੀ, ਕਾਫੀ ਜਦੋਜਹਿਦ ਕਰਕੇ ਪੰਜਾਬ ਪਠਾਨਕੋਟ ਦੇ ਵਿੱਚ ਕੇਸ ਆਇਆ। ਹੁਣ ਉਹ ਕੇਸ ਕੀ ਹੈ, ਕਿੱਥੇ ਹੈ ਤੇ ਉਸ ਦੀ ਕੀ ਦਸ਼ਾ ਹੈ? ਮੈਂ ਦੱਸਦਾ ਜੀ। ਸਭ ਤੋਂ ਪਹਿਲਾਂ ਇਹ ਜਦੋਂ ਕੇਸ ਹੋਇਆ ਤਾਂ ਸਾਨੂੰ ਜਦੋਂ ਪਤਾ ਲੱਗਿਆ ਤਾਂ ਅਸੀਂ ਇਮੀਡੀਏਟਲੀ ਗਏ ਕਠੂਆ, ਰਸਾਨਾ, ਉਹ ਫੈਮਿਲੀ ਨੂੰ ਮਿਲਣ ਵਾਸਤੇ, ਕਿ ਉਹਨਾਂ ਨੂੰ ਸਿੰਪਥੀ ਇੱਕ, ਠੀਕ ਹੈ ਵੀ, ਤਾਂ ਕਿ ਉਹਨਾਂ ਨਾਲ ਜਿਹੜਾ ਉਹਨਾਂ ਦੁੱਖ ਵੰਡਾਇਆ ਜਾਵੇ। ਜਦੋਂ ਅਸੀਂ ਉੱਥੇ ਪਹੁੰਚੇ ਤਾਂ ਪਤਾ ਲੱਗਿਆ ਕਿ ਫੈਮਿਲੀ ਵੱਲੋਂ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਇੱਕ ਪਟੀਸ਼ਨ ਪਾਈ ਗਈ ਹੈ ਵੀ ਕੇਸ ਟ੍ਰਾਂਸਫਰ ਕੀਤਾ ਜਾਵੇ ਜੰਮੂ ਤੋਂ ਪੰਜਾਬ, ਆਪਣੇ ਇੱਥੋਂ ਕਠੂਆ ਤੋਂ, ਜਿਹੜੀ ਹੀਰਾਨਗਰ ਜਿਹੜੀ ਉੱਥੇ ਦੀ ਉਹ ਸੀਗੀ, ਉੱਥੋਂ ਪੰਜਾਬ ਦੇ ਵਿੱਚ ਟਰਾਇਲ ਜਿਹੜਾ ਹੈਗਾ ਵੀ ਇਹ ਟ੍ਰਾਂਸਫਰ ਕੀਤਾ ਜਾਵੇ। ਤਾਂ ਮੈਡਮ ਇੰਦਰਾ ਜੈ ਸਿੰਘ ਸੀਗੇ ਜਿਹੜੇ ਆਪਣੇ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ, ਜਿਨ੍ਹਾਂ ਨੇ ਬਹਿਸ ਕਰਕੇ ਉੱਥੇ ਬਹੁਤ ਵਧੀਆ ਤਰੀਕੇ ਦੇ ਨਾਲ ਕੇਸ ਪੁੱਟ ਕੀਤਾ ਔਰ ਇਹਨੂੰ ਕੇਸ ਨੂੰ ਇੱਥੇ ਟ੍ਰਾਂਸਫਰ ਕਰਵਾਇਆ। ਤਾਂ ਇਨ ਦਾ ਮੀਨ ਟਾਈਮ ਜਦੋਂ ਅਸੀਂ ਉੱਥੇ ਗਏ ਤਾਂ ਮੈਂ ਵਾਅਦਾ ਕਰ ਲਿਆ ਸੀਗਾ ਫੈਮਿਲੀ ਨਾਲ ਕਿ ਅਗਰ ਪੰਜਾਬ ਦੇ ਵਿੱਚ ਕੇਸ ਆਏਗਾ ਤਾਂ ਜ਼ਰੂਰ ਇਹ ਕੇਸ ਦੇ ਵਿੱਚ ਮੈਂ ਅਪੀਅਰ ਹੋਊਂਗਾ। ਤਾਂ ਉਹਨਾਂ ਵੱਲੋਂ ਜਦੋਂ ਕੇਸ ਇੱਥੇ ਟ੍ਰਾਂਸਫਰ ਹੋ ਗਿਆ ਤਾਂ ਫਿਰ ਉਹਨਾਂ ਵੱਲੋਂ ਮੈਨੂੰ ਅਪਰੋਚ ਕੀਤਾ ਗਿਆ ਕਿ ਬ੍ਰਦਰ ਕਿ ਤੁਸੀਂ, ਠੀਕ ਹੈ ਵੀ, ਇੱਥੇ ਕੇਸ ਨੂੰ ਤੁਸੀਂ ਇੱਥੇ ਡੀਲ ਕਰੋ। ਤਾਂ ਫਿਰ ਇੱਥੇ ਪੰਜਾਬ ਦੇ ਵਿੱਚ ਮੈਂ ਅਪੀਅਰ ਹੋਇਆ ਕੇਸ ਦੇ ਵਿੱਚ, ਔਰ ਇੱਥੋਂ 250 ਕਿਲੋਮੀਟਰ ਹੈ। ਤੁਸੀਂ ਮਲੇਰਕੋਟਲਾ ਤੋਂ ਪਠਾਨਕੋਟ 250 ਕਿਲੋਮੀਟਰ ਦਾ, ਹਾਂਜੀ, ਡਿਸਟੈਂਸ। ਬਿਲਕੁਲ ਜੀ, ਸਵੇਰੇ ਅਰਲੀ ਮਾਰਨਿੰਗ ਨਿਕਲਣਾ ਪੈਂਦਾ ਸੀ, ਬਲਕਿ ਰਮਜ਼ਾਨ ਦੇ ਵਿੱਚ ਰੋਜ਼ਿਆਂ ਦੇ ਵਿੱਚ ਵੀ ਰੱਖ ਕੇ ਰੋਜ਼ਾ, ਠੀਕ ਹੈ, ਤਾਂ ਜਦੋਂ ਜਾਂਦੇ ਸੀਗੇ ਤਾਂ 250 ਕਿਲੋਮੀਟਰ ਜਾਣਾ, 250 ਕਿਲੋਮੀਟਰ ਆਉਣਾ, ਤਾਂ 500 ਕਿਲੋਮੀਟਰ ਪੈ ਜਾਣਾ ਸੀਗਾ ਡਰਾਈਵ ਕਰਨਾ, ਠੀਕ ਹੈ। ਤਾਂ ਕਈ ਵਾਰ ਉੱਥੇ ਵੀ ਰਹਿਣਾ ਪੈਂਦਾ ਸੀਗਾ, ਫਿਰ ਮੈਂ ਉੱਥੋਂ ਕੋਲ ਹੀ ਗੁਰਦਾਸਪੁਰ ਆ, ਉੱਥੇ ਜਾ ਕੇ ਰੁਕ ਜਾਂਦਾ ਸੀਗਾ। ਕਈ ਵਾਰੀ ਸਿਕਿਉਰਿਟੀ ਰੀਜ਼ਨ ਕਰਕੇ ਮੈਂ ਉੱਥੇ ਵੀ ਨਹੀਂ ਰੁਕਦਾ ਸੀ, ਉੱਥੇ ਪਠਾਨਕੋਟ, ਤਾਂ ਉੱਥੇ ਗੁਰਦਾਸਪੁਰ ਜਾ ਕੇ ਰਹਿਣਾ। ਦੀ ਕੀ ਚੱਕਰ ਪੈ ਗਏ? ਕਿਉਂਕਿ ਤੁਹਾਨੂੰ ਪਤਾ ਜਿਹੜੀਆਂ ਤਾਕਤਾਂ ਉਹਨਾਂ ਨੂੰ ਡਿਫੈਂਡ ਕਰਨ ਲੱਗੀਆਂ ਸੀਗੀਆਂ, ਇਹ ਬਹੁਤ ਹਾਈ ਪ੍ਰੋਫਾਈਲ ਮਾਮਲਾ ਸੀਗਾ ਜੰਮੂ ਕਸ਼ਮੀਰ ਦੇ ਵਿੱਚ। ਮੈਂ ਕਹਾਂਗਾ ਅਗਰ ਸਰਕਾਰ ਗਿਰਨ ਦੇ ਵਿੱਚ ਵਨ ਆਫ ਦਾ ਮੇਜਰ ਰੀਜ਼ਨ ਇਹ ਕੇਸ ਵੀ ਸੀਗਾ। ਤੇ 2 ਮੰਤਰੀ ਜਿਹੜੇ ਸੀਗੇ ਬੀਜੇਪੀ ਦੇ, ਉਹਨਾਂ ਨੂੰ ਜਦੋਂ ਕੈਬਨਿਟ ਦੇ ਵਿੱਚੋਂ ਮੈਡਮ ਮਹਿਬੂਬਾ ਮੁਫਤੀ ਸਾਹਿਬਾਂ ਨੇ ਜਦੋਂ ਬਾਹਰ ਕੱਢਤਾ ਸੀਗਾ, ਜਦੋਂ ਉਹਨਾਂ ਵੱਲੋਂ ਤਿਰੰਗਾ ਯਾਤਰਾ ਇਹਨਾਂ ਦੀ ਫੇਵਰ ਦੇ ਵਿੱਚ ਕੱਢੀ ਗਈ ਸੀਗੀ, ਜਿਹੜੇ ਅਕਿਊਜ਼ ਸੀਗੇ, ਤਾਂ ਉਹ ਚੀਜ਼, ਉਹ ਟੈਨਸ਼ਨ ਕਰਕੇ ਇਹਨਾਂ ਦੀ ਆਪਸ ਦੇ ਵਿੱਚ ਜਿਹੜੀ ਕ੍ਰੀਏਟ ਹੋ ਗਈ ਸੀਗੀ, ਇਹਨਾਂ ਦੀ ਸਰਕਾਰ ਵੀ ਉੱਥੇ ਗਈ। ਔਰ ਇਹਨਾਂ ਨੂੰ ਡਿਫੈਂਡ ਕਰਨ ਵਾਸਤੇ, ਉੱਥੇ 7 ਬੰਦਿਆਂ ਨੂੰ ਡਿਫੈਂਡ ਕਰਨ ਵਾਸਤੇ ਪਠਾਨਕੋਟ ਦੇ ਵਿੱਚ 57 ਲਾਇਰਸ ਅਪੀਅਰ ਹੋ ਰਹੇ ਸੀਗੇ। ਤੁਸੀਂ ਇਹ ਦੇਖੋ, ਇੱਕ ਨਾਰਮਲ ਫੈਮਿਲੀ ਦੇ ਬੰਦੇ, ਇਹਨੂੰ ਯਾਨੀ ਕਿ ਕਮਿਊਨਲਾਈਜ਼ ਕਰਤਾ ਸੀਗਾ ਪੂਰਾ। ਇਹ ਇੱਕ ਤਰ੍ਹਾਂ ਦੀ 2 ਰਿਲੀਜੀਅਨ ਦੇ ਵਿੱਚ ਇਹਨੂੰ ਵੰਡ ਕੇ ਵੀ, ਹਾਂ ਜੀ ਯਾਰ, ਰਿਲੀਜੀਅਸ ਬੇਸ ਦੇ ਉੱਪਰ ਇਹਨੂੰ ਕੇਸ ਨੂੰ ਹਾਈਲਾਈਟ ਕਰਕੇ ਇਹਨਾਂ ਨੇ, ਤਾਂ ਉਹਦੇ ਵੋਟ ਨੂੰ ਪੋਲਰਾਈਜ਼ ਕਰਨ ਦੇ ਚੱਕਰ ਦੇ ਵਿੱਚ ਇਹਨਾਂ ਨੇ ਟੈਨਸ਼ਨ ਕ੍ਰੀਏਟ ਕੀਤੀ ਹੋਈ ਸੀ। ਤਾਂ ਉਹਦੇ ਵਿੱਚ ਸਾਨੂੰ ਵੀ, ਮੈਨੂੰ ਪਤਾ ਹੈ ਕਿ ਅਸੀਂ ਐਸੀ ਦਰਿੰਦੇ ਵਾਸਤੇ ਤਾਂ ਕਿਸੇ ਵਕੀਲ ਨੂੰ ਅੱਗੇ ਆਣਾ ਹੀ ਨਹੀਂ ਚਾਹੀਦਾ ਸੀ। ਦੇਖੋ, ਉਹਨਾਂ ਬਿਨਾਂ ਸੁਣਵਾਈ ਤੋਂ ਜਾਂਦੇ ਮੇਰੇ ਹਿਸਾਬ ਨਾਲ। ਇਹ ਤਾਂ ਚਲੋ ਉਹਨਾਂ ਦੀ ਤਾਂ ਅਲੱਗ ਗੱਲ ਰਹੀ। ਮੈਂ ਤਕਲੀਫ ਮੈਨੂੰ ਜਿਹੜੀ ਜ਼ਿਆਦਾ ਹੋਈ ਉੱਥੇ ਪੰਜਾਬ ਦੇ ਵਿੱਚ ਰਹਿ ਕੇ, ਠੀਕ ਹੈ, ਇੱਕ ਪੰਜਾਬ ਗਵਰਨਮੈਂਟ ਵੱਲੋਂ, ਇੱਕ ਤੁਹਾਡਾ ਇਹ ਸਨਕੀ ਆ ਬੰਦਾ ਤੁਹਾਡਾ, ਠੀਕ ਹੈ, ਇਹਦੇ ਵੱਲੋਂ ਇੱਥੇ ਸਾਡੇ ਤੇ ਪਰਚੇ ਦਰਜ ਕਰਵਾ ਦਿੱਤੇ ਗਏ ਨੇ ਝੂਠੇ। ਈਡੀ ਮੇਰੇ ਮਗਰ, ਠੀਕ ਹੈ, ਐਪਲੀਕੇਸ਼ਨਾਂ ਦੇ ਕੇ ਆਏ, ਇਨਕਮ ਟੈਕਸ ਮੇਰੇ ਖਿਲਾਫ, ਸਾਰਿਆਂ ਨੇ ਜਾਂਚ ਕੀਤੀ, ਸਾਰਿਆਂ ਨੇ ਪੂਰੇ ਹੋ ਕੀਤੀ, ਕੀ ਨਿਕਲਿਆ ਮੇਰੇ ਖਿਲਾਫ ਯਾਰ, ਠੀਕ ਹੈ। ਤੁਸੀਂ ਪੂਰਾ ਜ਼ੋਰ ਲਾਤਾ, ਪੂਰੀ ਪੁਲਿਸ ਫੋਰਸ ਦਾ ਤੁਸੀਂ ਯਾਰ ਮੇਰੇ ਖਿਲਾਫ, ਠੀਕ ਹੈ। ਪੰਜਾਬ ਦੀ ਐਡੀ ਟੌਪ ਮੋਸਟ ਪੋਸਟ ਦੇ ਉੱਪਰ ਬੈਠ ਕੇ ਸ਼ਰਮ ਆਉਣੀ ਚਾਹੀਦੀ ਸੀ, ਗੈਰਤ ਨਹੀਂ ਆਉਂਦੀ ਐਸੇ ਬੰਦੇ ਨੂੰ ਕਿ ਮੈਂ ਕਿਹਦੇ ਵਾਸਤੇ ਲੜ ਰਿਹਾ ਸੀ, ਕਿਹਦੇ ਵਾਸਤੇ ਮਰ ਰਿਹਾ ਸੀਗਾ ਯਾਰ। ਇੱਕ ਬੱਚੀ ਨੂੰ, ਯਾਰ ਇੱਕ ਬੱਚੀ ਵਾਸਤੇ ਹੀ ਮੈਂ ਖੜਿਆ ਸੀਗਾ ਉੱਥੇ ਜਾ ਕੇ, ਠੀਕ ਹੈ। ਔਰ ਤੂੰ ਚੱਕ ਕੇ ਮੇਰੇ ਖਿਲਾਫ ਇੱਥੇ, ਠੀਕ ਹੈ, ਮਿਸਯੂਜ਼ ਕਰਕੇ, ਇੱਥੇ ਇੱਕ ਹੁੰਦਾ ਸੀਗਾ ਪਹਿਲਾਂ ਇੱਥੇ ਡੀਐਸਪੀ ਸੁਮਿਤ ਸੂਦ ਦੇ, ਉਹ ਏਡਾ ਯਾਨੀ ਕਿ ਇਹਦਾ ਪਿੱਠੂ ਹੋ ਕੇ ਇੰਨੇ ਗਲਤ ਪਰਚੇ ਦਰਜ ਕੀਤੇ ਨੇ। ਔਰ ਅਗਰ ਉਹਦੀ ਸਹੀ ਜਾਂਚ ਹੋ ਜਾਵੇ, ਮੈਂ ਅੱਜ ਵੀ ਇੱਥੋਂ ਮੰਗ ਕਰਦਾ ਕੈਪਟਨ ਅਮਰਿੰਦਰ ਸਿੰਘ ਜੀ ਨੂੰ, ਉਹਨਾਂ ਨੇ, ਠੀਕ ਹੈ, ਵਧੀਆ
ਬਾਅਦ ਦੇ ਵਿੱਚ ਵਧੀਆ ਆਫੀਸਰ ਜਦੋਂ ਆਏ ਉਹਨਾਂ ਨੂੰ ਪਤਾ ਵੀ ਐਡਾ ਧੱਕਾ ਹੋਇਆ ਯਾਰ, ਐਡਾ ਜ਼ੁਲਮ ਹੋਇਆ। ਉਹ ਅੱਜ ਵੀ ਸਾਨੂੰ ਕਹਿੰਦੇ ਨੇ ਵੀ ਇੰਨਾ ਯਾਰ ਨਜਾਇਜ਼ ਧੱਕਾ ਹੋਇਆ। ਅਗਰ ਸਹੀ ਜਾਂਚ ਹੋ ਜਾਵੇ ਕਈਆਂ ਦੀਆਂ ਵਰਦੀਆਂ ਉੱਤਰ ਜਾਂਦੀਆਂ ਇਸ ਕੇਸ ਦੇ ਵਿੱਚ, ਜਿੱਡੇ ਕਿ ਇਹਨਾਂ ਨੇ ਨਜਾਇਜ਼ ਵਰਦੀਆਂ ਦੇ ਕੀਤੇ। ਚਲੋ ਪੋਲੀਟੀਕਲ ਤਕੜੀਜ਼ ਦਾ ਟੀਨੂ ਭਾਜੀ ਤੋਲਣਗੇ ਤੁਹਾਨੂੰ, ਕਿਉਂਕਿ ਇਹਨਾਂ ਦਾ ਇਹ ਹੈ। ਜਿਗਰਾ ਸਾਹਿਬ, ਜਿਵੇਂ ਕਿ ਆਪਾਂ ਗੱਲ ਕੀਤੀ ਕਿ ਮੇਰਾ ਖਿਆਲ ਕਾਨੂੰਨ ਦੇ ਵਿਦਿਆਰਥੀ ਨੇ, ਕਾਨੂੰਨ ਦੀ ਪ੍ਰੈਕਟਿਸ ਕਰਦੇ ਨੇ, ਫਰੂਕੀ ਸਾਹਿਬ ਉਹ ਭਲੀ ਭਾਂਤੀ ਜਾਣਦੇ ਨੇ ਕਿ ਜਦੋਂ ਤੱਕ ਅਦਾਲਤ ਆਪਣਾ ਫੈਸਲਾ ਨਹੀਂ ਸੁਣਾਉਂਦੀ ਤੇ ਅਸੀਂ ਆਪਣਾ ਫੈਸਲਾ ਨਹੀਂ ਦੇ ਸਕਦੇ, ਰੋਕ ਨਹੀਂ ਸਕਦੇ। ਅਸੀਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਕਿ ਇਹ ਮੁਜਰਮ ਹੈ। ਮੁਜਰਮ ਕਰਾਰ ਕਰਨਾ ਉਸ ਅਦਾਲਤ ਦਾ ਕੰਮ ਹੈ। ਸੋ ਅਸੀਂ ਇੱਕ ਇਸ ਟਾਈਮ ਦੇ ਉੱਤੇ ਇਹ ਕਹਿ ਸਕਦੇ ਹਾਂ ਕਿ ਹਾਂ ਉਸ ਬੱਚੀ ਦੇ ਨਾਲ ਜੋ ਧੱਕਾ ਹੋਇਆ, ਲੇਕਿਨ ਅਜੇ ਜੋ ਫੈਸਲਾ ਹੈ ਫਿਰ ਉਹ ਅਧੀਨ ਹੈ। ਪਹਿਲਾਂ ਪਠਾਨਕੋਟ ਦੇ ਵਿੱਚ ਉਹਦਾ, ਜੀ ਫਰੂਕੀ ਸਾਹਿਬ, ਉਹ ਪਠਾਨਕੋਟ ਦੇ ਵਿੱਚ ਪਠਾਨਕੋਟ ਦੇ ਵਿੱਚ ਨਾ 7 ਜਿਹੜੇ ਅਕਿਊਜ਼ ਸੀਗੇ ਜਿਨ੍ਹਾਂ ਦੇ ਖਿਲਾਫ ਉੱਤੇ ਮੁਕੱਦਮਾ ਚੱਲਿਆ, ਔਰ ਉਹਦੇ ਵਿੱਚੋਂ ਸੀਗੇ ਆਪਣੇ ਜਿਹੜਾ ਮੇਨ ਅਕਿਊਜ਼ ਸੀਗਾ ਦੀਪਕ ਖਜੂਰੀਆ, ਸਾਂਝੀ ਰਾਮ ਤੇ ਪਰਵੇਸ਼ ਕੁਮਾਰ, ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ। ਉਸ ਤੋਂ ਬਾਅਦ ਸੁਰਿੰਦਰ, ਤਿਲਕ ਰਾਜ ਤੇ ਇੱਕ ਸੀ ਆਨੰਦ ਦੱਤਾ, ਇਹਨਾਂ ਨੂੰ 5-5 ਸਾਲ ਦੀ ਸਜ਼ਾ ਹੋਈ ਸੀਗੀ। ਇੱਕ ਸੀਗਾ ਵਿਸ਼ਾਲ ਜਗੋਤਰਾ, ਉਹਦੀ ਇਕੁਇਟਲ ਹੋਈ ਸੀ, ਜਿਹਦੇ ਖਿਲਾਫ ਅਸੀਂ ਇੱਥੇ ਆਨਰੇਬਲ ਹਾਈ ਕੋਰਟ ਦੇ ਵਿੱਚ ਆਲਰੇਡੀ ਅਪੀਲ ਅਸੀਂ ਦੇ ਵਿੱਚ ਜਾ ਚੁੱਕੇ ਹਾਂ, ਔਰ ਉਹ ਵੀ ਫਾਈਨਲ ਬਸ ਆਰਗੂਮੈਂਟਸ ਦੇ ਉੱਪਰ ਕਦੇ ਵੀ ਉਹਦੀ ਬਹਿਸ ਹੋ ਸਕਦੀ ਹੈ ਜਦੋਂ ਵੀ ਕਾਲ ਕਰਨਗੇ। ਤਾਂ ਉੱਥੇ ਸਿਰਫ ਇੱਕ ਬੰਦੇ ਦੀ ਇਕੁਇਟਲ ਹੋਈ ਸੀ, 6 ਨੂੰ ਉੱਥੇ ਸਜ਼ਾ ਹੋ ਚੁੱਕੀ ਸੀ, ਮਗਰ ਅਸੀਂ ਪੂਰੀ ਤਰ੍ਹਾਂ ਜਿਹੜੀ ਫੈਮਿਲੀ ਹੈ ਪੂਰੀ ਪ੍ਰੋਪਰ ਅਸੀਂ ਨਹੀਂ ਸੈਟਿਸਫਾਈਡ ਸੀਗੇ ਉਸ ਡਿਸੀਜਨ ਦੇ ਨਾਲ। ਅਸੀਂ ਮੰਗਦੇ ਸੀਗੇ ਉਹਦੀ ਕੈਪੀਟਲ ਪਨਿਸ਼ਮੈਂਟ ਹੋਣੀ ਚਾਹੀਦੀ, ਇਹਨਾਂ ਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਸੀ। ਜਿੱਡੀ ਕਰੂਐਲਿਟੀ, ਜਿੱਡੇ ਦਰਦਨਾਕ ਤਰੀਕੇ ਨਾਲ, ਜਿੱਡੇ ਖੌਫਨਾਕ ਤਰੀਕੇ ਨਾਲ, ਉਹ ਸਮਝ ਲਓ ਤੁਸੀਂ ਇਮੈਜਿਨ ਵੀ ਕਰੋ ਨਾ, ਅਗਰ ਉਹ ਮੰਜ਼ਰ ਕਿ ਕਿਸੇ ਨੂੰ, ਬੱਚੇ ਨੂੰ ਭੁੱਖਾ ਰੱਖ ਕੇ, ਠੀਕ ਹੈ, 5 ਦਿਨ ਤੱਕ ਉਹਦੇ ਲਗਾਤਾਰ ਉਹਨੂੰ ਰੇਪ ਕਰਦੇ ਰਹਿਣਾ, ਠੀਕ ਹੈ, ਤਾਂ ਤੁਸੀਂ ਸੋਚ ਕੇ ਹੀ ਆਪਣੇ ਰੌਂਗਟੇ ਖੜੇ ਹੋ ਜਾਣਗੇ ਜਿੱਡੀ ਕਰੂਐਲਿਟੀ ਉਸ ਬੱਚੀ ਦੇ ਨਾਲ ਹੋਈ ਹੈ। ਤਾਂ ਜਦੋਂ ਮੇਰੇ ਯਾਦ ਹੈ ਕਿ ਜਦੋਂ ਉਹਦੇ ਯਾਨੀ ਕਿ ਕੱਪੜੇ ਵਗੈਰਾ ਜਦੋਂ ਸਾਹਮਣੇ ਆਏ ਤਾਂ ਉਸ ਟਾਈਮ ਮੇਰੀਆਂ ਅੱਖਾਂ 'ਚੋਂ, ਕੋਰਟ ਦੇ ਵਿੱਚ ਖੜੇ ਵੀ ਮੇਰੇ ਅੱਖਾਂ 'ਚ ਹੰਝੂ ਆ ਰਹੇ ਸੀ ਵੀ ਕਿੰਨੇ ਉਹ ਫੋਟੋ ਦੇ ਵਿੱਚ ਜਿਹੜੇ ਕੱਪੜੇ ਜਿਸ ਤਰੀਕੇ ਦੇ ਨਾਲ ਪਾਏ ਹੋਏ ਨੇ, ਤਾਂ ਯਾਰ ਆਪਾਂ ਸੋਚ ਵੀ ਨਹੀਂ ਸਕਦੇ, ਇਮੈਜਿਨ ਨਹੀਂ ਕਰ ਸਕਦੇ। ਇਹਨਾਂ ਨੂੰ ਕਰਨ ਲੱਗੇ ਖੌਫ ਨਹੀਂ ਆਇਆ ਹੈਗਾ, ਬੰਦਾ ਸੋਚ ਕੇ ਬੰਦੇ ਨੂੰ ਖੌਫ ਆਉਂਦਾ ਕਿ ਯਾਰ ਇਸ ਤਰੀਕੇ ਦੇ ਦਰਿੰਦੇ ਲੋਕ ਵੀ ਹੋ ਸਕਦੇ ਨੇ, ਔਰ ਉਹਨਾਂ ਲੋਕਾਂ ਦੇ ਲਈ ਖੜਨਾ, ਉਹਨਾਂ ਨੂੰ ਸਪੋਰਟ ਕਰਨਾ ਇਹੋ ਜਿਹੇ ਲੋਕਾਂ ਨੂੰ। ਔਰ ਠੀਕ ਹੈ, ਇੰਡਾਇਰੈਕਟਲੀ ਇਹ ਵੀ ਲੋਕ ਜਿਹੜੇ ਆ ਲੋਕਲ ਪੋਲੀਟੀਸ਼ੀਅਨ ਹੈ ਇੱਥੇ ਮਲੇਰਕੋਟਲੇ, ਇਹ ਵੀ ਇੰਡਾਇਰੈਕਟਲੀ ਉਹ ਲੋਕਾਂ ਨੂੰ ਸਪੋਰਟ ਕਰ ਰਹੇ ਆ ਸਾਡੇ ਬੇੜੀਆਂ ਪਾ ਕੇ ਪੈਰਾਂ ਦੇ ਵਿੱਚ, ਜਿਹੜੇ ਬੰਦੇ ਇਨਸਾਫ ਲਈ ਇੱਕ ਜੰਗ ਲੜ ਰਹੇ ਨੇ। ਇਹਦੇ ਤੇ ਬਲਕਿ ਜਦੋਂ ਪਰਚੇ ਇਹਨਾਂ ਨੇ ਦਰਜ ਕੀਤੇ ਨੇ, ਮਹਿਬੂਬਾ ਮੁਫਤੀ ਮੈਡਮ ਨੇ ਵੀ ਇੱਕ ਟਵੀਟ ਕੀਤਾ ਸੀਗਾ ਕੈਪਟਨ ਸਾਹਿਬ ਨੂੰ, ਉਹਦੇ ਵਿੱਚ ਐਡਰੈਸ ਕੀਤਾ ਸੀਗਾ ਕਿ ਅਗਰ ਇਸ ਤਰੀਕੇ ਦੇ ਨਾਲ ਹੀ ਜਿਹੜੇ ਲੋਕ ਇਨਸਾਫ ਦੇ ਲਈ ਅੱਗੇ ਆ ਰਹੇ ਨੇ, ਅਗਰ ਉਹਨਾਂ ਦੇ ਉੱਪਰ ਇਸ ਤਰੀਕੇ ਦੇ ਝੂਠੇ ਪਰਚੇ ਦਰਜ ਕਰੋਗੇ ਤਾਂ ਇਨਸਾਫ ਦੇ ਲਈ ਕੱਲ ਨੂੰ ਕੌਣ ਅੱਗੇ ਆਏਗਾ? ਅਸੀਂ ਸੈਕੂਲਰ ਜਮਾਤਾਂ, ਸੈਕੂਲਰ ਸਰਕਾਰਾਂ ਆਪਣੇ ਆਪ ਨੂੰ ਕਹਿੰਦੇ ਹਾਂ ਅਸੀਂ ਕਿ ਹਾਂ ਜੀ ਅਸੀਂ ਤਾਂ ਜੀ ਸੈਕੂਲਰ ਆ, ਚਲੋ ਇੱਕ ਪਾਰਟੀ ਨੂੰ ਆਪਾਂ ਮੰਨ ਲਈਏ। ਤੁਸੀਂ ਸੈਕੂਲਰ, ਤੁਹਾਡੀਆਂ ਸਰਕਾਰਾਂ ਦੇ ਵਿੱਚ ਸਾਡੇ ਨਾਲ ਕੀ ਕੀ ਜ਼ੁਲਮ ਹੋ ਰਿਹਾ, ਜਿਹੜੇ ਬੰਦੇ ਅੱਗੇ ਖੜੇ ਹੋ ਰਹੇ ਨੇ, ਕੌਣ ਬੰਦਾ ਇਹ ਰੱਖਿਆ? ਕੌਣ? ਫਰੂਕੀ ਸਾਹਿਬ ਜੀ, ਭਾਜੀ ਤੁਹਾਡਾ ਪੋਲੀਟੀਕਲ ਤੁਹਾਡੇ ਮੈਂ ਕਹਿ ਰਿਹਾ ਕਿ ਤੁਸੀਂ ਮਲੇਰਕੋਟਲਾ ਤੋਂ ਜੰਮੂ ਆਸਿਫਾ ਦੇ ਕੇਸ ਵਾਸਤੇ ਉੱਥੇ ਉਹਨਾਂ ਦੇ ਨਾਲ ਦੁੱਖ ਦਰਦ ਵੰਡਾਉਣ ਗਏ, ਠੀਕ ਹੈ, ਉਸ ਕੇਸ ਨੂੰ ਤੁਸੀਂ ਪਠਾਨਕੋਟ ਵੀ ਲਿਆਉਣ ਦੇ ਵਿੱਚ ਵੀ ਗਏ। ਤੁਸੀਂ ਮਲੇਰਕੋਟਲਾ ਤੋਂ ਜੰਮੂ ਆਸਿਫਾ ਦੇ ਦੁੱਖ ਦਰਦ ਵੰਡਾਉਣ ਗਏ, ਕੀ ਇੱਕ ਨਾਮ ਜਾਂ ਇੱਕ ਮਜ਼ਹਬ ਕਰਕੇ ਗਏ ਸੀ ਤੁਸੀਂ? ਕਿਉਂਕਿ ਏਦਾਂ ਦੀਆਂ ਮੈਨੂੰ ਲੱਗਦਾ ਆਪਣੇ ਪੰਜਾਬ 'ਚ ਵੀ ਬਹੁਤ ਜਗ੍ਹਾ ਤੇ ਕਹਾਣੀਆਂ ਨੇ ਸਰ, ਜਿਹੜੀਆਂ ਕਿ ਅਖਬਾਰਾਂ ਦੇ ਵਿੱਚ ਨਹੀਂ ਆ ਸਕੀਆਂ, ਪੋਲੀਟੀਕਲ ਉਹਨਾਂ ਨੂੰ ਸੁਰਖੀਆਂ 'ਚ ਨਹੀਂ ਆ ਸਕੇ, ਲੇਕਿਨ ਤੁਸੀਂ ਆਸਿਫਾ ਦੇ ਕੇਸ ਦੇ ਵਿੱਚ ਹੀ 300-400 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਉੱਥੇ ਪਹੁੰਚੇ ਹੋ। ਕੀ ਇਹ ਸਿਰਫ ਆਸਿਫਾ 9 ਕਰਕੇ, ਜਾਂ ਇਹ ਅਵਨੀਤ ਹੋ ਸਕਦੀ ਜਾਂ ਸੀਤਾ ਜਾਂ ਗੀਤਾ ਹੋ ਸਕਦੀ ਸੀ? ਮੇਰਾ ਸ਼ਾਇਦ ਤੁਹਾਨੂੰ ਇਹ ਥੋੜਾ ਕੜਵਾ ਸਵਾਲ ਲੱਗੇ, ਗੁਸਤਾਖੀ। ਤੁਹਾਡਾ ਸਵਾਲ ਬਿਲਕੁਲ ਜਾਇਜ਼ ਹੈ। ਫਸਟ ਆਫ ਆਲ ਮੈਂ ਕਲੀਅਰ ਕਰ ਦਵਾਂ ਕਿ ਬਲਕਿ ਕੱਲ ਹੀ ਮੇਰੇ ਕੋਲ ਇੱਥੇ ਇਸ ਤਰੀਕੇ ਦੀ ਲੀਗਲ ਏਡ ਵਾਸਤੇ, ਲੀਗਲ ਹੈਲਪ ਵਾਸਤੇ ਸਮਝ ਲਓ ਸ਼ਰਮਾ ਜੀ ਇੱਕ ਆਏ ਸੀਗੇ, ਉਹਨਾਂ ਦੇ ਪਿੱਛੇ ਸ਼ਰਮਾ ਪੈਂਦਾ ਸੀ, ਮੈਂ ਨਾਮ ਨਹੀਂ ਪੂਰਾ ਦੱਸੂਗਾ। ਵੀ ਮੈਂ ਕਦੇ ਵੀ ਇਹ ਨਹੀਂ ਦੇਖਦਾ, ਠੀਕ ਹੈ, ਕਿਸੇ ਦਾ ਮਤਲਬ ਜਿੱਥੇ ਕਿਤੇ ਕੋਈ ਐਸਾ ਜ਼ੁਲਮ ਹੋ ਰਿਹਾ ਔਰ ਮੈਨੂੰ ਖੜਨਾ ਪਵੇ, ਉੱਥੇ ਇਹ ਮੈਟਰ ਨਹੀਂ ਕਰਦਾ ਕਿ ਬੰਦੇ ਦਾ ਨਾਮ ਦੇ ਪਿੱਛੇ
ਠੀਕ ਹੈ, ਖਾਨ ਲੱਗਿਆ ਹੋਇਆ, ਸ਼ਰਮਾ ਲੱਗਿਆ ਹੋਇਆ ਜਾਂ ਸਿੰਘ ਲੱਗਿਆ ਹੋਇਆ, ਠੀਕ ਹੈ। ਇਹ ਕਦੇ ਨਹੀਂ ਅਸੀਂ ਕਦੇ ਵੀ, ਜਿੱਥੇ ਬਸ ਜ਼ੁਲਮ ਹੋ ਰਿਹਾ, ਧੱਕਾ ਹੋ ਰਿਹਾ, ਅਸੀਂ ਜ਼ੁਲਮ ਦੇ ਖਿਲਾਫ ਲੜਨਾ, ਠੀਕ ਹੈ। ਅਸੀਂ ਕਦੇ ਉੱਥੇ ਸਿਰਫ ਜਿਹੜੀ ਉਹ ਬੱਚੀ ਦੇ ਕੇਸ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਮੈਂ ਦੱਸ ਚੁੱਕਿਆ ਥੋੜੀ ਦੇਰ ਪਹਿਲਾਂ ਹੀ, ਕਿ ਅਸੀਂ ਉਹਦੀ ਫੈਮਿਲੀ ਨੂੰ ਸਿਰਫ ਇੱਕ ਦੁੱਖ ਦਰਦ ਵੰਡਾਉਣ ਵਾਸਤੇ ਗਏ ਸੀ। ਜਦੋਂ ਉਹ ਹਾਲਾਤ ਐਸੇ ਬਣ ਗਏ ਸੀ ਕਿ ਉਹਨਾਂ ਵੱਲੋਂ ਦੱਸਿਆ ਗਿਆ ਕਿ ਅੱਜ ਯਾਨੀ ਕਿ ਸੁਪਰੀਮ ਕੋਰਟ ਦੇ ਵਿੱਚ, ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੈ, ਤਾਂ ਹੋ ਸਕਦਾ ਕੇਸ ਜੇ ਪੰਜਾਬ ਦੇ ਵਿੱਚ ਟ੍ਰਾਂਸਫਰ ਹੋ ਜਾਵੇ। ਤਾਂ ਉਹ ਕਮਿਟਮੈਂਟ ਸੀਗੀ ਇੱਕ, ਉਹਨਾਂ ਨਾਲ ਮੈंने ਕਮਿਟਮੈਂਟ ਕੀਤੀ ਸੀ ਕਿ ਯਾਰ ਅਗਰ ਮੈਂ, ਠੀਕ ਹੈ, ਮੌਕਾ ਐਸਾ ਆਇਆ, ਕਿਉਂਕਿ ਉਸ ਟਾਈਮ ਤਾਂ ਇਹ ਵੀ ਨਹੀਂ ਕਲੀਅਰ ਸੀ ਕਿ ਹੋਊਗਾ ਵੀ ਟ੍ਰਾਂਸਫਰ ਜਾਂ ਨਹੀਂ ਹੋਏਗਾ, ਠੀਕ ਹੈ। ਤਾਂ ਉਹ ਜਦੋਂ ਕਮਿਟਮੈਂਟ ਸੀਗੀ ਸਾਡੀ, ਤਾਂ ਅਸੀਂ ਜ਼ਰੂਰ ਕਿਸਾਨਾਂ ਦੇ ਨਾਲ ਵੀ ਯਾਰ ਅਸੀਂ ਪਤਾ ਕੀ ਯਾਰ, ਉਹ ਸਾਡੀ ਲੀਡਰਾਂ ਲਈ ਕਮਿਟਮੈਂਟ ਨਹੀਂ ਹੁੰਦੀ ਹੈਗੀ, ਅਸੀਂ ਜੋ ਗੱਲ ਕਰਦੇ ਹਾਂ ਦਿਲ ਤੋਂ ਕਰਦੇ ਹਾਂ ਆਪਣੇ, ਠੀਕ ਹੈ। ਇਸੇ ਲਈ ਰੱਬ ਸਾਥ ਦਿੰਦਾ, ਰੱਬ ਨੇ ਏਡੀ ਏਡੀਆਂ ਤਾਕਤਾਂ ਦੇ ਨਾਲ ਲੜਾਈਆਂ ਹੋਈਆਂ ਨੇ, ਐਡੇ ਏਡੇ, ਠੀਕ ਹੈ, ਅੱਜ ਬੈਠੇ ਨੇ ਫਰਾਉਨ, ਏਡੇ ਏਡੇ ਹੁਣ ਢੇਰੀ ਢਾਈ ਆਪਣੀ ਬੈਠੇ ਨੇ, ਇਹਨਾਂ ਦੇ ਨਾਲ ਲੜਨ ਦੀ ਜਿਹੜਾ ਜਜ਼ਬਾ ਰੱਬ ਨੇ ਸਾਡੀ ਹਿੰਮਤ ਨੂੰ, ਠੀਕ ਹੈ, ਸਾਨੂੰ ਕਾਇਮ ਰੱਖਿਆ ਔਰ ਸਾਨੂੰ ਸਾਡੀ ਪਿੱਠ ਨਹੀਂ ਲੱਗਣ ਦਿੱਤੀ। ਇਹਦਾ ਕਾਰਨ ਹੈਗਾ ਤੁਹਾਡੇ ਦਿਲੋਂ ਅੰਦਰੋਂ, ਜਦ ਤੁਸੀਂ ਪਿਓਰ ਹੋ ਨਾ, ਤੁਸੀਂ ਦਿਲੋਂ ਕੋਈ ਗੱਲ ਕਰਦੇ ਹੋ। ਇੱਥੇ ਜਦੋਂ ਕਿਸਾਨਾਂ ਦੀਆਂ ਰੈਲੀਆਂ, ਮੇਰੇ ਯਾਦ ਹੈ ਜਦ ਸ਼ੁਰੂ ਹੋਈਆਂ ਸੀਗੀਆਂ, ਤਾਂ ਮੈਂ ਕਿਸਾਨਾਂ ਦੀਆਂ ਰੈਲੀਆਂ 'ਚ ਗਿਆ, ਜਦੋਂ ਮੈਂ ਸਪੀਚ ਕੀਤੀ, ਮੈਂ ਕਿਹਾ ਯਾਰ ਅਸੀਂ ਤੁਹਾਡੇ ਨਾਲ ਮੋਢਾ ਲਾ ਕੇ ਖੜਾਂਗੇ ਜਿੱਥੇ ਵੀ ਜਾਵਾਂਗੇ, ਠੀਕ ਹੈ, ਤੁਹਾਡੇ ਹਰ ਸੰਘਰਸ਼। ਉਹ ਤੋਂ ਬਾਅਦ ਇਹਨਾਂ ਨੇ ਪਲਾਨ ਕੀਤਾ ਕਿ ਦਿੱਲੀ ਜਾਵਾਂਗੇ, ਠੀਕ ਹੈ। ਉਹ ਕਮਿਟਮੈਂਟ ਹੋ ਗਈ ਸੀ ਕਿ ਯਾਰ ਮੈਂ ਅਗਰ ਮੈਂ ਗੱਲ ਮੂੰਹ ਚੋਂ ਕੱਢੀ ਹੈ, ਕਹੀ ਹੈ, ਤਾਂ ਯਾਰ ਉਹ ਆਪਾਂ ਪਗਾਣੀ ਹੈ ਗੱਲ। ਤਾਂ ਜੇ ਇੱਥੇ ਮਲੇਰਕੋਟਲੇ ਧਰਨੇ ਦੇ ਵਿੱਚ ਮੈਂ ਇਹ ਗੱਲ ਕਹੀ ਸੀ ਕਿ ਯਾਰ ਤੁਸੀਂ ਜਿੱਥੇ ਵੀ ਜਾਓਗੇ ਕਿਸਾਨ ਵੀਰੋ, ਅਸੀਂ ਤੁਹਾਡੇ ਨਾਲ ਖੜਾਂਗੇ, ਤਾਂ ਜੇ ਉਹ ਦਿੱਲੀ ਚਲੇ ਗਏ, ਦਿੱਲੀ ਦੇ ਬਰੂਹਾਂ ਤੇ ਬੈਠੇ ਨੇ, ਤਾਂ ਉਹ ਕਮਿਟਮੈਂਟ ਦੀ ਗੱਲ ਸੀਗੀ। ਉਹੀ ਗੱਲ ਉੱਥੇ ਸੀ, ਉੱਥੇ ਉਹ ਫੈਮਿਲੀ ਨਾਲ ਕਮਿਟਮੈਂਟ ਹੋਈ ਸੀਗੀ ਕਿ ਹਾਂਜੀ ਮੈਂ ਇੱਥੇ ਅਗਰ ਪੰਜਾਬ ਦੇ ਵਿੱਚ ਆਉਣਾ ਤਾਂ ਮੈਂ ਕੇਸ, ਠੀਕ ਹੈ, ਇਹਦੇ ਵਿੱਚ ਅਪੀਅਰ ਹੋਊਂਗਾ। ਇਹੀ ਇੱਥੇ ਕਿਸਾਨ ਵੀਰਾਂ ਨਾਲ ਸੀਗੀ ਕਿ ਤੁਸੀਂ ਜਿੱਥੇ ਵੀ ਜਾਓਗੇ ਤੁਹਾਡੇ ਸੰਘਰਸ਼ ਨਾਲ ਖੜਾਂਗੇ। ਕਿਸਾਨ ਵੀਰਾਂ ਨੇ ਉਸ ਤੋਂ ਬਾਅਦ, ਇਹ ਸਤੰਬਰ ਦੀ ਗੱਲ ਹੈ ਜਦੋਂ ਮੈਂ ਵਾਅਦਾ ਕੀਤਾ ਸੀ, ਨਵੰਬਰ ਦੇ ਵਿੱਚ ਜਦੋਂ ਇਹ ਦਿੱਲੀ ਗਏ ਨੇ, ਤਾਂ ਫਿਰ ਨਾਲ ਜਾਣਾ ਹੀ ਸੀਗਾ ਜਦੋਂ ਅਸੀਂ ਜ਼ੁਬਾਨ ਕੀਤੀ ਸੀ। ਇਸ ਲਈ ਕਦੇ ਵੀ ਅਸੀਂ ਮਜ਼ਹਬ ਜਾਂ ਕਦੇ ਉਹਨੂੰ ਅੱਗੇ ਨਹੀਂ ਰੱਖਿਆ। ਅਸੀਂ ਇਹ ਦੇਖਿਆ ਕਿ ਯਾਰ ਜਿੱਥੇ ਕਿਤੇ ਹੁਣ ਉਹ ਜ਼ਾਲਮ ਸਰਕਾਰ ਦੇ ਨਾਲ ਯਾਰ ਮੱਥਾ ਲਾਈ ਬੈਠੇ, ਅਸੀਂ ਕੀ, ਸਾਡਾ ਪੰਜਾਬੀ ਹੋਣ ਦੇ ਨਾਤੇ ਸਾਡਾ ਫਰਜ਼ ਨਹੀਂ ਬਣਦਾ ਯਾਰ। ਲੋਕ ਬਹੁਤ ਐਲੀਗੇਸ਼ਨ, ਬਹੁਤ, ਜਿਹੜਾ ਆਪ ਕੁਛ ਨਹੀਂ ਕਰ ਸਕਦਾ ਨਾ, ਉਹ ਸਿਰਫ ਬੈਠ ਕੇ ਬਕਵਾਸ ਕਰ ਸਕਦੇ ਨੇ, ਕਹਿ ਸਕਦੇ ਨੇ ਤੁਹਾਡੇ ਤੇ ਐਲੀਗੇਸ਼ਨ ਲਾ। 1000 ਐਲੀਗੇਸ਼ਨ ਮੇਰੇ ਤੇ ਕਿਹੜਾ ਸਾਬਤ ਕਰਤਾ ਯਾਰ ਤੁਸੀਂ? ਤੁਹਾਡਾ ਬਾਪ ਐਡਾ ਬੜਾ, ਠੀਕ ਹੈ, ਅਫਸਰ ਬੈਠ ਕੇ ਉਹ ਕੀ ਕਰ ਗਿਆ, ਉਹ ਕੀ ਸਾਬਤ ਕਰਤਾ ਤੁਸੀਂ, ਠੀਕ ਹੈ, ਸਵਾਏ ਝੂਠੇ ਫਰੇਬਾਂ ਤੋਂ, ਝੂਠੇ ਇਲਜ਼ਾਮਾਂ ਤੋਂ, ਕੀ ਤੁਹਾਨੂੰ ਅੱਜ ਤੱਕ ਸਾਬਤ ਕਰਤਾ, ਠੀਕ ਹੈ। ਤੁਸੀਂ ਅਸੀਂ ਤਾਂ ਇਹ ਗੱਲ ਕਹਿੰਦੇ ਹਾਂ ਵੀ ਯਾਰ ਤੁਸੀਂ ਅੱਗੇ ਆਓ, ਕਰੋ। ਜਿੰਨੀ ਐਨਰਜੀ ਆਪਾਂ ਇੱਕ ਦੂਸਰੇ ਦੀਆਂ ਲੱਤਾਂ ਖਿੱਚਣ ਦੇ ਵਿੱਚ ਵੇਸਟ ਕਰ ਰਹੇ ਹਾਂ ਨਾ, ਉਨੀ ਐਨਰਜੀ ਅਗਰ ਆਪਾਂ ਆਪਸ ਦੇ ਵਿੱਚ ਮਿਲ ਕੇ ਯਾਰ ਤਬਦੀਲੀ ਲਿਆਉਣ ਦੇ ਵਿੱਚ ਕਰੀਏ ਕਿ ਹਾਂ ਯਾਰ ਕਿ ਸਹੀ ਲੋਕ ਆਪਾਂ ਚੁਣੀਏ, ਜ਼ੁਲਮ ਦੇ ਖਿਲਾਫ ਖੜੀਏ, ਗਰੀਬਾਂ ਲਈ ਖੜੀਏ, ਗਰੀਬਾਂ ਦੇ ਲਈ ਲੜੀਏ, ਜੱਦੋ-ਜਹਿਦ ਕਰੀਏ, ਤਾਂ ਇਸ ਤੋਂ ਵਧੀਆ ਗੱਲ ਨਹੀਂ ये हो सके। कहना ने चलो एक मजहब ऐसा भी चलाया जाए, है ना, कि इंसान को इंसान बनाया जाए, है ना। चलो बाकी ਅੱਜ ਦੇ ਮੇਨ ਜੋ ਪੋਲੀਟੀਕਲ ਜੋ टीनू भाजी ਤੁਹਾਡੇ ਕੋਲ ਆ ਸਾਰਾ है, मैं तो जस्ट एक ਤੁਹਾਡੇ ਨਾਲ साथ देने आया, जानता हूँ आपको सहारे की जरूरत नहीं, मैं तो बस साथ देने आया हूँ। सो इस तो बाद बागडोर ਇਹਨਾਂ ਕੋਲ ਹੈ ਜੀ, ਕਿੰਨਾ ਤਕੜੀ ਤੋਲਦੇ ਨੇ, ਟਾਈਮ ਸਾਨੂੰ ਜ਼ਿਆਦਾ ਇਜਾਜ਼ਤ ਨਹੀਂ ਦੇ ਰਿਹਾ, ਸੂਈਆਂ ਬਹੁਤ ਤੇਜ਼ ਭੱਜਦੀਆਂ ਜਾ ਰਹੀਆਂ ਨੇ। ਸੋ ਮੈਂ ਸਾਰਾ ਕੁਝ ਇੱਧਰ ਸਪੋਰਟ ਕਰਦਾ ਟੀਨੂ ਭਾਜੀ ਵੱਲ, ਪਲੀਜ਼। ਜੀ ਜਿਗਰਾ ਸਾਹਿਬ ਸ਼ੁਕਰੀਆ। ਫਰੂਕੀ ਸਾਹਿਬ, ਤੁਸੀਂ ਆਸਿਫਾ ਕੇਸ ਦੀ ਗੱਲ ਕੀਤੀ, ਇਨਸਾਨੀਅਤ ਦੀ ਗੱਲ ਕੀਤੀ, ਜਿੱਥੇ ਹਰ ਉਹ ਗੱਲ ਤੇ ਆਪਾਂ ਗੱਲਬਾਤ ਕੀਤੀ ਹੈ, ਹਰ ਉਸ ਪਹਿਲੂ ਤੇ ਗੱਲਬਾਤ ਕੀਤੀ ਹੈ। ਜਾਂਦੇ ਜਾਂਦੇ ਕੋਈ ਸਾਡੇ ਦਰਸ਼ਕਾਂ ਨੂੰ, ਕੋਈ ਕਮਿਊਨਿਟੀ ਨੂੰ, ਕੋਈ ਦੋਸਤਾਂ ਮਿੱਤਰਾਂ ਨੂੰ, ਚਾਹਣ ਵਾਲਿਆਂ ਨੂੰ ਕੋਈ ਸੁਨੇਹਾ ਮੈਂ ਪਹਿਲਾਂ ਵੀ ਜਿਵੇਂ ਦੱਸਿਆ ਸੀ ਕਿ ਜਿਹੜਾ ਵੀ ਕੰਮ ਕਰੋ ਯਾਰ, ਕੋਈ ਵੀ, ਠੀਕ ਹੈ, ਰੱਬ ਉਹ ਉੱਪਰ ਤਾਕਤ ਹੈ, ਇਹਦੇ ਤੇ ਯਕੀਨ ਰੱਖੋ ਕਿ ਉਹ ਤਾਕਤ ਹੈ ਉੱਪਰ, ਠੀਕ ਹੈ। ਇਹਦਾ ਮੈਂ ਤੁਹਾਨੂੰ ਛੋਟੀ ਮਿਸਾਲ ਦਿੰਦਾ। ਅੰਦੋਲਨ ਦੇ ਵਿੱਚ ਸਿੰਘੂ ਬਾਰਡਰ ਦੇ ਉੱਪਰ ਸਾਰੇ ਧਰਮਾਂ ਦੇ ਉਹ ਚੱਲਦੇ ਹੁੰਦੇ ਸੀ, ਜਿਵੇਂ ਸ਼ਾਮ ਨੂੰ ਕੀਰਤਨ ਔਰ ਪਾਠ ਤੇ ਇੱਕ ਹਨੂੰਮਾਨ ਚਾਲੀਸਾ ਚੱਲਦੀ ਸੀ। ਫਿਰ ਮੈਂ ਸੋਚਿਆ ਕਿ ਮੁਸਲਿਮਸ ਵੀ ਇਸ ਧਰਨੇ ਦੇ ਵਿੱਚ ਨੇ, ਕਿਉਂ ਨਾ ਆਪਾਂ ਕੁਰਾਨ ਪਾਕ ਦੀ ਤਿਲਾਵਤ ਸ਼ੁਰੂ ਕਰੀਏ। ਤੇ ਇੱਕ ਤੁਹਾਨੂੰ ਮੈਂ ਮਿਸਾਲ ਦਿੰਦਾ, ਇੱਕ ਵੀ ਰੱਬ ਜਦੋਂ ਤੁਹਾਡੀ ਮਦਦ ਕਰਦਾ ਤਾਂ ਜ਼ਰੀਆ ਕਿਵੇਂ ਪੈਦਾ ਕਰਦਾ, ਵੀ ਕਿਵੇਂ ਕਿਹਨੂੰ ਜ਼ਰੀਆ ਬਣਾ ਸਕਦਾ, ਠੀਕ ਹੈ। ਤਾਂ ਕੀ ਹੋਇਆ, ਮੇਰੇ ਯਾਦ ਆ ਗਈ ਗੱਲ ਇਹ ਵੀ ਅਚਾਨਕ। ਤਾਂ ਮੈਂ ਬੈਠਾ ਸੋਚ ਰਿਹਾ, ਮੈਂ ਕਿਹਾ ਯਾਰ ਵੀ ਕੁਰਾਨ ਦੀ ਕਿਉਂ ਨਾ ਆਪਾਂ ਤਿਲਾਵਤ ਵੀ ਸ਼ੁਰੂ ਕਰੀਏ ਇੱਥੇ।
ਜਿਹੜੀ ਸਿੰਘੂਬਾੜਾ ਕੇਸ ਦੇ ਉੱਪਰ। ਤਾਂ ਮੈਂ ਸੋਚ ਰਿਹਾ ਮੈਂ ਕਿ ਯਾਰ ਤਰਜੁਮੇ ਨਾਲ ਹੋਵੇ, ਕਿਉਂਕਿ ਅਰਬੀ ਪੜ੍ਹਨਗੇ ਤਾਂ ਲੋਕਾਂ ਨੂੰ ਕੁਝ ਸਮਝ ਨਹੀਂ ਆਣੀ, ਵੀ ਘੱਟੋ ਘੱਟ ਲੋਕਾਂ ਨੂੰ ਪਤਾ ਤਾਂ ਲੱਗੇ ਜਿਹਨੂੰ ਬਦਨਾਮ ਕਰ ਰਹੇ ਨੇ ਇੰਨਾ, ਠੀਕ ਹੈ, ਕਦੇ ਕੋਈ ਪਟੀਸ਼ਨਾਂ ਪਾਉਂਦਾ, ਕਦੇ ਕੋਈ ਵੀ ਕੁਰਾਨ ਨੂੰ, ਠੀਕ ਹੈ, ਵੀ ਇਹ ਜੀ ਉਹਦੀਆਂ ਸਿੱਖਿਆਵਾਂ ਗਲਤ ਯਾਨੀ ਕਿ ਤਰੀਕੇ ਨਾਲ ਕੁਰਾਨ ਨੂੰ ਪੇਸ਼ ਕੀਤਾ ਜਾ ਰਿਹਾ ਮੀਡੀਆ ਦੇ ਜ਼ਰੀਏ, ਵੀ ਇਹਦੇ ਨਾਲੇ ਲੋਕਾਂ ਨੂੰ ਪਤਾ ਤਾਂ ਲੱਗੇ ਵੀ ਕੁਰਾਨ ਅਸਲ 'ਚ ਕਹਿ ਕੀ ਰਿਹਾ, ਵੀ ਕੁਰਾਨ 'ਚ ਹੈ ਕੀ। ਤਾਂ ਮੈਂ ਸੋਚਿਆ ਕੋਈ ਜਿਹੜੀ ਐਸੀ ਹੋਵੇ ਤਰਜੁਮੇ ਦੇ ਨਾਲ ਹੋਵੇ ਹਿੰਦੀ ਦੇ ਵਿੱਚ। ਤਾਂ ਮੈਂ ਆਪਣੇ ਮੋਬਾਈਲ ਸੋਚ ਰਿਹਾ ਯਾਰ ਮੈਂ ਹੁਣ ਡੇਲੀ ਮੈਂ ਕਿਹਾ ਮੋਬਾਈਲ 'ਚ ਮੈਂ ਡਾਊਨਲੋਡ ਕਰੂੰਗਾ, ਫਿਰ ਉੱਥੇ ਜਾ ਕੇ ਚਲਾਇਆ ਕਰੂੰਗਾ, ਵੀ ਇਹਦਾ ਯਾਰ ਕੋਈ ਮਸਲਾ ਉਹ ਨਹੀਂ ਹੋਇਆ, ਹੱਲ ਨਹੀਂ ਹੋਇਆ ਮੇਰੇ ਕੋਲ। ਹਾਲੇ ਮੈਂ ਬੈਠਾ ਸੋਚਾਂ ਦੇ ਵਿੱਚ ਮੈਂ ਬੈਠਾ, ਬਿਲਕੁਲ ਸੱਚੀ, ਠੀਕ ਹੈ, ਉਹ ਹੈ ਬਿਲਕੁਲ 16 ਨੇ। ਤਾਂ ਮੇਰੇ ਕੋਲੇ ਇੱਕ ਸਰਦਾਰ ਜੀ, ਇੱਕ ਮੈਂ ਕਹਿੰਦਾ ਹਿੰਦੂ ਜੈਂਟਲਮੈਨ ਹੋਣਗੇ ਉਹਨਾਂ ਦੇ ਨਾਲ, ਤੇ ਇੱਕ ਹੋਰ ਸੀਗਾ ਬ੍ਰਦਰ, ਉਹ ਮੇਰੇ ਕੋਲੇ ਆਏ, ਆ ਕੇ ਮੈਨੂੰ ਕਹਿੰਦੇ ਵੀਰ ਜੀ ਅਸੀਂ ਕੱਲ ਕਹਿੰਦੇ ਤੁਹਾਡੇ ਕੋਲ ਆਏ ਸੀ, ਤੁਸੀਂ ਮਿਲੇ ਨਹੀਂ ਇੱਥੇ। ਮੈਂ ਕਿਹਾ ਜੀ ਮੈਂ ਚਲੋ ਇੱਧਰ ਉੱਧਰ ਹੋਊਗਾ ਕਿਤੇ। ਕਹਿੰਦੇ ਯਾਰ ਅਸੀਂ ਤੁਹਾਨੂੰ ਇੱਕ ਤੋਹਫਾ ਦੇਣਾ ਸੀਗਾ, ਵੀ ਤੁਸੀਂ ਕਿਤੇ ਯਾਨੀ ਕਿ ਵੀ ਮਿਲੇ ਨਹੀਂ ਹੈਗੇ ਇੱਥੇ। ਮੈਂ ਕਿਹਾ ਚਲੋ ਜੀ, ਮੈਂ ਕਿਹਾ ਮੈਂ ਮਾਫੀ ਚਾਹੁੰਦਾ। ਮੈਂ ਕਿਹਾ ਉਹਨਾਂ ਨੇ ਜੀ ਇੱਕ ਪਾਕਟ ਦੇ ਵਿੱਚੋਂ ਇੰਨਾ ਕੁ ਟਰਾਂਜ਼ਿਸਟਰ ਟਾਈਪ ਇੱਕ ਡਿਵਾਈਸ ਜਿਹਾ ਕੱਢਿਆ, ਇੰਨੇ ਸਾਈਜ਼। ਤਾਂ ਉਹ ਜਦੋਂ ਮੈਨੂੰ ਫੜਾਇਆ ਉਹਨਾਂ ਨੇ, ਤਾਂ ਮੈਨੂੰ ਕਹਿੰਦੇ ਆਹ ਲਓ ਜੀ। ਮੈਂ ਕਿਹਾ ਸਰ ਇਹ ਮੈਨੇ ਕੀ ਕਰਨਾ? ਕਹਿੰਦੇ ਇਹ ਰੇਡੀਓ ਹੈ ਇੱਕ ਤਰ੍ਹਾਂ ਦਾ, ਨਾਲ ਉਹ ਇਹਦੇ 'ਚ ਕਾਰਡ ਲੱਗਦਾ ਸੀਗਾ ਉਹਦੇ ਵਿੱਚ, ਜਿਹੜਾ ਮੈਮੋਰੀ ਕਾਰਡ, ਤੁਸੀਂ ਇਹ ਰੱਖੋ। ਮੈਂ ਕਿਹਾ ਜੀ ਮੈਂ ਸਰ ਮੈਂ ਮੋਬਾਈਲ ਹੈਗੇ ਨਾ ਅੱਜ ਕੱਲ੍ਹ, ਵੀ ਆਪਾਂ ਨੇ ਇਹ ਕੀ ਕਰਨਾ ਜੀ? ਕਹਿੰਦੇ ਨਹੀਂ ਮੈਂ ਤੁਹਾਨੂੰ ਪਲੇ ਕਰਦਾ। ਉਹਨਾਂ ਨੇ ਜਦੋਂ ਪਲੇ ਕੀਤਾ ਤਾਂ ਯਾਰ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ। ਤੁਸੀਂ ਇਹ ਦੇਖੋ ਕੁਰਾਨ ਦੀ ਤਿਲਾਵਤ ਤਰਜੁਮੇ ਦੇ ਨਾਲ, ਇੱਕ ਸਿੱਖ ਬ੍ਰਦਰ ਨਾਲ ਹਿੰਦੂ ਜੈਂਟਲਮੈਨ, ਉਹ ਦੋ ਮੈਨੂੰ ਦੇਣ ਆਏ, ਠੀਕ ਹੈ। ਜੋ ਮੈਂ ਸੋਚ ਰਿਹਾ ਯਾਰ ਵੀ ਮੈਂ ਉੱਥੇ ਇਹ ਵੀ ਚੱਲੇ ਅਗਰ, ਠੀਕ ਹੈ, ਨਾਲ ਵੀ ਸਾਰੇ ਧਰਮਾਂ ਦੇ, ਕਿਉਂਕਿ ਉਹਨਾਂ ਨੇ ਸਟੇਜ ਤੋਂ ਵੀ ਕਿਹਾ ਵੀ ਤੁਸੀਂ ਵੀ ਮੁਸਲਿਮ ਭਾਈਚਾਰੇ ਦਾ ਯਾਰ ਕੁਛ ਚਲਾ ਲਿਆ ਕਰੋ ਆਪਣਾ, ਆ ਕੇ ਜਾਂ ਇਬਾਦਤ ਕਰ ਲਿਆ ਕਰੋ ਇੱਥੇ, ਤਾਂ ਉਹਨਾਂ ਨੇ ਜਦੋਂ ਟਰਾਂਜ਼ਿਸਟਰ ਚਲਾਇਆ ਤਾਂ ਯਾਰ ਮੈਂ ਹੈਰਾਨ ਹੋ ਗਿਆ ਵੀ ਰੱਬਾ, ਵੀ ਮੈਂ ਇਹਦਾ ਮਤਲਬ ਹੈ ਵੀ ਕਿੱਡੀ ਫਾਸਟ, ਯਾਨੀ ਕਿ ਉਹ ਹੁੰਦਾ ਵੀ ਮੈਂ ਕੁਛ ਹੋਰ ਮੰਗ ਲੈਂਦਾ। ਉਹ ਚਲਾਇਆ ਕਿ ਤੁਸੀਂ ਦੇਖੋ ਯਾਰ, ਇਮੈਜਿਨ ਕਰ ਸਕਦੇ ਹੋ ਤੁਸੀਂ, ਕੋਈ ਬੰਦਾ ਇਮੈਜਿਨ ਕਰ ਸਕਦਾ? ਐਕਸਪੈਕਟੇਸ਼ਨ ਦੇਖੋ ਵੀ ਆਪਾਂ ਕਿਵੇਂ, ਨੌਨ ਮੁਸਲਿਮ ਬ੍ਰਦਰਸ ਆਪਾਂ ਨੂੰ ਕੁਰਾਨ ਦੇ ਰਹੇ ਨੇ ਤਰਜਮੇ ਦੇ ਨਾਲ, ਠੀਕ ਹੈ। ਔਰ ਉਹ ਮੈਂ ਡਿਵਾਈਸ ਹੀ ਚੱਕ ਕੇ ਮੈਂ ਸਪੇਸ ਤੇ ਫੜਾਤਾ। ਮੈਂ ਕਿਹਾ ਯਾਰ ਇਹਦੇ 'ਚ ਪਲੱਗ ਇਨ ਕਰ ਦਿਆ ਕਰੋ, ਇਹ ਚਲਾ ਦੇਗਾ। ਮੁਲਕ ਦੀ ਇਹੀ ਇੱਕ ਖੂਬਸੂਰਤੀ ਆ। ਤੇ ਆਪਣੇ ਪ੍ਰੋਫੈਸਰ ਹੁੰਦੇ ਸੀਗੇ ਤੈਨੂੰ ਭਾਈ ਸਾਡੇ ਇੱਥੇ, ਉਹ ਦੱਸਦੇ ਹੁੰਦੇ ਸੀਗੇ ਕਿ ਜੋ ਇੰਡੀਆ, ਆਪਾਂ ਇਨ ਸ਼ਾਰਟ ਚੱਲੀਏ ਜਸਟ ਇਸ ਤੋਂ ਬਾਅਦ ਸੀਗਾ ਮੈਂ ਤੁਹਾਡੇ ਕੋਲ ਆ, ਕਿ ਇੰਡੀਆ ਦੇ ਜੋ ਇੰਡੀਆ 'ਚ ਜਸਟ ਲਾਈਕ ਰੌਕ ਮੈਲਨ ਜਾਂ ਖਰਬੂਜ਼ਾ ਨਹੀਂ ਹੁੰਦਾ, ਖਰਬੂਜ਼ਾ ਉਹਦੇ ਉੱਪਰੋਂ ਦੇਖਣ ਨੂੰ ਸਾਰਾ ਉਹ ਟੀਨੂ ਭਾਜੀ ਉਹ ਅਲੱਗ-ਅਲੱਗ ਲੱਗਦੇ ਨੇ ਖਰਬੂਜ਼ਾ, ਬਿਲਕੁਲ, ਲੇਕਿਨ ਜਦੋਂ ਉਹਨੂੰ ਕੱਟੋ ਤਾਂ ਵਿੱਚੋਂ ਇੱਕ ਹੁੰਦੇ ਨੇ ਉਹ। ਕਿਉਂ ਨਾ ਫਿਰ ਇੱਕ ਦੂਸਰੇ ਲਈ ਖੜੀਏ ਯਾਰ, ਕਿਉਂ ਨਾ ਮਰੀਏ ਇਹ ਇੱਕ ਤਰ੍ਹਾਂ ਦਾ ਔਰੇਂਜ, ਇਹ ਉੱਪਰੋਂ ਦੇਖਣ ਨੂੰ ਇੱਕ ਆ, ਜਦੋਂ ਇਹਨੂੰ ਖੋਲੋਗੇ ਤਾਂ ਇਹ ਫਾੜੀਆਂ ਨੇ, ਸਟੇਟਸ ਨੇ। ਸੋ ਹਾਂਜੀ, ਅਨੇਕਤਾ ਦੇ ਵਿੱਚ ਏਕਤਾ ਇਸ ਮੁਲਕ ਦੀ। ਹਾਂ ਬਿਲਕੁਲ। ਸੋ ਮੈਂ ਤੁਹਾਡਾ ਦਿਲ ਤੋਂ ਇਹਤਰਾਮ ਕਰਦਾ ਫਰੂਕੀ ਸਾਹਿਬ, ਤੁਸੀਂ ਉੱਪਰ ਆਏ, ਇੰਨੇ ਆਪਣਾ ਬੇਸ਼ਕੀਮਤੀ ਟਾਈਮ ਦਿੱਤਾ, ਤੇ ਸਾਡੇ ਜਨਾਬ ਸਤਵਿੰਦਰ ਟੀਨੂ ਭਾਜੀ ਉਧਰ ਕਮਾਨ ਜਾਏਗੀ। ਫਰੂਕੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਕੀਮਤੀ ਸਮਾਂ ਦੇਣ ਲਈ, ਟੀਵੀ ਏਸ਼ੀਆ ਦੇ ਲਈ, ਸਾਡੇ ਦਰਸ਼ਕਾਂ ਦੇ ਨਾਲ ਆਪਣੀ ਜਾਣਕਾਰੀ ਸਾਂਝੀ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ। ਧੰਨਵਾਦ। ਥੈਂਕ ਯੂ ਸਰ, ਥੈਂਕ ਯੂ, ਸੋ ਨਾਈਸ ਆਫ ਯੂ। ਥੈਂਕ ਯੂ। ਜਿਗੜਾ ਸਾਹਿਬ, ਜਿਵੇਂ ਕਿ ਸਾਰੀਆਂ ਗੱਲਾਂ ਬਾਤਾਂ ਚੱਲ ਰਹੀਆਂ ਸੀ, ਇਨਸਾਨੀਅਤ ਜੋ ਹੈ, ਸੋ ਸਭ ਤੋਂ ਵੱਡਾ ਧਰਮ ਇਨਸਾਨੀਅਤ ਹੀ ਹੈ। ਮੇਰੇ ਹਿਸਾਬ ਦੇ ਨਾਲ ਤਾਂ ਮੈਂ ਜਿੱਦਾਂ ਪਹਿਲਾਂ ਮੈਂ ਜ਼ਿਕਰ ਕੀਤਾ ਕਿ अब तो कोई धर्म ऐसा भी या मजहब ऐसा भी चला जाए कि इंसान को इंसान बनाया जाए। इन्होंने तो जो धर्म ਨੂੰ ਆ ਜੀ, ਇਹਨਾਂ ਧਰਮ ਦੇ ਨਾਂ ਤੇ ਇਹ ਸਿਆਸਤ ਖੇਡਣਾ, ਕਿ ਰਾਜਨੀਤੀਆਂ ਕਰਨ ਲੱਗੇ। ਜਦੋਂ ਇੱਕ ਕਿਸੇ ਨੇ, ਮੇਰੇ ਨਾਮ ਨਹੀਂ ਯਾਦ ਕਿਉਂਕਿ ਮੈਂ ਇੰਨਾ ਸਾਹਿਤ ਦੇ ਵਿੱਚ ਸ਼ਾਇਦ ਮੇਰੇ ਤੋਂ ਹੱਥ ਆਂਗਾ, ਉਹ ਕਹਿੰਦੇ ਧਰਮ ਤੇ ਰਾਜਨੀਤੀ ਇੱਕ ਅਲੱਗ-ਅਲੱਗ ਦੋ ਪਹੀਏ, ਇਹ ਅਲੱਗ-ਅਲੱਗ ਹੀ ਨਾਲ-ਨਾਲ ਚੱਲਦੇ ਰਹਿਣ ਤਾਂ ਖੂਬਸੂਰਤੀ ਆ ਜੀ। ਜੇ ਦੋਨਾਂ ਦੇ ਵਿੱਚੋਂ ਧਰਮ ਰਾਜਨੀਤੀ ਜਾਂ ਰਾਜਨੀਤੀ ਧਰਮ ਦੇ ਵਿੱਚ ਮਿਕਸ ਅਪ ਹੋ ਗਿਆ ਨਾ, ਤੇ ਫਿਰ ਉਹ ਕੋਹਰਾਮ ਹੀ ਬਚੇਗੀ ਜੀ। ਇੱਥੇ ਇੱਕ ਹੋਰ ਵੱਡੀ ਖਬਰ ਆ ਰਹੀ ਹੈ ਪੰਜਾਬ ਤੋਂ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਜਿਹੜੇ ਗ੍ਰੰਥੀ ਆ ਗਿਆਨੀ ਮਾਨ ਸਿੰਘ ਜੀ, ਉਹਨਾਂ ਨੇ ਅਸਤੀਫਾ ਦਿੱਤਾ ਤੇ ਬੀਬੀ ਜਗੀਰ ਕੌਰ ਜੀ, ਉਹਨਾਂ ਨੇ ਕਿਹਾ ਕਿ ਉਹਨਾਂ ਨੇ ਬਿਮਾਰੀ ਦੇ ਚੱਲਦੇ ਅਸਤੀਫਾ ਦਿੱਤਾ ਉੱਥੋਂ। ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ
ਇਹ ਵੀ ਇੱਕ ਵੱਡੀ ਖਬਰ ਹੈ। ਸੱਚਖੰਡ ਤੋਂ ਫਲਾਣ ਜੀ 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 ਜਿਗੜਾ ਸਾਹਿਬ, ਬਿਲਕੁਲ ਜਿੱਥੇ ਆਪਾਂ ਗੱਲ ਇਨਸਾਨੀਅਤ ਦੀ ਕਰਦੇ ਹਾਂ, ਦੇਖੋ ਜੋ ਮੈਂ ਸਮਝਦਾ ਕਿ ਲੋਕਾਂ ਦੇ ਦਿਲਾਂ ਨੂੰ ਵੰਡਣਾ ਬਹੁਤ ਮੁਸ਼ਕਲ ਹੈ। ਬਿਲਕੁਲ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਹੈ, ਕੋਈ ਵੀ ਇਹੋ ਜਿਹੀ ਜਿਹੜੀ ਦਿਲਾਂ ਦੇ ਉੱਤੇ ਵੰਡ ਸਕੇ, ਨਾ ਉਹ ਕੋਈ ਲਾਈਨ ਦਿਲਾਂ ਨੂੰ ਵੰਡ ਸਕਦੀ ਹੈ, ਨਾ ਉਹ ਜਿਹੜਾ ਦਿਲ ਹੈ, ਜਿਹੜੇ ਲੋਕ ਹੈ ਉਹ ਇੱਕ ਪਿਆਰ ਦੀ ਭਾਸ਼ਾ ਜਾਣਦੇ ਨੇ। ਆਵਾਮ ਨੂੰ ਪਿਆਰ ਜਿਹੜਾ ਹੈ ਉਹਦੀ ਭਾਸ਼ਾ ਦਾ ਪਤਾ ਹੈ। ਲੇਕਿਨ ਅੱਜ ਦੀ ਡੇਟ ਦੇ ਵਿੱਚ ਜੋ ਅੱਜ ਦੀ ਤਰੀਕ ਦੇ ਵਿੱਚ ਹੋ ਰਿਹਾ ਹੈ ਕਿ ਬਹੁਤ ਕੁਝ ਇਹੋ ਜਿਹੇ ਵੀ ਲੋਕ ਨੇ, ਸੁਰਜੀਤ ਪਾਤਰ ਸਾਹਿਬ ਦੀਆਂ ਲਾਈਨਾਂ ਨੇ ਜਿਹੜੀਆਂ ਉਹ ਵੀ ਮੈਨੂੰ ਯਾਦ ਆ ਰਹੀਆਂ ਨੇ, ਕੁਝ ਕਿਹਾ ਤਾਂ ਹਨੇਰਾ ਜ਼ਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ, ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਝ ਸਹਿਣਗੇ। ਬਿਲਕੁਲ ਬਿਲਕੁਲ ਸਰ, ਮੈਂ ਇਹੀ ਕਹਿਣਾ, ਜੋ ਇਹ ਲੋਹੇ ਦੇਖਿਓ, ਤੁਸੀਂ ਕਹਿ ਰਹੇ ਵੀ ਦੀਵਾਰਾਂ ਦਿਲ ਦੇ ਵਿੱਚ ਦੀਵਾਰਾਂ ਨਹੀਂ ਖੜੀਆਂ ਕਰ ਸਕਦੇ ਜੋ ਹੁਕਮਰਾਨ ਨੇ, ਜਿਵੇਂ ਹੁਣ ਲੋਹੇ ਦੀਆਂ ਦੀਵਾਰਾਂ ਇੰਡੀਆ ਪਾਕਿਸਤਾਨ ਦੋ ਮੁਲਕ ਪੈਦਾ ਕਰਦੇ, ਇਹਨਾਂ ਕੁਰਸੀ ਦੀਆਂ ਚੌਧਰਾਂ ਕਰਕੇ ਪੈਦਾ ਹੋਏ ਨੇ, ਇੱਕ ਮਜ਼ਹਬ ਨੂੰ ਨਾਲ ਲੈ ਕੇ ਮਜ਼ਹਬ ਦੇ ਕਰਕੇ ਪੈਦਾ ਹੋਏ ਨੇ, ਤੇ ਉਹਨਾਂ ਨੇ ਇੰਨਾ ਕੁਛ ਕਰਨ ਦੇ ਬਾਵਜੂਦ ਇਹ ਲੋਹੇ ਦੀਆਂ ਦੀਵਾਰਾਂ ਵੀ ਸਾਡੇ ਹਿੰਦੋ ਪਾਕਿਸਤਾਨ ਦੇ ਵਿੱਚ ਦਿਲਾਂ ਦੇ ਵਿੱਚ ਦਰਾਰ ਨਹੀਂ ਪਾ ਸਕੇ। ਬੇਸ਼ੱਕ ਉਹਨਾਂ ਨੇ ਕੰਧਾਂ ਖੜੀਆਂ ਕਰਤੀਆਂ ਨੇ, ਪਰ ਲੋਕ ਅੱਜ ਵੀ ਇੱਕ ਦੂਜੇ ਨੂੰ ਮਿਲਣ ਨੂੰ ਤਰਸਦੇ ਨੇ ਤੇ ਮਿਲਣਾ ਚਾਹੁੰਦੇ। ਜਿਵੇਂ ਜਿੱਥੋਂ ਫਰੂਕੀ ਸਾਹਿਬ ਸੀ ਮਲੇਰਕੋਟਲਾ, ਇੱਥੋਂ ਸਪੈਸ਼ਲ ਬੱਸ ਲੱਗੀ ਹੋਈ ਹੈ ਇੱਕ, ਵਾਘਾ ਬਾਰਡਰ ਜਾਂਦੀ, ਉਹ ਹਮੇਸ਼ਾ ਭਰੀ ਜਾਂਦੀ ਹੈ ਤੇ ਭਰੀ ਆਉਂਦੀ ਹੈ, ਤੇ ਲੋਕ ਬੜੇ ਚਾਵਾਂ ਮਲਾਰਾਂ ਨਾਲ ਜਾਂਦੇ ਨੇ, ਮਿਲ ਕੇ ਆਉਂਦੇ ਨੇ ਲੋਕਾਂ ਨੂੰ। ਸੋ ਜ਼ਿਆਦਾ ਸਮਾਂ ਨਾ ਲੈਂਦੇ ਕਿਉਂਕਿ ਇੱਕ ਡਿਬੇਟ ਲੈਸ ਮੁੱਦੇ ਨੇ ਭਾਜੀ। ਜੀ ਬਾਕੀ ਮੇਰੀ ਜ਼ੁਬਾਨ ਐਡਾ ਸਾਥ ਨਹੀਂ ਦਊਗੀ ਕਿ ਮੈਂ ਤੁਹਾਡੇ ਨਾਲ ਬੈਠ ਕੇ ਕੋਈ ਇਸ ਤਰ੍ਹਾਂ ਦੇ ਕਰ ਸਕਾਂ। ਸੋ ਮੇਰੇ ਵੱਲੋਂ ਤਾਂ ਟੀਵੀ ਏਸ਼ੀਆ ਦਾ ਤੇ ਸਤਵਿੰਦਰ ਟੀਨੂ ਭਾਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਅੱਜ ਤੁਸੀਂ ਮੇਰੇ ਨਾਲ ਬੈਠੇ। ਮੇਰੇ ਲਈ ਤਾਂ ਅੱਜ ਤਾਂ ਬਹੁਤ ਹੀ ਮੁਬਾਰਕ ਦਿਨ ਹੈ। ਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਟੀਵੀ ਏਸ਼ੀਆ ਦੇ ਵੱਲੋਂ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸ਼ੁਕਰੀਆ। ਕਿਸੇ ਤਰ੍ਹਾਂ ਤੁਸੀਂ ਸਾਨੂੰ ਪਿਆਰ ਦਿੰਦੇ ਰਹੋ। ਅਸੀਂ ਕੋਸ਼ਿਸ਼ ਕਰਾਂਗੇ ਕਿ ਹਰ ਦਿਨ ਹਰ ਪਲ ਅਸੀਂ ਤੁਹਾਡੇ ਲਈ ਕੋਈ ਵਧੀਆ ਪੈਗਾਮ ਔਰ ਵਧੀਆ ਸ਼ਖਸੀਅਤਾਂ ਨੂੰ ਤੁਹਾਡੇ ਨਾਲ ਰੂਬਰੂ ਕਰਵਾਉਂਦੇ ਰਹੀਏ। ਤੁਹਾਡਾ ਸਾਰਿਆਂ ਦਾ ਦਿਲ ਤੋਂ ਗਹਿਰਾਈਆਂ ਤੋਂ ਸ਼ੁਕਰੀਆ ਜੀ, ਧੰਨਵਾਦ ਜੀ।